ਇਹ ਨੇ ਚੌਧਰੀ ਅਨੈਤ ਅਲੀ ਰੰਧਾਵਾ, ਇੱਕ ਵੱਡੇ ਸਰਕਾਰੀ ਅਫਸਰ ਰਿਟਾਇਰਡ ਹੋਏ ਨੇ। ਉਕਾੜਾ ਵਿੱਚ ਸ਼ਾਨਦਾਰ ਜਗ੍ਹਾ ਤੇ ਬੰਗਲਾ ਵੀ ਏ ਤੇ ਘਰ ਵਿੱਚ ਚੰਗੀਆਂ ਤੇ ਨਵੇਂ ਮਾਡਲ ਦੀਆਂ ਗੱਡੀਆਂ ਵੀ। ਧੀਆਂ ਪੁੱਤਰ ਇੰਗਲੈਂਡ ਵਿੱਚ ਸੁੱਖ ਦੀ ਜ਼ਿੰਦਗੀ ਜੀ ਰਹੇ ਨੇ। ਹਰ ਪਾਸੋਂ ਰੱਬ ਦੀ ਮਿਹਰ ਦੀਆਂ ਗੂੜੀਆਂ ਛਾਵਾਂ ਥੱਲੇ ਨੇ। ਪਰ ਅੱਜ ਵੀ ਇਹਨਾਂ ਨੂੰ 47 ਦੇ ਦੁੱਖ ਨਹੀਂ ਭੁੱਲੇ। ਅੱਜ ਵੀ ਉਹ ਪੀੜਾਂ ਰਾਤਾਂ ਨੂੰ ਸੌਣ ਨਹੀਂ ਦਿੰਦੀਆਂ। ਆਪਣੇ ਪਿਆਰਿਆਂ ਨੂੰ ਆਪਣੀ ਅੱਖਾਂ ਦੇ ਸਾਹਮਣੇ ਜਾਨ ਦਿੰਦਿਆਂ ਵੇਖਣਾ ਅੱਜ ਵੀ ਤੜਫਾਉਂਦਾ ਹੈ। ਜਿਨ੍ਹਾਂ ਹਾਲਾਤਾਂ ਵਿੱਚ ਇਹਨਾਂ ਨੇ ਤਰਨ ਲਾਗੇ ਆਪਣਾ ਪਿੰਡ ਕੁੜੀ ਵੱਲਾ ਛੱਡਿਆ, ਉਹ ਭੁੱਲਣ ਵਾਲੇ ਨਹੀਂ ਤੇ ਨਾ ਭੁੱਲ ਸਕੇ ਨੇ ਆਪਣਾ ਪਿੰਡ, ਉਹਦੀਆਂ ਗਲੀਆਂ ਤੇ ਕੰਧਾਂ ਕੋਲੇ। ਆਓ ਸੁਣਦੇ ਹਾਂ ਰੰਧਾਵਾ ਸਾਹਿਬ ਦੀ ਕਹਾਣੀ, ਉਹਨਾਂ ਦੀ ਆਪਣੀ ਜ਼ੁਬਾਨੀ। ਉਹਨਾਂ ਦੀਆਂ ਔਰਤਾਂ ਸਾਰਾ ਦਿਨ ਸਾਡੇ ਘਰ ਇੱਕ ਬਹੁਤ ਵੱਡਾ ਹਵੇਲੀ ਦੇ ਵਿੱਚ ਪਿੱਪਲ ਸੀ, ਉਹ ਸਾਰਾ ਦਿਨ ਆ ਕੇ ਉੱਥੇ ਅੰਮਾ ਹੁਣਾਂ ਕੋਲ ਬੈਠੀਆਂ ਰਹਿੰਦੀਆਂ ਸੀ। ਤੇ ਫਿਰ ਅੱਗੇ ਉਹਨਾਂ ਨੇ ਸਾਨੂੰ ਉਹ ਹੀ ਆ ਕੇ ਦੱਸਦੀਆਂ ਸੀ ਕਿ ਸਾਡੇ ਬੰਦਿਆਂ ਦੇ ਇਰਾਦੇ ਕੁਝ ਠੀਕ ਨਹੀਂ ਹੈਗੇ। ਉਹ ਇੰਨੀ ਗੱਲ ਉਹਦੇ ਕਰਨ ਦੀ ਦੇਰ ਤੇ ਮੇਰੇ ਵੱਲੋਂ ਹਟਾ ਕੇ ਨਾ ਉਹਨਾਂ 3 ਬਰਛੀਆਂ ਲਗਾਤਾਰ ਉਹ ਮੇਰੇ ਭਾਈ ਦੇ ਮਾਰੀਆਂ, ਮੁਹੰਮਦ ਸ਼ਰੀਫ ਦੇ। ਉਹ ਮੈਨੂੰ ਯਾਦ ਇੱਕ ਐਸਰੇ ਡਿੱਗਿਆ, ਇੰਜ ਮੈਂ ਨਾਲ ਖੜਾ ਸਾਂ ਤੇ ਤੀਸਰੀ ਬਰਛੀ ਤੇ ਉਹਦੀਆਂ ਆਂਦਰਾਂ ਬਾਹਰ ਆ ਗਈਆਂ ਸੀ। ਐਸਰੇ ਵਾਲਦਾ ਨੇ ਆਪਣੇ ਪੇਟ ਤੇ ਕੱਪੜਾ ਬੱਧਾ, ਉਹ ਖੂਨ ਨਿਕਲਿਆ ਸੀ ਬਰਛੀ ਦਾ, ਤੇ ਉਹ ਵੀ ਖੜੀ ਹੋ ਗਈ, ਬਚ ਗਈ ਸੀ। ਉਹਨਾਂ 2 ਬਰਛੀਆਂ ਉਹਦੇ ਹੋਰ ਮਾਰੀਆਂ, ਉਹ ਸਲਿੱਪ ਹੋ ਗਈਆਂ ਕੁਦਰਤੀ। ਉਸ ਤੋਂ ਬਾਅਦ ਉਹਨੇ ਮੈਨੂੰ ਪਿੱਛੋਂ ਮੇਰੀ ਵਾਲਦਾ ਨੇ ਧੱਕਾ ਦੇ ਦਿੱਤਾ, ਕਿਉਂਕਿ ਉਹਨਾਂ ਨੂੰ ਇਹ ਪਤਾ ਸੀ ਕਿ ਹੁਣ ਇਹਨੂੰ ਮਾਰਨਾ। ਉਹ ਧੱਕਾ ਦਿੱਤਾ, ਮੈਂ ਡਿੱਗਿਆ ਪਿੱਛੋਂ, ਉਹ ਮੈਨੂੰ ਡਿੱਗੇ ਪੈ ਨੂੰ ਇਸ ਤਰ੍ਹਾਂ ਬਾਂਹ ਫੜ ਕੇ ਨਾ ਤੇ ਪਿੱਛੋਂ ਧੂ ਕੇ ਲੈ ਗਈ। ਨੀਂਦ ਆ ਗਈ, ਮੈਨੂੰ ਨਹੀਂ ਪਤਾ ਕਿ ਬਾਹਰ ਕੀ ਹੋ ਰਿਹਾ ਜਾਂ ਕੀ ਨਹੀਂ ਹੋ ਰਿਹਾ। ਕਦੀ ਛੱਤਾਂ ਜਦੋਂ ਡਿੱਗਦੀਆਂ ਸੀ ਨਾ ਕੱਚਿਆਂ ਮਕਾਨਾਂ ਦੀਆਂ, ਤਾਂ ਮੈਨੂੰ ਗਿਰਨ ਦੀ ਆਵਾਜ਼ ਆਉਂਦੀ, ਤਾਂ ਮੈਂ ਤਬਕ ਜਾਂਦਾ ਸੀ ਇੱਕ ਵਾਰੀ, ਫਿਰ ਮੈਂ ਸੌਂ ਜਾਂਦਾ ਸੀ। ਅਤੇ ਮੈਨੂੰ ਨਹੀਂ ਪਤਾ ਵੀ ਬਾਹਰ ਕੀ ਹੋ ਰਿਹਾ, ਬਾਹਰਲੀ ਦੁਨੀਆ 'ਚ ਕੀ ਹੈ। ਇਹ ਸਮਝ ਲਓ ਕਿ ਇੱਕ ਕਿਸਮ ਦੀ ਮੇਰੇ ਵਾਸਤੇ ਕਬਰ ਹੀ ਸੀ। ਦਾਦਾ ਜਿਹੜਾ ਸੀ, ਉਹ ਮੈਨੂੰ ਯਾਦ ਹੈ ਕਿ ਜਿਸ ਵੇਲੇ ਮੁਹੰਮਦ ਸ਼ਰੀਫ ਸ਼ਹੀਦ ਹੋਇਆ ਨਾ, ਉਹ ਡੰਗੋਰੀ ਨਾਲ ਚੱਲਦਾ ਸੀ, ਅਤੇ ਉਹ ਉੱਥੇ ਆ ਕੇ ਨਾ ਜਿਵੇਂ ਤੁਸੀਂ ਬੈਠੇ ਜੇ ਨਾ ਇਸ ਤਰ੍ਹਾਂ ਆ ਕੇ ਉਹਦੀਆਂ ਆਂਦਰਾਂ ਉਹਦੇ ਪੇਟ ਵਿੱਚ ਪਾ ਰਿਹਾ ਸੀ। ਅਸੀਂ ਉਹਨੂੰ ਉੱਥੇ ਦੇਖਿਆ। ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਕਿ ਉਹਦੇ ਨਾਲ ਕੀ ਹੋਇਆ। ਅਤੇ ਮੈਨੂੰ ਯਾਦ ਹੈ ਮੇਰਾ ਇੱਕ ਚਾਚਾ ਸੀ, ਅਲਾ ਬਖਸ਼ ਉਹਦਾ ਨਾਂ ਸੀ, ਰਿਸ਼ਤੇਦਾਰੀ 'ਚੋਂ। ਠੀਕ ਹੈ। ਉਹਦਾ ਇੱਥੋਂ ਨਾ ਗਲਾ ਕੱਟਿਆ ਸੀ ਸਾਰਾ ਹੀ, ਉਹ ਸੰਘੇ ਵਾਲੇ ਪੁੱਲ 'ਤੇ। ਅੱਛਾ। ਉਹ ਜਦੋਂ ਆਉਂਦਾ ਸੀ ਨਾ, ਤਾਂ ਮੈਂ ਡਰਦਾ ਮੈਂ ਉਹਦੇ ਨਾਲ ਚਿੰਬੜ ਜਾਂਦਾ ਸੀ। ਉਹਦਾ ਫੱਟ ਵੇਖ ਕੇ ਤੁਹਾਨੂੰ ਖੌਫ ਆਉਂਦਾ ਸੀ? ਡਰ ਆਉਂਦਾ ਸੀ, ਸਾਹ ਨਹੀਂ ਸੀ ਨਾ ਉਹਦਾ ਨਿਕਲਦਾ, ਘੜ ਕਰਦਾ ਸੀ। ਅਤੇ ਉਹ ਫਿਰ ਇੱਥੋਂ ਜਦੋਂ ਮੈਂ ਵੇਖਦਾ ਸੀ ਉਹਦਾ ਅੰਦਰ ਸਾਰਾ ਨਜ਼ਰ ਆਉਂਦਾ, ਅਤੇ ਮੈਂ ਅੰਮਾ ਨਾਲ ਚਿੰਬੜ ਜਾਂਦਾ। ਉੱਥੇ ਫਿਰ ਚੌਹਾਨ ਸਾਹਿਬ ਇਹ ਹਾਲਤ ਸੀ ਕਿ ਥਾਊਜ਼ੈਂਡਸ ਦੇ ਹਿਸਾਬ ਨਾਲ, ਸੈਂਕੜੇ ਨਹੀਂ ਥਾਊਜ਼ੈਂਡਸ ਛੋਟੇ ਬੱਚੇ ਜਿਹੜੇ 2 ਸਾਲ ਦੇ, 3 ਸਾਲ ਦੇ, 4 ਸਾਲ ਦੇ, 5 ਸਾਲ ਦੇ ਇਹ ਹੈਗੇ ਸੀ, ਜਿਹੜੇ ਕੋਈ ਦਹੀਂ ਨਾਲ ਰੋਟੀ ਮੰਗਦਾ ਸੀ, ਕੋਈ ਕਿਸੇ ਨਾਲ ਜ਼ਿਮੀਂਦਾਰਾਂ ਦੇ ਬੱਚੇ ਸੀ। ਉਹ ਬੱਚੇ ਜਿਹੜੇ ਸੀ ਨਾ ਸੰਘੇ ਵਾਲੇ ਪੁੱਲ 'ਤੇ, ਅਸੀਂ 9 ਬੱਚੇ ਮੇਰੀ ਵਾਲਦਾ ਲਿਆਈ। ਉਹ ਯਤੀਮ ਬੱਚੇ 9 ਤੁਹਾਡੀ ਮਾਂ ਜੀ, ਤੁਹਾਡੇ ਮਾਂ ਜੀ, ਅੰਮਾ ਜੀ ਲੈ ਕੇ ਆਪਣੇ ਨਾਲ ਆ ਗਏ? ਹਾਂ, ਨਾਲ ਲਿਆਂਦੇ, ਔਰ 5-6 ਲੜਕੀਆਂ ਲਿਆਂਦੀਆਂ ਜਵਾਨਾਂ। ਤੁਹਾਡਾ ਪੂਰਾ ਨਾਂ ਚੌਧਰੀ ਅਨਾਇਤ ਅਲੀ ਰੰਧਾਵਾ ਜੀ। ਵਾਲਿਦ ਸਾਹਿਬ ਦਾ, ਬਾਪੂ ਦਾ ਕੀ ਨਾਂ ਸੀ? ਸੌਰੀਦੀਨ ਮੁਹੰਮਦ ਰੰਧਾਵਾ। ਤੇ ਦਾਦਾ ਜੀ ਦਾ ਕੀ ਨਾਂ ਸੀ? ਪੀਰ ਬਖਸ਼ ਰੰਧਾਵਾ। ਪਿਛੋਕੜ ਦਾ ਪਿੰਡ ਕਿਹੜਾ ਸੀ ਤੁਹਾਡਾ? ਸਾਡਾ ਪਿੰਡ ਕੁੜੀਵਾਲਾ ਸੀ, ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ। ਅੱਛਾ ਜੀ। ਇਸ ਜਿਹੜਾ ਪਿੰਡ ਦੀ ਆਪਾਂ ਗੱਲ ਕਰਦੇ ਪਏ ਹਾਂ, ਇਹਦੇ ਆਲੇ ਦੁਆਲੇ ਦੇ ਪਿੰਡ ਕਿਹੜੇ ਸਨ? ਤਹਿਸੀਲ ਕਿਹੜੀ ਸੀ? ਤਹਿਸੀਲ ਉਸ ਵਕਤ ਤਰਨਤਾਰਨ ਸੀ। ਅੱਛਾ ਜੀ। ਜਿਹੜਾ ਕਿ ਹੁਣ ਕਹਿੰਦੇ ਜ਼ਿਲ੍ਹਾ ਹੋ ਗਿਆ। ਅਤੇ ਆਸ-ਪਾਸ ਦੇ ਪਿੰਡ ਜਿੱਥੋਂ ਤੱਕ ਮੈਨੂੰ ਯਾਦ ਹੈ, ਤਖਤੂ ਚੱਕ ਸੀ। ਹਾਂਜੀ। ਛੋਟੀ ਸਰਲੀ, ਵੱਡੀ ਸਰਲੀ। ਅੱਛਾ ਜੀ। ਜਾਤੀ ਉਮਰਾ। ਅੱਛਾ ਜੀ। ਪਿੰਡ ਦੇ ਨਾਲ ਬਿਲਕੁਲ ਇੱਕ ਅਟੈਚ ਪਿੰਡ ਸੀ, ਜੁੜਵਾ ਪਿੰਡ ਸੀ, ਮੱਲਾ। ਠੀਕ ਹੈ। ਉੱਥੇ ਬਹੁਤ ਵੱਡੀ ਦਰਗਾਹ ਸੀ ਬਾਬਾ ਭਾਗਦਾਸ ਦੀ, ਇੰਡੀਆ ਦਾ ਉਹ ਬਹੁਤ ਮੁਤਬਰਕ ਮੁਕਾਮ ਸੀ। ਇਹ ਸਾਰਾ ਇਲਾਕਾ ਜਿਹੜਾ ਨਾ ਸਿੱਖਾਂ ਦਾ ਗੜ੍ਹ ਹੈ। ਗੁਰੂ ਕਾ ਜੰਡਿਆਲਾ ਸੀ ਸਾਡੇ ਨਜ਼ਦੀਕ। ਅੱਛਾ ਜੀ। ਅਤੇ ਸਾਡਾ ਪਿੰਡ ਜਿਹੜਾ ਸੀ ਨਾ, ਗੁਰੂ ਕਾ ਜੰਡਿਆਲਾ ਤੋਂ ਜਰਨੈਲੀ ਸੜਕ ਇੱਕ ਜਾਂਦੀ ਸੀ,
ਅੱਗੇ ਜਾ ਕੇ ਨਾ ਕੋਈ 5-6 ਕਿਲੋਮੀਟਰ ਦੇ ਰਾਈਟ ਹੈਂਡ ਵਾਕਿਆ ਸੀ, ਇੱਧਰ ਮਸ਼ਰਕ ਵਾਲੀ ਸਾਈਡ, ਸੱਜੇ ਹੱਥ। ਸੱਜੇ ਹੱਥ। ਅੱਛਾ, ਗੁਰੂ ਕਾ ਜੰਡਿਆਲਾ ਤਾਂ ਬੜੀ ਉਹਨਾਂ ਦੀ ਅਜਿਹੀ ਜਗ੍ਹਾ ਹੈ ਜਿੰਦੇ ਅਕਸਰ ਜ਼ਿਕਰ ਆਉਂਦਾ ਹੈ। ਇਹ ਸਾਰੇ ਸਾਡੇ ਪਿੰਡ ਦੇ ਨਾਲ ਇਹਨਾਂ ਦਾ ਇੱਕ ਮੁਬਾਰਕ ਮੁਕਾਮ ਸੀ ਖਡੂਰ ਸਾਹਿਬ। ਹਾਂਜੀ, ਖਡੂਰ ਸਾਹਿਬ ਵੀ ਬਹੁਤ ਮਸ਼ਹੂਰ ਹੈ। ਹਾਂ, ਉਹ ਸਾਡੇ ਪਿੰਡ ਤੋਂ ਥੋੜਾ ਜਿਹਾ ਅੱਗੇ ਸੀ। ਅੱਛਾ ਜੀ। ਸੰਗਰ ਸੀ। ਅੱਛਾ ਜੀ। ਕੰਕਲਾ ਸੀ, ਇਸ ਤਰ੍ਹਾਂ ਦੇ ਪਿੰਡ ਹੈਗੇ ਸੀ। ਅੱਛਾ ਜੀ। ਤੁਸੀਂ ਨਾਂ ਲਿਆ ਜਾਤੀ ਉਮਰਾ ਦਾ, ਇਹ ਜਾਤੀ ਉਮਰਾ ਉਹ ਹੀ ਹੈ ਜਿੱਥੇ ਮੀਆਂ ਮੁਹੰਮਦ ਨਵਾਜ਼ ਸ਼ਰੀਫ ਸਾਹਿਬ ਜਿਹੜੇ ਪਾਕਿਸਤਾਨ ਦੇ ਸਾਬਕਾ ਵਜ਼ੀਰ ਆਜ਼ਮ ਨੇ, ਉਹਨਾਂ ਦੀ ਪਿਛੋਕੜ ਹੈ? ਉਹਨਾਂ ਦਾ। ਠੀਕ ਹੈ ਜੀ। ਸਾਡੇ ਤੋਂ ਕੁਝ ਮੀਲ ਦੇ ਫਾਸਲੇ ਤੇ ਸੀ। ਠੀਕ ਹੈ। ਅੱਛਾ, ਇਹ ਦੱਸੋ ਜਿਹੜਾ ਤੁਹਾਡਾ ਪਿੰਡ ਸੀ, ਇਹਦੇ ਤੋਂ ਜਿਹੜਾ ਕਰੀਬ ਤਰੀਨ ਤਹਿਸੀਲ ਮਕਾਮ ਸੀ ਤਰਨਤਾਰਨ, ਉਹ ਕਿੰਨੀ ਦੂਰ ਸੀ? ਉਹ ਐਸੀ ਕੋਈ ਨੀਅਰ ਅਬਾਊਟ, ਹੁਣ ਪਤਾ ਲੱਗਦਾ ਨਕਸ਼ੇ ਤੋਂ ਹੀ 10 ਕਿਲੋਮੀਟਰ 12 ਕਿਲੋਮੀਟਰ। ਤੇ ਖਡੂਰ ਸਾਹਿਬ ਜਿਹੜਾ ਹੈ? ਖਡੂਰ ਸਾਹਿਬ 6 ਕਿਲੋਮੀਟਰ ਹੋਵੇਗਾ। 6 ਕਿਲੋਮੀਟਰ ਲਾਗੇ ਹੀ ਸੀ ਉਹਦੇ? ਬਿਲਕੁਲ ਨਾਲ। ਠੀਕ ਹੈ। ਇਹ ਦੱਸੋ ਜੇ ਅਸੀਂ ਕੁੜੀ ਵਿਲਾ ਦੀ ਗੱਲ ਕਰੀਏ ਤੇ ਉੱਥੇ ਕਿਹੜੀਆਂ ਕਿਹੜੀਆਂ ਬਰਾਦਰੀਆਂ ਰਹਿੰਦੀਆਂ ਸੀ ਮੁਸਲਮਾਨਾਂ ਦੀਆਂ? ਵਿੱਚ ਮੁਸਲਮਾਨ ਸੀ, ਹਾਂ, ਮੇਜਰ ਸਿੱਖ ਸੀ, ਰੰਗੜ ਸੀ, ਰਾਜਪੂਤ। ਅੱਛਾ ਜੀ। ਤੇ ਬਾਕੀ ਹੋਰ ਕੌਮਾਂ ਸੀ, ਕੋਈ ਜੱਟ ਜ਼ਿਆਦਾ ਸੀ, ਤੇ ਸਾਡੀ ਬਰਾਦਰੀ ਵੀ ਉਹਨਾਂ ਜੱਟਾਂ ਨਾਲ ਮਿਲਦੀ ਸੀ। ਠੀਕ ਹੈ। ਮੇਰੇ ਪੜਦਾਦਾ ਜਿਹੜੇ ਸੀ ਉਹ ਮੁਸਲਮਾਨ ਹੋਏ ਸੀ। ਠੀਕ ਹੈ। ਤੁਹਾਡਾ ਜਿਹੜੀ ਲੜੀ ਹੈ ਰੰਧਾਵਾ ਜੱਟਾਂ ਦੇ ਵਿੱਚੋਂ ਸੀ, ਔਰ ਤੁਹਾਡੇ ਪੜਦਾਦਾ ਜਿਹੜੇ ਨੇ ਉਹ ਮੁਸਲਮਾਨ ਹੋਏ ਸੀ? ਉਹ ਮੁਸਲਮਾਨ ਹੋਏ ਸੀ। ਕਿਸੇ ਜਦੋਂ ਜਿਹੜੀ ਤਹਿਰੀਕ ਚੱਲੀ ਸੀ ਨਾ ਬਜ਼ੁਰਗਾਂ ਨੇ ਦੀਨ ਦੀ, ਜੀ ਜੀ, ਉਹਨਾਂ ਚੋਂ ਕੋਈ ਬਜ਼ੁਰਗ ਆਏ ਤੇ ਉਹਨੇ ਆ ਕੇ ਉਹਨਾਂ ਨੂੰ ਉੱਥੇ ਪਿੰਡ ਠਹਿਰਦੇ ਸੀ ਹਫਤਾ 10 ਦਿਨ। ਤੇ ਇਹ ਮੇਰਾ ਪੜਦਾਦਾ ਜਿਹੜੇ ਸੀ ਉਸ ਵਕਤ ਤਕਰੀਬਨ 20 ਸਾਲ ਦੇ ਲਗਭਗ ਸੀ। ਬਹੁਤ ਖੂਬਸੂਰਤ ਔਰ ਅੱਛਾ ਨੌਜਵਾਨ ਸੀ। ਅੱਛਾ ਜੀ। ਮੁਸਲਮਾਨਾਂ ਦੇ ਬੱਚਿਆਂ ਨਾਲ ਦੋਸਤੀ ਸੀ। ਹਾਂ। ਉਹ ਜਦੋਂ ਅਲਾਦੀਨ ਦੇ ਘਰ, ਧੋਬੀਆਂ ਦਾ ਘਰ ਸੀ, ਉਹ ਪੜ੍ਹੇ ਲਿਖੇ ਸੀ, ਮੁਸਲਮਾਨ ਸੀ। ਠੀਕ ਹੈ। ਉਹਨਾਂ ਦੇ ਘਰ ਆ ਕੇ ਉਹ ਬਜ਼ੁਰਗ ਠਹਿਰਦੇ ਸੀ ਨਾ, ਤੇ ਪਿੰਡ ਦੇ ਮੁਸਲਮਾਨ ਜਵਾਨ ਸਾਰੇ, ਉਹਨਾਂ ਦੇ ਪੇਰੈਂਟਸ ਕਹਿੰਦੇ ਸੀ, ਵਾਲਦੈਨ ਕਹਿੰਦੇ ਸੀ ਕਿ ਤੁਸੀਂ ਜਾ ਕੇ ਬਜ਼ੁਰਗਾਂ ਦੇ ਕੋਲ ਥੋੜ੍ਹੀ ਦੇਰ ਬੈਠੋ। ਅੱਛਾ ਜੀ। ਇਹ ਵੀ ਨਾਲ ਗਏ। ਅੱਛਾ ਜੀ। ਤੇ ਉਸ ਬਜ਼ੁਰਗ ਦੀ ਇਹਨਾਂ ਤੇ ਨਜ਼ਰ ਪਈ। ਉਹਨੇ ਪੁੱਛਿਆ ਵੀ ਇਹ ਮੁੰਡਾ ਕੌਣ? ਉਹਨੇ ਕਿਹਾ ਜੀ ਪਿੰਡ ਦੇ ਸਰਦਾਰ ਦਾ ਬੇਟਾ ਹੈ। ਤੇ ਉਹ ਫਿਰ ਦੂਜੇ ਦਿਨ ਤੀਜੇ ਦਿਨ ਗਏ। ਫਿਰ ਉਹ ਉਹਨਾਂ ਤੇ ਅਸਰ ਹੋਇਆ। ਬੜਾ ਬਾਖਲਾਕ ਸੀ ਬੰਦਾ, ਜਿਹੜਾ ਮੁਸਲਮਾਨ ਪੀਰ ਸੀ। ਤੇ ਉਹਦੀ ਨਜ਼ਰ ਪਈ। ਉਹ ਕਹਿੰਦੇ ਨਾ ਕਿ ਨਿਗਾहें ਪੜੀ ਜਾਤੀ ਹੈ ਜ਼ਮਾਨੇ ਕੀ। ਤੇ ਉਹਨਾਂ ਦੇ ਭਾਂਪਿਆ ਜੋ ਵੀ ਕੀਤਾ। ਉਹ ਫਿਰ ਉਹਨੂੰ ਕਹਿਣ ਲੱਗੇ ਤੂੰ ਮੁਸਲਮਾਨ ਹੋ ਜਾ। ਕਲਮਾ ਪੜ੍ਹ ਲਿਆ। ਕਹਾਣੀ ਬੜੀ ਲੰਮੀ ਹੈ। ਉਹਨਾਂ ਦੋਸਤਾਂ ਨੂੰ ਕਹਿ ਕੇ ਦਾ ਸਾਥ ਦਿਓ। ਫਿਰ ਉਹ ਬਾਪ ਉਹਦਾ ਬੜਾ ਸਖਤ ਸੀ ਸਾਡੇ ਪੜਦਾਦੇ ਦਾ, ਉਹਨੇ ਘਰੋਂ ਕੱਢ ਦਿੱਤਾ। ਮੁਸਲਮਾਨਾਂ ਮੁੰਡਿਆਂ ਨੇ ਤੇ ਮੁਸਲਮਾਨਾਂ ਨੇ ਉਹਨਾਂ ਦਾ ਕਾਫੀ ਸਾਥ ਦਿੱਤਾ। ਫਿਰ ਉਹਦੀ ਸ਼ਾਦੀ ਸਾਡੇ ਗਾঁव ਤੋਂ ਕੁਝ ਦੂਰ ਪਿੰਡ ਹੈਗਾ ਸੀ, ਬਾਜਵੇ ਜੱਟ ਸੀ, ਉਹਨਾਂ ਦੀ ਸ਼ਾਦੀ ਕਰਤੀ। ਉਹ ਮਾਲੀ ਲਿਹਾਜ਼ ਨਾਲ ਤਗੜੇ ਬੰਦੇ ਸੀ, ਵੈਸੇ ਬਦਮਾਸ਼ ਟਾਈਪ ਸੀ, ਤਾਂ ਕਿ ਇਹਨਾਂ ਦੀ ਤਾਕਤ ਜਿਹੜੀ ਹੈ ਨਾ ਉਹ ਜ਼ਰਾ ਜ਼ਿਆਦਾ ਹੋ ਜਾਏ। ਠੀਕ ਹੈ। ਉਹ ਖੁੱਲ੍ਹਮ ਖੁੱਲ੍ਹਾ ਉੱਥੇ ਰਹਿਣ ਲੱਗ ਗਿਆ। ਪਿੰਡ 'ਚ ਘਰ ਬਣਾ ਲਿਆ। ਉਸ ਤੋਂ ਬਾਅਦ ਫਿਰ ਅੱਗੇ ਸਾਡੀ ਨਸਲ ਚੱਲ ਪਈ। ਮੇਰੇ ਪੜਦਾਦੇ ਦੇ 6 ਬੇਟੇ ਸੀ। ਅੱਛਾ ਜੀ। 6-7 ਬੇਟੇ ਸੀ। ਠੀਕ ਹੈ। ਸਿੱਖਾਂ ਕੋਲ ਫਿਰ ਸਾਰਾ ਕੁਝ ਜ਼ਬਰਦਸਤੀ ਇਹਨਾਂ ਜ਼ਮੀਨ ਖੋਲੀ ਸੀ। ਯਾਨੀ ਜਿਹੜੀ ਉਹਨਾਂ ਦੀ ਵਿਰਾਸਤ ਸੀ, ਹਾਂ, ਵਿਰਾਸਤ ਸੀ, ਉਹਨਾਂ ਲੈ ਲਈ, ਕਬਜ਼ਾ ਕਰ ਲਿਆ। ਵਿਰਾਸਤ ਜ਼ਬਰਦਸਤੀ ਫਿਰ ਯਾਨੀ ਬਾਅਦ ਅਸੀਂ ਚ ਲੈ ਉਹਨਾਂ ਲਈ। ਤੇ ਇਹ ਕਹਿ ਲਓ ਕਿ ਛਾ ਗਏ, ਔਰ ਉਹ ਕਰੀਅਤ ਦੇ ਵਿੱਚ ਰਹਿ ਗਏ ਤੇ ਡਰਦੇ ਸੀ ਸਾਡੇ ਤੋਂ ਬਹੁਤ ਜ਼ਿਆਦਾ। ਠੀਕ ਹੈ। ਅੱਛਾ, ਇਹ ਦੱਸੋ ਯਾਨੀ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਜਿਹੜਾ ਰੰਧਾਵਾ ਜੱਟਾਂ ਦਾ ਇਹ ਖਾਨਦਾਨ, ਇਹ ਲੜੀ ਸੀ ਰੰਧਾਵਿਆਂ ਦੀ, ਇਹ ਅੱਜ ਤੋਂ ਤਕਰੀਬਨ 100 ਸਾਲ ਪਹਿਲੇ ਮੁਸਲਮਾਨ ਹੋਈ ਹੈ। ਅੰਦਾਜ਼ਾ ਲਾ ਕੇ ਅਸੀਂ ਸੌਖਾ ਜਿਹਾ ਅੰਦਾਜ਼ਾ ਹੈ ਕਿ ਇੰਨੇ ਕੁ ਸਾਲ ਪਹਿਲੇ। ਠੀਕ ਹੈ। ਅੱਛਾ, ਇਹ ਦੱਸੋ ਰੰਧਾਵਿਆਂ ਦੇ ਜਿਹੜੇ ਘਰ ਉੱਥੇ ਬੈਠੇ ਸੀ ਜੱਟਾਂ ਦੇ ਜਾਂ ਮੁਸਲਮਾਨਾਂ ਦੇ ਜਿਹੜੇ ਘਰ ਸੀ ਕੁੜੀ ਵਿਲਾ ਦੇ ਵਿੱਚ, ਇਹਨਾਂ ਚੋਂ ਮਸ਼ਹੂਰ ਬੰਦੇ ਕਿਹੜੇ ਸੀ? ਉਹਨਾਂ ਚੋਂ ਜ਼ਿਆਦਾ ਤੇ ਮੇਰੇ ਦਾਦਾ ਜੀ ਸੀ। ਇਹ ਮੁਸਲਮਾਨਾਂ ਦੀ ਤਰਫੋਂ ਨੰਬਰਦਾਰ ਸੀ। ਇਹਨਾਂ ਦਾ ਨਾਂ ਤੁਸੀਂ ਪਹਿਲਾਂ ਦੱਸ ਚੁੱਕੇ ਸੀ, ਪੀਰ ਬਖਸ਼। ਤੇ ਆਮ ਪੀਰੂ ਵੀ ਕਹਿ ਲੈਂਦੇ ਸੀ। ਠੀਕ ਹੈ ਜੀ। ਤੇ ਉਧਰ ਪੀਰੂ ਰੰਧਾਵਾ, ਉਧਰ ਉਹਨਾਂ ਦੇ ਸਿੱਖਾਂ ਦੇ ਨਾਂ ਕਿਸੇ ਦਾ ਬਹਾਦਰ ਸਿੰਘ ਸੀ, ਕਿਸੇ ਦਾ ਕੁਛ ਸੀ, ਮੈਨੂੰ ਇੰਨਾ ਅੱਛੀ ਤਰ੍ਹਾਂ ਉਹਨਾਂ ਦਾ ਯਾਦ ਨਹੀਂ। ਘਰਾਂ ਦਾ ਮੈਨੂੰ ਪਤਾ ਉਹਨਾਂ ਦੇ ਨਕਸ਼ੇ ਦਾ। ਠੀਕ ਹੈ। ਅੱਛਾ, ਉਹ ਪਿੰਡ ਵਿੱਚ ਅਗਰ ਅਸੀਂ ਆਬਾਦੀ ਦਾ ਹਿਸਾਬ ਕਰੀਏ ਤੇ ਕਿੰਨੇ ਹਿੱਸੇ ਮੁਸਲਮਾਨ ਸੀ ਤੇ ਕਿੰਨੇ ਹਿੱਸੇ ਜਿਹੜੇ ਤਕਰੀਬਨ 50-50 ਸੀ, ਹਾਫ ਅੱਧਾ। ਯਾਨੀ ਸਿੱਖ ਵੀ ਅੱਧੇ ਸਿੱਖ ਸੀ, ਅੱਧੇ ਮੁਸਲਮਾਨ ਸੀ। ਕੁਝ ਕੌਮਾਂ ਹੋਰ ਵੀ ਸੀ, ਮੋਚੀ, ਜੁਲਾਏ, ਧੋਬੀ, ਇਸ ਤਰ੍ਹਾਂ ਦੇ ਸੀ, ਲੇਕਿਨ ਸਿੱਖ ਸਾਰੇ ਜਿਹੜੇ ਸੀ ਨਾ ਜ਼ਿਆਦਾ ਸਾਊਂਡ ਸੀ। ਅੱਛਾ, ਇਹ ਜਿਹੜੇ ਘਰ ਉੱਥੇ ਬੈਠੇ ਸੀ, ਜ਼ਿਮੀਂਦਾਰ ਵੱਡੇ ਘਰ, ਮਸ਼ਹੂਰ ਘਰ, ਖਾਂਦੇ ਪੀਂਦੇ ਘਰ, ਇਹ ਸਾਰੇ ਜ਼ਿਮੀਂਦਾਰਾਂ ਦੇ ਘਰ ਸੀ ਔਰ ਰੰਧਾਵਿਆਂ ਦੇ ਘਰ ਸੀ? ਸਾਡੇ ਸੀ, ਬਿਲਕੁਲ।
ਉਹ ਸਾਡੇ ਘਰ ਸੀ ਜਾਂ ਉਹ ਸਿੱਖ ਕੁਝ ਹਿੱਸਾ ਸਿੱਖਾਂ ਦਾ ਸੀ, ਉਹ ਕੁਝ ਉਹਨਾਂ ਦੇ ਸੀ, ਕੁਝ ਸਾਡੇ ਸੀ। ਕੁੜੀ ਵਿਲਾ ਪਿੰਡ ਵਿੱਚ ਦੋਵੇਂ ਧਿਰਾਂ ਸਿੱਖ ਮੁਸਲਮਾਨ ਜਿਹੜੇ ਵੀ ਸਨ ਉਹ ਸਾਰੇ ਜ਼ਿਆਦਾਤਰ ਰੰਧਾਵੇ ਜੱਟ ਸਨ। ਪਹਿਲੇ ਨਹੀਂ ਰੰਧਾਵੇ ਨਹੀਂ ਸੀ, ਹੋਰ ਵੀ ਜੱਟ ਹੈਗੇ ਸੀ। ਹੋਰ ਵੀ ਜੱਟ ਹੈ ਸਨ? ਹਾਂਜੀ, ਹੋਰ ਵੀ ਜੱਟ ਹੈ ਸੀ। ਲੇਕਿਨ ਫਿਰ ਮੁਸਲਮਾਨ ਹੋਣ ਤੋਂ ਬਾਅਦ ਨਾ ਮੇਰੇ ਵਾਲਿਦ ਨੂੰ ਮੇਰੇ ਦਾਦਾ ਨੇ ਨਾ ਚੀਨ ਭੇਜ ਦਿੱਤਾ ਸੀ। ਅੱਛਾ ਜੀ। ਤਾਂ ਕਿ ਮਿਹਨਤ ਮੁਸ਼ੱਕਤ ਕਰੇ, ਪੈਸਾ ਕਮਾਵੇ ਔਰ ਜ਼ਮੀਨ ਅਸੀਂ ਹੋਰ ਲਈਏ। ਅੱਛਾ ਜੀ। ਫਿਰ 4-5 ਸਾਲ ਉੱਧਰ ਹੈ। ਉਸ ਤੋਂ ਬਾਅਦ ਇਹ ਮਿਹਨਤੀ ਬੰਦਾ ਸੀ ਮੇਰਾ ਵਾਲਿਦ, ਇਹਦੇ ਬਗੈਰ ਕੰਮ ਨਹੀਂ ਚੱਲਦਾ। ਉਹਨੂੰ ਫਿਰ ਇੱਥੇ ਰੱਖ ਲਿਆ ਅਤੇ ਛੋਟੇ ਭਾਈ ਮੇਰੇ ਚਾਚੇ ਨੂੰ ਉੱਧਰ ਭੇਜਤਾ, ਜਿਹੜਾ ਕਿ ਸਾਰੀ ਉਮਰ ਹੀ ਉੱਧਰ ਰਿਹਾ, ਚੀਨ ਦੇ ਵਿੱਚ। ਚੀਨ ਦੇ ਵਿੱਚ। ਵਾਹ ਜੀ ਵਾਹ, ਵਾਹ ਜੀ ਵਾਹ। ਫਿਰ ਜ਼ਮੀਨ ਅਸੀਂ ਹੋਰ ਕਾਫੀ ਖਰੀਦ ਲਈ ਸੀ, ਕੋਈ ਗਹਿਣੇ ਲੈ ਲਈ, ਕੋਈ ਗਿਰਵੀ ਲੈ ਲਈ, ਕੋਈ ਇਸ ਤਰ੍ਹਾਂ ਕਾਫੀ ਰਕਬਾ ਕਾਫੀ ਐਸੀ ਤੇ ਕਾਫੀ ਜਗ੍ਹਾ 'ਤੇ ਸੀ। ਅੱਛਾ ਜੀ। ਫਿਰ ਉਹ ਸਿੱਖਾਂ ਦਾ ਇਹ ਸੀ ਕਿ ਉਹਨਾਂ ਨਾਲ ਸੁਲਹ ਸਲਾਹ ਹੋ ਗਈ। ਹਾਂ ਉਹ ਮਤਲਬ ਭਾਈਚਾਰਾ ਕਾਇਮ ਹੋ ਗਿਆ, ਕਿਉਂਕਿ ਉਹ ਪਿਛਲੀਆਂ ਨਸਲਾਂ 2-3 ਨਸਲਾਂ ਪਿੱਛੇ ਰਹਿ ਗਈਆਂ। ਹਾਂਜੀ। ਹਾਲਾਤ ਅੱਗੇ ਆ ਗਏ। ਹਾਲਾਤ ਅੱਗੇ ਆ ਗਏ, ਉਹਨਾਂ ਨੂੰ ਪਤਾ ਸੀ ਕਿ ਪਾਵਰਫੁਲ ਹੈ ਸਾਡੇ ਨਾਲੋਂ, ਸਾਡੇ ਅੱਗੇ ਬੋਲਦੇ ਬਾਲਦੇ ਨਹੀਂ ਸੀ, ਮਤਲਬ ਸੁਲਹ ਸਫਾਈ ਨਾਲ ਰਹਿੰਦੇ ਸੀ, ਅੱਛੇ ਤਰੀਕੇ ਨਾਲ ਰਹਿੰਦੇ ਸੀ। ਉਹਨਾਂ ਦੀਆਂ ਔਰਤਾਂ ਬੱਚਿਆਂ ਦਾ ਸਾਡਾ ਘਰਾਂ 'ਚ ਆਉਣਾ ਜਾਣਾ ਸੀ ਆਪਸ ਵਿੱਚ ਦੀ। ਫਿਰ 47 ਦੇ ਵਿੱਚ ਜਦੋਂ ਇਨਕਲਾਬ ਦਾ ਸਿਲਸਿਲਾ ਸ਼ੁਰੂ ਹੋਇਆ ਨਾ, ਉਦੋਂ ਮਿਲਟਰੀ ਜਾਂ ਕੁਝ ਬੰਦੇ ਕਾਇਦੇ ਆਜ਼ਮ ਦੇ, ਮੈਨੂੰ ਨਹੀਂ ਪਤਾ ਇਸ ਚੀਜ਼ ਦਾ, ਲੇਕਿਨ ਉਹ ਲੈਣ ਵਾਸਤੇ ਵੀ ਗਏ ਕਿ ਤੁਸੀਂ ਆ ਜਾਓ, ਹਾਲਾਤ ਖਰਾਬ ਹੈ, ਜਦੋਂ ਪਾਕਿਸਤਾਨ ਦਾ ਐਲਾਨ ਹੋਇਆ। ਲੇਕਿਨ ਉਹ ਸਾਡੇ ਬੰਦੇ ਜਿਹੜੇ ਸੀ ਨਾ, ਇਹ ਕਹਿ ਲਓ ਕਿ ਲਿਟਰੇਟ ਕਹਿ ਲਓ ਜਾਂ ਜੱਡ ਸੀ ਜਾਂ ਜੋ ਵੀ ਸੀ, ਉਹ ਕਹਿੰਦੇ ਕੋਈ ਕਿਸੇ ਦੀ ਹਿੰਮਤ ਹੈ ਕਿ ਸਾਨੂੰ ਇੱਥੋਂ ਪਿੰਡ 'ਚੋਂ ਕੱਢ ਜਾਵੇ, ਅਸੀਂ ਨਹੀਂ ਜਾਣਾ। ਅੱਛਾ, ਇੱਥੋਂ ਗੱਲ ਅੱਗੇ ਟੋਰਾਂਗੇ। ਉਦੋਂ ਪਹਿਲੇ ਸਾਨੂੰ ਇਹ ਦੱਸੋ ਵੀ ਪਿੰਡ ਵਿੱਚ ਸਕੂਲ ਹੈ ਸੀ ਉਸ ਦੌਰ 'ਚ? ਸਕੂਲ ਹੈ ਸੀ। ਕਿੰਨੀਆਂ ਜਮਾਤਾਂ ਤੱਕ? ਪ੍ਰਾਇਮਰੀ ਜਮਾਤ। ਮੁਸਲਮਾਨਾਂ ਵਿੱਚ ਪੜ੍ਹਨ ਦਾ ਰਿਵਾਜ ਕਿੰਨਾ ਕੁ ਸੀ? ਮੁਸਲਮਾਨਾਂ ਦੇ ਵਿੱਚ ਬਹੁਤ ਘੱਟ ਰਿਵਾਜ ਸੀ, ਸਿੱਖਾਂ ਦੇ ਬੱਚੇ ਪੜ੍ਹਦੇ ਸੀ ਜ਼ਿਆਦਾ। ਮੁਸਲਮਾਨ ਸ਼ਾਜ਼ੋ ਨਾਜ਼ਰੀ ਕੋਈ ਬੱਚਾ ਆਇਆ ਸੀ ਪੜ੍ਹਦਾ, ਕਿਉਂਕਿ ਮੈਨੂੰ ਜਿੱਥੋਂ ਤੱਕ ਮੇਰੀ ਦਾਨਿਸ਼ ਦੇ ਬੱਚੇ, ਮੈਂ ਵੀ ਉਸ ਵੇਲੇ ਬੱਚਾ ਸੀ, ਕੋਈ ਬੱਚਾ ਸਕੂਲੇ ਨਹੀਂ। ਵੈਸੇ ਮੈਂ ਇੱਕ ਅੱਧੀ ਵਾਰੀ ਉਸ ਸਕੂਲ 'ਚ ਵੀ ਗਿਆ। ਅੱਛਾ ਜੀ। ਹਾਂਜੀ, ਉਹ ਮੈਂ ਦੇਖਿਆ ਸਕੂਲ, ਮਤਲਬ ਲਵੇ ਸੜਕ ਸੀ, ਉਹ ਸਕੂਲ ਮੈਂ ਦੇਖਿਆ। ਅਤੇ ਸਿੱਖਾਂ ਦੇ ਜਾਂ ਆਸੇ ਪਾਸੇ ਪਿੰਡਾਂ ਦੇ ਮੁੰਡੇ ਜਿਹੜੇ ਸੀ ਉਹ ਜ਼ਿਆਦਾ ਹੁੰਦੇ ਸੀ। ਅੱਛਾ ਜੀ। ਅਤੇ ਮੁਸਲਮਾਨਾਂ ਦੇ ਘੱਟ ਸੀ। ਮੁਸਲਮਾਨਾਂ ਦੇ ਘੱਟ ਮੁੰਡੇ ਆਉਂਦੇ ਸੀ। ਠੀਕ ਹੈ। ਇਹ ਦੱਸੋ ਸਾਨੂੰ, ਪਿੰਡ ਵਿੱਚ ਮਸਜਿਦ ਕਿਹੜੀ ਥਾਂ 'ਤੇ ਸੀ? ਮਸਜਿਦ ਸਾਡੇ ਘਰਾਂ ਤੋਂ ਇੰਨੀ ਦੂਰ, ਜਿਵੇਂ ਚੈੱਕ ਪੋਸਟ ਹੈ ਨਾ ਰਨਵੇ ਵਾਲੀ, ਠੀਕ ਹੈ, ਤਕਰੀਬਨ ਕੋਈ 300 ਮੀਟਰ 400 ਮੀਟਰ ਇੰਨੇ ਦੂਰ ਸੀ, ਲੇਕਿਨ ਉਹ ਬਹੁਤ ਉੱਚੀ ਜਗ੍ਹਾ 'ਤੇ ਸੀ। ਠੀਕ ਹੈ। ਉਹਦੇ ਲਾਗੇ ਇੱਕ ਬਹੁਤ ਵੱਡਾ ਛੱਪੜ ਸੀ। ਅੱਛਾ ਜੀ। ਅਤੇ ਉਹ ਮਸਜਿਦ ਕਾਫੀ, ਮੈਨੂੰ ਅਜੇ ਤੱਕ ਉਹਦੀ ਮੰਡੇਰ ਵਗੈਰਾ ਸਾਰਾ ਕੁਝ ਯਾਦ ਹੈ। ਬੜੀ ਉੱਚੀ ਬਣਾਈ ਸੀ, ਜਿੰਨੀ ਵੀ ਉੱਚੀ ਤੁਸੀਂ ਕਹਿ ਲਓ। ਹਾਂ, ਕਾਫੀ ਉੱਚੀ ਜਗ੍ਹਾ 'ਤੇ ਬਣੀ ਸੀ ਤਾਂ ਕਿ ਪਾਣੀ ਪੂਣੀ ਕਿਸੇ ਪਾਸੇ ਉਹਦੇ 'ਤੇ ਅਸਰ ਨਾ ਕਰੇ। ਉਹ ਫਿਰ ਉਹਦੇ ਉੱਤੋਂ ਦੀ ਰਸਤਾ ਸੀ ਮੰਡੇਰ ਦੇ ਉੱਤੋਂ ਟੱਪ ਕੇ ਅੱਗੇ ਫਿਰ ਸਿੱਖਾਂ ਦੇ ਘਰ ਸੀ ਸਾਰੇ। ਕੁਝ ਰਾਜਪੂਤ ਮੁਸਲਮਾਨ ਵੀ ਹੈਗੇ ਸੀ ਅਤੇ ਸਿੱਖ ਵੀ ਸੀ। ਜ਼ਿਆਦਾ ਜਿਹੜੇ ਟਾਪ ਦੇ ਸਿੱਖ ਸੀ ਉਹ ਉੱਧਰ ਹੀ ਰਹਿੰਦੇ ਸੀ ਉਸ ਸਾਈਡ 'ਤੇ। ਮੁਸਲਮਾਨ ਜਿਹੜੇ ਸੀ ਉਹ ਸਾਡੇ ਮਹੱਲੇ ਰਹਿੰਦੇ ਸੀ। ਅੱਛਾ, ਠੀਕ ਹੈ। ਉਸ ਮਸਜਿਦ ਤੋਂ ਗੁਰਦੁਆਰਾ ਕਿੰਨੀ ਕੁ ਦੂਰ ਸੀ? ਗੁਰਦੁਆਰਾ ਮੈਂ ਨਹੀਂ ਦੇਖਿਆ, ਔਰ ਮੇਰਾ ਖਿਆਲ ਹੈ ਗੁਰਦੁਆਰਾ ਉੱਥੇ, ਮੇਰਾ ਖਿਆਲ ਹੈ ਕਿ ਨਹੀਂ ਸੀ, ਜਾਂ ਮੈਂ ਨਹੀਂ ਦੇਖਿਆ। ਠੀਕ ਹੈ, ਨਾ ਮੈਨੂੰ ਉਹਦੇ ਬਾਰੇ 'ਚ ਪਤਾ। ਹੁਣ ਆਪਾਂ ਆਪਸੀ ਤਾਲੁਕਾਤ ਦੀ ਗੱਲ ਕਰੀਏ ਤੇ ਆਪਸੀ ਤਾਲੁਕਾਤ, ਜਿਵੇਂ ਤੁਸੀਂ ਦੱਸਿਆ ਕਿ ਉਸ ਦੌਰ ਦੇ ਵਿੱਚ ਪਰ ਬਾਅਦ 'ਚ ਨਾਰਮਲ ਹੋ ਗਏ ਹਾਲਾਤ, ਤੇ ਆਪਸ ਘਰਾਂ 'ਚ ਆਣਾ ਜਾਣਾ ਵੀ ਸੀ। ਕੀ ਇੱਕ ਦੂਜੇ ਦੇ ਸ਼ਾਦੀ ਵਿਆਹਾਂ ਤੇ ਖੁਸ਼ੀ ਗਮੀ ਤੇ ਆਂਦੇ ਜਾਂਦੇ ਸੀ ਲੋਕ? ਜਾਂਦੇ ਸੀ। ਮਤਲਬ ਕਿਸੇ ਦੀ ਸਿੱਖ ਦੀ ਸ਼ਾਦੀ ਹੁੰਦੀ ਸੀ, ਉੱਥੇ ਇਨਵਾਈਟ ਕਰਦੇ ਸੀ, ਉਹ ਸਾਡੇ ਵੀ ਜਾਂਦੇ ਸੀ, ਉਹ ਵੀ ਆਉਂਦੇ ਸੀ। ਮਤਲਬ ਮੇਰੇ ਵੱਡੇ ਭਾਈ ਦੀ ਸ਼ਾਦੀ ਜਿਹੜੀ ਨਾ ਪਾਰਟੀਸ਼ਨ ਤੋਂ ਜਾਂ ਪਿੰਡ ਉਜੜਨ ਤੋਂ ਹਫ਼ਤਾ ਪਹਿਲੇ ਹੋਈ ਸੀ। ਅੱਛਾ, ਐਵੇਂ 8-10 ਦਿਨ ਪਹਿਲੇ? 8-10 ਦਿਨ ਪਹਿਲੇ। ਔਰ ਹੜਿਆਰੇ ਦੇ ਲਾਗੇ ਚੀਮਾ, ਚਹਿਲ ਚੀਮੇ ਪਿੰਡ ਹੈ ਇੱਕ ਛੋਟਾ। ਦੋ ਚੀਮੇ, ਇੱਕ ਵੱਡਾ ਚੀਮਾ, ਇੱਕ ਛੋਟੇ ਚੀਮਿਆਂ ਦੇ ਵਿੱਚ ਚੀਮਿਆਂ ਦੇ ਘਰ ਹੋਈ ਸੀ। ਅੱਛਾ ਜੀ। ਅਤੇ ਉਹ ਵਿਆਹ ਕੇ ਇੱਥੋਂ ਹੀ ਅਸੀਂ ਬਰਾਤ ਖੜੀ, ਸਿੱਖ ਵੀ ਆਏ ਬਰਾਤ ਦੇ ਨਾਲ, ਸਾਰੇ ਆਏ ਸੀ। ਵਾਹ ਜੀ ਵਾਹ। ਘੋੜਿਆਂ ਕਾੜਿਆਂ 'ਤੇ ਇਸ ਤਰ੍ਹਾਂ ਮੈਨੂੰ ਯਾਦ ਹੈ। ਠੀਕ ਹੈ, ਯਾਨੀ ਆਪਸ 'ਚ ਮਿਲਣ ਵਰਤਣ ਮਿਲਣ ਵਰਤਣ ਆਇਆ ਸੀ, ਕਾਫੀ ਮਿਲਣ ਵਰਤਣ ਸੀ। ਮਰਗ 'ਤੇ ਇੱਕ ਦੂਜੇ ਦੇ ਜਾਣਾ, ਜੋ ਵੀ ਕਰਨਾ, ਆਉਣਾ ਜਾਣਾ ਆਇਆ ਸੀ ਸਾਰਿਆਂ ਦਾ ਆਪਸ ਵਿੱਚ। ਖਾਸ ਕਰ ਔਰਤਾਂ ਦਾ ਬਹੁਤ ਜ਼ਿਆਦਾ ਸੀ। ਉਹਨਾਂ ਦੀਆਂ ਔਰਤਾਂ ਸਾਰਾ ਦਿਨ, ਸਾਡੇ ਘਰ ਇੱਕ ਬਹੁਤ ਵੱਡਾ ਹਵੇਲੀ ਦੇ ਵਿੱਚ ਪਿੱਪਲ ਸੀ, ਉਹ ਸਾਰਾ ਦਿਨ ਆ ਕੇ ਉੱਥੇ ਅੰਮਾ ਉਹਨਾਂ ਕੋਲ ਬੈਠੀਆਂ ਰਹਿੰਦੀਆਂ ਸੀ। ਅਤੇ ਫਿਰ ਅੱਗੇ ਉਹਨਾਂ ਨੇ ਸਾਨੂੰ ਉਹ ਹੀ ਆ ਕੇ ਦੱਸਦੀਆਂ ਸੀ ਕਿ ਸਾਡੇ ਬੰਦਿਆਂ ਦੇ ਇਰਾਦੇ ਕੁਝ ਠੀਕ ਨਹੀਂ ਹੈਗੇ। ਉਹ ਔਰਤਾਂ ਨੇ ਆ ਕੇ ਦੱਸਣਾ? ਔਰਤਾਂ ਆ ਕੇ ਦੱਸਦੀਆਂ ਸੀ। ਅਤੇ
ਲੇਕਿਨ ਸਾਡੀਆਂ ਔਰਤਾਂ ਅਗਰ ਮਰਦਾਂ ਨਾਲ ਜ਼ਿਕਰ ਕਰਦੀਆਂ ਤੇ ਉਹ ਕੇਅਰ ਨਹੀਂ ਸੀ ਕਰਦੇ ਬਿਲਕੁਲ ਕਿਸੇ ਕਿਸਮ ਦੀ ਵੀ। ਅੱਛਾ ਜੀ। ਉਹ ਕਹਿੰਦੇ ਅੱਛਾ। ਸੀ ਕਿ ਇਹਨਾਂ ਦੀ ਕੀ ਜ਼ਰੂਰਤ ਹੈ ਸਾਨੂੰ, ਮਤਲਬ ਸਿੱਖਾ ਜਾਣ ਕੁਝ, ਲੇਕਿਨ ਉਹ ਅੰਦਰੋਂ ਜਿਹੜੇ ਸੀ ਗਰਜ ਰੱਖਦੇ ਸੀ ਸਾਡੇ ਨਾਲ। ਠੀਕ ਹੈ। ਅੱਛਾ, ਹੁਣ ਆਪਾਂ ਚੂੰਕਿ ਤੁਹਾਡੀ ਉਮਰ ਵੀ ਉਸੇ ਬਾਹਲੀ ਨਹੀਂ ਸੀ, ਮੈਂ ਇਸ ਪਰੋਂ ਬਹੁਤ ਜ਼ਿਆਦਾ ਉੱਥੋਂ ਦੀ ਜਿਹੜੀ ਉਹ ਸੁਸਾਇਟੀ ਸੀ ਜਾਂ ਰਹਿਣ ਸਹਿਣ ਸੀ ਉਹਦੇ ਬਾਰੇ ਸਵਾਲ ਤੁਹਾਨੂੰ ਨਹੀਂ ਕਰਾਂਗਾ। ਜਿਹੜੀਆਂ ਚੀਜ਼ਾਂ ਤੁਹਾਨੂੰ ਯਾਦ ਰਹਿ ਗਈਆਂ ਔਰ ਜਿਵੇਂ ਤੁਸੀਂ ਸਾਨੂੰ ਦੱਸੀਆਂ ਕਿ ਅੱਜ ਵੀ ਉਹ ਫਿਲਮ ਤਰ੍ਹਾਂ ਤੁਹਾਡੇ ਜ਼ਿਹਨ 'ਚ ਚੱਲਦੀਆਂ ਨੇ, ਔਰ ਹਰ ਰਾਤ ਜਦੋਂ ਤੁਸੀਂ ਸੌਣ ਵਾਸਤੇ ਲੰਮੇ ਪੈਂਦੇ ਹੋ ਤਾਂ ਉਹ ਫਿਲਮ ਚੱਲਣੀ ਸ਼ੁਰੂ ਹੋ ਜਾਂਦੀ ਹੈ ਔਰ ਤੁਸੀਂ ਕਹਿੰਦੇ ਹੋ ਕਿ ਪੂਰੀ ਰਾਤ ਤੁਹਾਨੂੰ ਨੀਂਦਰ ਨਹੀਂ ਪੈਂਦੀ। ਇਹ ਦੱਸੋ, ਜਦੋਂ ਵੰਡ ਦੇ ਹਾਲਾਤ ਬਣੇ ਔਰ ਤੁਸੀਂ ਦੱਸਿਆ ਕਿ ਪਾਕਿਸਤਾਨ ਦੀ ਜਾਂ ਉਸ ਵੇਲੇ ਬਲੋਚ ਮਿਲਟਰੀ ਸੀ, ਜੀ ਪਾਕਿਸਤਾਨ ਦੀ ਪਹਿਲੀ ਰੈਜੀਮੈਂਟ ਕਹਿ ਲਓ, ਜੀ ਉਹ ਲੋਕ ਜਾਂਦੇ ਸੀ ਤੁਹਾਨੂੰ ਲੈਣ ਵਾਸਤੇ ਤੇ ਤੁਹਾਡੇ ਵੜ ਕੇ ਕਹਿੰਦੇ ਸੀ ਵੀ ਅਸੀਂ ਨਹੀਂ ਜਾਣਾ, ਸਾਨੂੰ ਕੌਣ ਇੱਥੋਂ ਉਠਾ ਸਕਦਾ ਹੈ? ਉਠਾ ਸਕਦਾ। ਫਿਰ ਉਸ ਤੋਂ ਬਾਅਦ ਕੀ ਹਾਲਾਤ ਬਣੇ? ਉਸ ਤੋਂ ਬਾਅਦ ਹੋਇਆ ਕਿ ਜਿੱਥੋਂ ਤੱਕ ਮੈਨੂੰ ਯਾਦ ਹੈ ਇੱਕ ਰਾਤ ਬਹੁਤ ਜ਼ਿਆਦਾ ਗਰਮੀ ਸੀ। ਇਤਨੀ ਜ਼ਿਆਦਾ ਸ਼ਿੱਦਤ ਦੀ ਗਰਮੀ ਸੀ ਕਿ ਮੇਰੀ ਅੰਮਾ ਜਿਹੜੀ ਮੈਨੂੰ ਪੱਖਾ, ਉਹ ਹੱਥ ਵਾਲਾ ਪੱਖਾ ਚੱਲ ਰਹੀ ਸੀ। ਠੀਕ ਹੈ। ਫਿਰ ਨੀਂਦ ਆ ਗਈ, ਸਵੇਰ ਉੱਠੇ, ਸਵੇਰ ਸੂਰਜ ਫੁੱਲ ਮਤਲਬ ਆਪਣੇ ਹੈ ਸੀ ਜੋਬਨ ਤੇ। ਅੱਛਾ ਜੀ। ਉਹਨੇ ਮਤਲਬ ਜਿੱਥੇ ਵੀ ਗਰਮੀ ਕਹਿ ਲਓ ਬਹੁਤ ਜ਼ਿਆਦਾ। ਠੀਕ ਹੈ। ਮਵੈਸ਼ੀ ਜਿਹੜੇ ਉਹ ਹਾਂਪ ਰਿਹਾ ਸੀ। ਅੱਛਾ ਜੀ। ਹਵੇਲੀ ਦੇ ਵਿੱਚ ਬੱਧੇ ਸੀ, ਮਤਲਬ ਉਹਨਾਂ ਦੇ ਉੱਤੇ ਪਾਣੀ ਪੂਣੀ ਛਿੜਕਾਉਂਦੇ ਸੀ, ਸਾਡੇ ਉੱਤੇ ਪਾਣੀ ਅੰਮਾ ਪਾਉਂਦੀ ਸੀ। ਅੱਛਾ ਜੀ। ਹਾਂ, ਬਹੁਤ ਜ਼ਿਆਦਾ ਗਰਮੀ ਸੀ। ਫਿਰ ਸਾਰੇ ਕਹਿਣ ਲੱਗੇ ਦੁਆਵਾਂ ਕਰੋ ਕਿ ਬਾਰਿਸ਼ ਹੋ ਜਾਵੇ। ਅੱਛਾ ਜੀ। ਲੇਕਿਨ ਦੁਪਹਿਰ ਦੇ ਵਕਤ ਬੱਦਲ ਜਿਹਾ ਚੜ੍ਹੇ। ਬੱਦਲ ਥੋੜ੍ਹੇ ਜਿਹੇ ਆਸਤਾ ਉਹ ਗਹਿਰੇ ਹੋ ਗਏ। ਅੱਛਾ ਜੀ। ਪਹਿਲੇ ਬੂੰਦਾਬਾਂਦੀ ਹੋਈ, ਉਸ ਤੋਂ ਬਾਅਦ ਫੁੱਲ ਬਾਰਿਸ਼ ਸ਼ੁਰੂ ਹੋ ਗਈ। ਠੀਕ ਹੈ। ਉਹ ਬਾਰਿਸ਼ ਜਿਹੜੀ ਨਾ 2-3 ਘੰਟੇ ਰਹੀ ਹੈ। ਅੱਛਾ ਜੀ। ਯਾਨੀ ਜ਼ੋਰ ਤੋਂ ਪਹਿਲੇ ਸ਼ੁਰੂ ਹੋਈ ਹੈ ਤੇ ਅਸਰ ਦੀ ਨਮਾਜ਼ ਦੇ ਵਕਤ ਤਕਰੀਬਨ ਉਹ ਬੰਦ ਹੋਈ ਹੈ। ਡੀਗਰ ਤੱਕ ਉਹ ਬਾਰਿਸ਼ ਹੁੰਦੀ ਰਹੀ? ਦੀਗਰ ਤੋਂ ਥੋੜਾ ਜਿਹਾ ਪਹਿਲੇ ਬੰਦ ਹੋਈ। ਠੀਕ ਹੈ। ਬੰਦਿਆਂ ਨੇ ਸਾਰੇ ਕੱਪੜੇ ਲਾਏ ਸੀ। ਹਾਂ ਆਪਣੇ ਜਿਸ ਤਰ੍ਹਾਂ ਬਾਰਿਸ਼ ਦੇ ਵਿੱਚ ਹੁੰਦਾ ਸਿਲਸਿਲਾ, ਬਿਲਕੁਲ ਗਰਮੀ ਦੇ ਸਤਾਏ ਸੀ। ਹਾਂ। ਔਰ ਜਦੋਂ ਬਾਰਿਸ਼ ਹੋ ਰਹੀ ਸੀ ਤੇ ਮੈਨੂੰ ਵੀ ਅੰਮਾ ਨੇ ਕਿਹਾ ਕਿ ਤੂੰ ਗਲੀ ਜਾ ਕੇ ਨਹਾ ਬੱਚਿਆਂ ਦੇ ਨਾਲ। ਠੀਕ ਹੈ। ਨਹਾਉਂਦਾ ਰਿਹਾ। ਫਿਰ ਜਦੋਂ ਬਾਰਿਸ਼ ਹਟੀ ਹੈ, ਵਾਲਦਾ ਨੇ ਅਸਰੇ ਬਾਜ਼ੂ ਪਕੜਿਆ ਮੇਰਾ, ਪਕੜ ਕੇ ਘਰ ਲੈ ਆਈ। ਘਰ ਲਿਆ ਕੇ ਤੇ ਕੱਪੜੇ ਲਾ ਕੇ ਸੁੱਕੇ ਕੱਪੜੇ ਪਹਿਨਾਏ। ਅੱਛਾ ਜੀ। ਫਿਰ ਉਹ ਪਿੰਡ ਦੇ ਵਿੱਚ ਅਕਸਰ ਇਹ ਹੁੰਦਾ ਕਿ ਐਸੇ ਮੌਸਮ ਦੇ ਵਿੱਚ ਨਾ ਉਹ ਕੋਈ ਮਿੱਠੀਆਂ ਚੀਜ਼ਾਂ, ਪਕਵਾਨ ਜਾਂ ਡਿਫਰੈਂਟ ਚੀਜ਼ਾਂ ਜਿਹੜੀਆਂ ਉਹ ਪਕਾਉਂਦੇ ਆ। ਬਿਲਕੁਲ ਠੀਕ ਹੈ। ਕੋਈ ਪੂੜੇ ਪਕਾਉਣ ਦੀ ਤਿਆਰੀ ਕਰ ਰਿਹਾ ਸੀ, ਕੋਈ ਖੀਰ ਬਣਾ ਚੁੱਕਿਆ ਸੀ, ਕੋਈ ਬਣਾ ਰਿਹਾ ਸੀ। ਤੇ ਥੋੜੀ ਦੇਰ ਬਾਅਦ ਨਾ ਮੈਨੂੰ ਯਾਦ ਹੈ ਮੌਸਮ ਜ਼ਰਾ ਗਿੱਲਾ ਹੀ ਸੀ। ਠੀਕ ਹੈ। ਤੇ ਕੁਝ ਬੰਦੇ ਬਾਹਰੋਂ ਭੱਜੇ ਹੋਏ ਆਏ ਸਾਡੇ, ਜਿਨ੍ਹਾਂ 'ਚ ਮੇਰਾ ਵੱਡਾ ਭਾਈ ਵੀ ਸੀ। ਅੱਛਾ ਜੀ। ਉਹ ਕਹਿਣ ਲੱਗਿਆ ਕਿ ਜਿਹੜੇ ਨਾ ਪਿੰਡ 'ਤੇ ਹਮਲਾ ਹੋ ਗਿਆ। ਅੱਛਾ। ਤੇ ਸਾਡੇ ਘਰ ਦੀਆਂ ਵਿੱਚ ਔਰਤਾਂ ਮਹੱਲੇ ਦੀਆਂ ਅਕਸਰ ਮੇਰੀ ਅੰਮਾ ਕੋਲ ਆ ਕੇ ਬੈਠੀਆਂ ਰਹਿੰਦੀਆਂ ਸੀ। ਉਹ ਆਸੇ-ਪਾਸੇ ਦੀਆਂ ਬੁੜੀਆਂ ਇਕੱਠੀਆਂ ਹੋਈਆਂ, ਕੁਝ ਇਹਨਾਂ ਦੀ ਪਹਿਲੇ ਵੱਡਿਆਂ ਦੀ ਵੈਸੇ ਹੀ ਪਲਾਨਿੰਗ ਹੋਵੇਗੀ। ਹਾਂ। ਇਹ ਅੰਮਾ ਕੁਝ ਬੁੜੀਆਂ ਲੈ ਕੇ ਕੋਠੇ 'ਤੇ ਚੜੀ ਵੀ ਵੇਖਦੇ, ਸਾਡੇ ਘਰ ਬਿਲਕੁਲ ਬਾਹਰ ਸੀ। ਠੀਕ ਹੈ। ਔਰ ਉਸੇ ਸਾਈਡ ਤੋਂ ਹਮਲਾਵਰ ਹੋਏ ਦਾਖਲ। ਅੱਛਾ। ਕਿਉਂਕਿ ਨਿਸ਼ਾਨਾ ਸਾਡਾ ਘਰ ਹੀ ਸੀ। ਵੱਡਾ ਸਿਰ ਕੱਢਵਾਂ ਘਰ ਤੁਹਾਡਾ ਹੀ ਸੀ ਜੀ, ਔਰ ਨਿਸ਼ਾਨਾ ਵੀ ਹਮੇਸ਼ਾ ਉਹੀ ਹੁੰਦਾ ਹੈ। ਕਿਉਂਕਿ ਮੇਰਾ ਵੱਡਾ ਭਾਈ ਜਿਹੜਾ ਸੀ ਉਹ ਕਾਫੀ ਸਿੱਖਾਂ ਦੀ ਨਜ਼ਰ ਦੇ ਵਿੱਚ ਸੀ। ਉਹ ਬਰਛਿਆਂ ਲਾ ਕੇ ਮੁਸਲਮਾਨਾਂ ਮੁੰਡਿਆਂ ਦੇ ਨਾਲ ਫਿਰਨਾ, ਇਹ ਉਹ ਡਰਦੇ ਸੀ ਸਾਰੇ। ਵੱਡੇ ਭਾਈ ਦਾ ਨਾਂ ਕੀ ਸੀ? ਚੌਧਰੀ ਮੁਹੰਮਦ ਅਲੀ। ਚੌਧਰੀ ਮੁਹੰਮਦ ਅਲੀ। ਉਹ ਫਿਰ ਜਿਸ ਵੇਲੇ ਕੋਠੇ 'ਤੇ ਅਸੀਂ ਚੜ੍ਹੇ ਨਾ, ਤੇ ਮੈਨੂੰ ਯਾਦ ਹੈ ਕਿ ਬੁੜੀਆਂ ਵੀ ਸੂਝਾ, ਮੇਰੀ ਅੰਮਾ ਨੇ ਉਂਗਲੀ ਫੜੀ ਸੀ। ਮੈਂ ਉਹ ਹਮਲਾਵਰ ਖੁਦ ਦੇਖੇ ਆ, ਯਾਨੀ ਇੰਨੀ ਦੂਰ ਹੋਣ ਕੇ ਜਿਵੇਂ ਚੈੱਕ ਪੋਸਟ ਹੈ। ਅੱਛਾ ਜੀ। ਤੇ ਜਿਹੜੇ ਸਾਡੇ ਬੰਦੇ ਸੀ ਨਾ, ਉਹ ਜਿਹੜਾ ਵੀ ਹਥਿਆਰ ਉਹਨਾਂ ਦਾ ਹੱਥ ਆਇਆ ਨਾ, ਕੋਈ ਲਾਠੀ, ਕੋਈ ਬਾਲਾ, ਕੋਈ ਇਹ ਉਹ, ਬਾਰਿਸ਼ ਵੈਸੇ ਹੀ ਉਹ ਖਾਲੀ ਹੱਥ ਹੀ ਬੈਠੇ ਸੀ। ਉਹ ਲੈ ਕੇ ਨੱਸੇ ਕਿ ਅਸੀਂ ਜਾ ਕੇ ਉਹਨਾਂ ਨੂੰ ਰੋਕਦੇ ਹਾਂ। ਠੀਕ ਹੈ। ਉਹ ਜਦੀਦ ਹਥਿਆਰਾਂ ਨਾਲ ਲੈਸ ਹੈਗੇ ਸੀ। ਹਾਂ। ਉਹਨਾਂ ਦੂਰੋਂ ਹੀ ਗੋਲੀਆਂ ਗਾਲੀਆਂ ਚਲਾ ਕੇ, ਜਿਹਦੇ ਵਿੱਚ ਮੈਨੂੰ ਯਾਦ ਹੈ ਕਿ ਇੱਕ ਗੋਲੀ ਸਾਡੇ ਮਕਾਨ ਦੇ ਉੱਤੇ ਨਾਲ ਚਬਾਰਾ ਸੀ, ਉਹਦੇ ਵਿੱਚ ਆ ਕੇ ਲੱਗੀ। ਅੱਛਾ ਜੀ। ਜਦੋਂ ਗੋਲੀ ਆ ਕੇ ਲੱਗੀ ਤੇ ਅੰਮਾ ਨੇ ਕਿਹਾ ਕਿ ਤੁਸੀਂ ਸਾਰੇ ਹੇਠਾਂ ਉਤਰ ਜਾਓ। ਅੰਮਾ ਵੱਡੀ ਸੀ ਉਹਨਾਂ ਔਰਤਾਂ 'ਚੋਂ। ਠੀਕ ਹੈ। ਅਸੀਂ ਹੇਠਾਂ ਆ ਕੇ, ਇਹਨਾਂ ਦੀ ਪਹਿਲੇ ਕੋਈ ਪਲਾਨਿੰਗ ਸੀ ਕਿ ਪਿੰਡ ਦੇ ਵਸਤ ਵਿੱਚ ਨਾ ਇੱਕ ਮਾਈ ਜਨਤੇ ਰਹਿੰਦੀ ਸੀ, ਉਹ ਕੁਰਾਨ ਸ਼ਰੀਫ ਪੜ੍ਹਾਉਂਦੀ ਸੀ ਬੱਚਿਆਂ ਨੂੰ। ਅੱਛਾ ਜੀ। ਇਹਨਾਂ ਪਹਿਲੇ ਸਲਾਹ ਕੀਤੀ ਸੀ ਕਿਉਂਕਿ ਆਸੇ-ਪਾਸੇ ਦੇ ਪਿੰਡਾਂ 'ਚ ਗੜਬੜਾਂ ਹੋ ਰਹੀਆਂ ਸੀ। ਇਹਨਾਂ ਕਿਹਾ ਅਗਰ ਕੋਈ ਐਸਾ ਚਾਂਸ ਆਵੇ ਤਾਂ ਸਾਰੀਆਂ ਔਰਤਾਂ ਔਰ ਜਿੰਨੀਆਂ ਵੀ ਜਾ ਸਕਣ ਨਾ ਬੱਚੇ ਲੈ ਕੇ ਤੋਂ ਮਾਈ ਜਨਤੇ ਦੇ ਘਰ ਚਲੇ ਜਾਓ। ਠੀਕ ਹੈ। ਉਹ ਘਰ ਇੰਨੀ ਦੂਰ ਹੀ ਸੀ, ਜਿਵੇਂ ਮਾਰਕੀਟ ਤੋਂ ਦੂਰ ਹੈ, ਚੈੱਕ ਪੋਸਟ ਲਾ ਲਓ, ਇੰਨੀ ਦੂਰ ਸੀ। ਪਿੰਡ ਦੇ ਵਸਤ ਵਿੱਚ ਸੀ। ਠੀਕ ਹੈ ਜੀ। ਤੰਗ ਜੀ ਗਲੀ ਜਾਂਦੀ ਸੀ। ਠੀਕ ਹੈ। ਅਸੀਂ ਉੱਥੇ ਚਲੇ ਗਏ। ਉੱਥੇ ਉਹਦੇ 2-3 ਕਮਰੇ ਸੀ।
ਇੱਕ ਕਮਰੇ ਦੇ ਵਿੱਚ ਤੇ ਅਸੀਂ ਕੋਈ ਮੇਰੇ ਖਿਆਲ 40-50 ਔਰਤਾਂ ਬੱਚੇ ਬੁੱਚੇ ਹੋਣਗੇ, ਇੱਕ ਦੂਸਰੇ 'ਚ ਵੀ ਇੰਨੇ ਕੁ ਹੋਣਗੇ ਅੱਛਾ ਜੀ, ਜਿਹੜੇ ਵੀ ਮੁਸਲਮਾਨਾਂ ਦੇ ਆਏ ਸੀ। ਠੀਕ ਹੈ। ਤੇ ਮਰਦ ਕੋਈ ਨਹੀਂ ਸੀ, ਜਵਾਨ ਬੱਚੇ ਸੀ ਤੇ ਬੁੜੀਆਂ ਤੇ ਔਰਤਾਂ ਸੀ। ਅੰਮਾ ਨੇ ਅੰਦਰੋਂ ਕੁੰਡੀ ਲਾਤੀ ਤੇ ਯਾਨੀ ਸਰਦਾਰ ਨੇ ਇੱਕ ਕਿਸਮ ਦੀ ਮੇਰੀ ਵਾਲਦਾ ਸੀ। ਉਸ ਤੋਂ ਬਾਅਦ ਫਿਰ ਅੱਲਾਹੁ ਅਕਬਰ। ਉਸ ਤੋਂ ਬਾਅਦ ਇਹ ਹੋਇਆ ਕਿ ਉਹ ਸਿੱਖ ਚੱਲਦੇ ਚੱਲਦੇ ਨਾ ਉਸ ਘਰ ਤੱਕ ਪਹੁੰਚ ਗਏ। ਬਾਹਰ ਲੜਾਈ ਹੁੰਦੀ ਰਹੀ? ਹਾਂ, ਉਹ ਤੇ ਬੰਦੇ ਉਹਨਾਂ ਮਾਰ ਦਿੱਤੇ ਨਾ, ਜਿਹੜੇ ਉਹਨਾਂ ਰੋਕੜ ਗਏ ਨਾ, ਉਹ ਉਹਨਾਂ ਨੇ ਮਾਰ ਦਿੱਤੇ ਸੀ। ਕੋਈ ਸ਼ਾਇਦ ਉਹਨਾਂ ਉੱਤੇ ਨੱਸ ਕੇ ਬਚਿਆ ਹੋਵੇ ਤੇ ਮੈਂ ਨਹੀਂ ਕਹਿੰਦਾ। ਕਿਸੇ ਨੂੰ ਗੋਲੀ ਲੱਗੀ, ਕਿਸੇ ਨੂੰ ਖੰਜਰ ਮਾਰਿਆ, ਕਿਸੇ ਨੂੰ ਬੱਛੀ ਮਾਰੀ, ਉਹ ਉਹਨਾਂ ਜਾਨ ਤੋਂ ਮਾਰ ਦਿੱਤੇ ਸੀ। ਫਿਰ ਉਹਨਾਂ 'ਚ ਮੇਰਾ ਭਾਈ ਵੀ ਸੀ ਵੱਡਾ, ਚੌਧਰੀ ਮੁਹੰਮਦ ਅਲੀ ਵੀ ਸ਼ਹੀਦ ਹੋ ਗਏ? ਨਹੀਂ, ਉਹ ਸ਼ਹੀਦ ਨਹੀਂ, ਉਹ ਦੱਸਦਾ ਨਾ ਬਾਅਦ 'ਚ ਕੀ ਹੋਇਆ। ਉਹ ਫਿਰ ਜਿਸ ਵੇਲੇ ਉੱਥੇ ਉਹ ਆ ਕੇ ਉਹ ਸਿੱਖਾਂ ਨੇ ਦਰਵਾਜ਼ਾ ਨੂੰ ਨਾਕ ਕੀਤਾ, ਪਤਾ ਉਹਨਾਂ ਨੂੰ ਹੈ ਸੀ ਸਾਰਾ ਹਾਂ ਕਿ ਇਹ ਫਲਾਣੀ ਜਗ੍ਹਾ ਔਰਤਾਂ ਛੁਪੇ, ਸਾਡੇ ਘਰ ਨੂੰ ਤਾਲਾ ਲੱਗਿਆ ਸੀ। ਠੀਕ ਹੈ। ਉਹਨਾਂ ਦਾ ਖਿਆਲ ਸੀ ਲੁੱਟ ਮਾਰ ਕਰਨ ਦਾ। ਉਹ ਫਿਰ ਉਹਨਾਂ ਜਾ ਕੇ ਦਰਵਾਜ਼ੇ ਨੂੰ ਨਾਕ ਕੀਤਾ ਕਿ ਦਰਵਾਜ਼ਾ ਖੋਲ੍ਹ ਦਿਓ ਵਰਨਾ ਅਸੀਂ ਅੱਗ ਲਾ ਦਾਂਗੇ। ਮੇਰੀ ਅੰਮਾ ਨੇ ਦਰਵਾਜ਼ਾ ਖੋਲ੍ਹਿਆ ਤੇ ਦੂਸਰੇ ਕਮਰੇ ਵਾਲਿਆਂ ਨੇ ਨਹੀਂ ਖੋਲ੍ਹਿਆ। ਉਹਨਾਂ ਦੇ ਇੱਥੇ ਨਾ ਪੈਟਰੋਲ ਦੀਆਂ ਬੋਤਲਾਂ ਸੀ ਟੰਗੀਆਂ ਪੇਟੀਆਂ ਪੂਟੀਆਂ ਦੇ ਵਿੱਚ, ਇਸ ਤਰ੍ਹਾਂ ਪੇਟੀਆਂ ਵਾੜ ਕੇ ਤੇ ਬੰਨੀਆਂ ਸੀ। ਅੱਛਾ ਜੀ। ਉਹਨਾਂ ਛਿੜ ਕੇ ਤੇ ਦੂਸਰੇ ਕਮਰੇ ਨੂੰ ਅੱਗ ਲਾ ਦਿੱਤੀ। ਅੱਛਾ ਜੀ। ਮੈਨੂੰ ਤੇ ਮੇਰੀ ਵਾਲਦਾ ਨੂੰ ਉਹਨਾਂ ਕਿਹਾ ਕਿ ਸਾਡੇ ਅੱਗੇ ਲਾ ਕੇ ਤੇ ਘਰ ਚੱਲ, ਜੋ ਕੁਝ ਹੈ ਉੱਥੇ ਸਾਨੂੰ ਚੱਲ ਕੇ ਦੇ, ਤੁਸੀਂ ਚੀਨ ਤੋਂ ਬੜੀ ਕਮਾਈ ਕੀਤੀ ਹੈ। ਅੰਮਾ ਨੇ ਮੇਰੀ ਉਂਗਲ ਫੜੀ ਸੀ, ਨਾਲ ਨਾਲ ਲਈ ਜਾਂਦੀ ਸੀ। 4 ਸਵੇਰੇ ਸਿੱਖ ਸੀ। ਜਿਸ ਵੇਲੇ ਅਸੀਂ ਮਤਲਬ ਉਹ ਗਲੀ ਦੇ ਵਿੱਚ ਜਾ ਰਹੇ ਸਾਂ ਆਪਣੇ ਘਰ ਵੱਲ, ਤੇ ਕੁਦਰਤੀ ਤੌਰ 'ਤੇ ਇੱਕ ਛੋਟਾ ਜਿਹਾ ਚੌਕ ਸੀ, ਉੱਧਰ ਐਂ ਨੂੰ ਗਲੀ ਜਾਂਦੀ ਸੀ ਮਗਰ ਵਾਲੇ ਪਾਸੇ ਨੂੰ, ਤੇ ਇੱਧਰ ਨੂੰ ਅਸੀਂ ਜਾਣਾ ਸੀ। ਲਹਿੰਦੇ ਵਾਲੇ ਪਾਸੇ ਨੂੰ ਗਲੀ ਜਾਂਦੀ ਸੀ? ਗਲੀ ਉੱਧਰੋਂ ਮੇਰਾ ਚਾਚਾ ਸੀ, ਉਹ ਨਿਕਲ ਆਇਆ ਕਿਤੇ। ਉਹਨੇ ਕਿਹਾ ਤੁਸੀਂ ਮੇਰੀ ਭਰਜਾਈ ਨੂੰ ਤੇ ਮੇਰੇ ਭਤੀਜੇ ਨੂੰ ਕਿਉਂ ਲਈ ਜਾਂਦੇ ਜੇ, ਤੁਹਾਨੂੰ ਸ਼ਰਮ ਨਹੀਂ ਆਉਂਦੀ? ਜਾਣਦੇ ਆਏ ਸੀ ਵਿੱਚ ਕਈ ਬੰਦੇ ਜਾਣਨ ਵਾਲੇ ਵੀ ਸੀ। ਉਹਨੇ ਅੱਗੇ ਵੜ ਕੇ ਨਾ ਕੋਈ ਹੱਥ ਕੀਤੇ ਮਤਲਬ ਰੋਕਣ ਵਾਸਤੇ, ਤੇ ਉਹਨੇ ਉਹਨਾਂ ਦੇ ਦੋਨੋਂ ਹੱਥ ਕਲਾਈ ਤੋਂ ਕੱਢ ਦਿੱਤੇ। ਓਏ ਹੋਏ। ਮਤਲਬ ਮੈਂ ਉੱਥੇ ਖੜਾ ਸਾਂ, ਵਾਲਦਾ ਵੀ ਖੜੀ ਸੀ, ਤੇ ਉਹ ਹੱਥ ਡਿੱਗੇ ਆ, ਉਹ ਆਪ ਵੀ ਡਿੱਗ ਗਿਆ ਸੀ। ਉਸ ਤੋਂ ਬਾਅਦ ਫਿਰ ਸਾਨੂੰ ਤੇ ਖੈਰ ਉਹ ਅੱਗੇ ਲੈ ਗਏ। ਬਾਅਦ 'ਚੋਂ ਡੈਥ ਹੋ ਗਈ ਹੋਵੇਗੀ, ਯਾਰ ਖੂਨ ਸਾਰਾ ਨਿਕਲ ਗਿਆ ਹੋਵੇਗਾ। ਫਿਰ ਅਸੀਂ ਘਰ ਆਏ। ਘਰ ਆਉਣ ਤੋਂ ਬਾਅਦ ਅੰਮਾ ਨੇ ਤਾਲਾ ਖੋਲ੍ਹਿਆ, ਤਾਲਾ ਖੋਲ੍ਹ ਕੇ ਅੰਦਰ ਗਈ। ਅੰਦਰ ਜਾ ਕੇ ਕੁਝ ਪੈਸਾ ਪੂਸਾ ਜਾਂ ਜੋ ਕੁਝ ਵੀ ਸੀ ਉਹਨਾਂ ਲਿਆ ਕੇ ਦੇ ਦਿੱਤਾ, ਜ਼ੇਵਰ ਔਰ ਪੈਸਾ। ਤੇ ਉਹ ਕਹਿਣ ਲੱਗੇ ਕਿ ਕਾਫੀ ਸਿੱਖ ਸੀ, ਮੈਨੂੰ ਯਾਦ ਹੈ, ਉਧੇੜ ਉਮਰ ਦੇ ਵੀ ਸੀ, ਜਵਾਨ ਵੀ ਸੀ, ਦਾੜੀਆਂ ਰੱਖੀਆਂ ਸੀ ਉਹਨਾਂ ਕਾਫੀ ਵੱਡੀਆਂ ਵੱਡੀਆਂ। ਉਹ ਕਹਿਣ ਲੱਗੇ ਤੂੰ ਹੋਰ ਲਿਆ ਕੇ ਦੇ। ਉਹ ਕਹਿਣ ਲੱਗੇ ਸਾਡੇ ਕੋਲ ਇਹ ਹੀ ਸੀ, ਜੋ ਕੁਝ ਦਿੱਤਾ ਜ਼ਿਆਦਾ ਤਾਂ ਅੰਦਰ ਜਾ ਕੇ ਤਲਾਸ਼ੀ ਲੈ ਲਓ। ਇੰਨੀ ਗੱਲ ਉਹਨੇ ਕੀਤੀ ਤੇ ਉਹਨਾਂ ਮੇਰੀ ਵਾਲਦੇ ਨਾਲ ਪੇਟ ਵਿੱਚ ਸਿੱਧੀ ਸਾਵੇਂ ਬਰਛੀ ਮਾਰਤੀ। ਉਹਨਾਂ ਦੇ ਢਿੱਡ ਵਿੱਚ ਬਰਛੀ ਮਾਰਤੀ? ਬਰਛੀ ਮਾਰਤੀ ਨਾ ਸਿੱਧੀ ਸਾਵੇਂ। ਉਹ ਵੱਜੀ ਤੇ ਪਿਛਾਂ ਡਿੱਗ ਪਈ। ਅਜੇ ਉਹ ਡਿੱਗੀ ਇਹ ਸੰਭਲ ਨਹੀਂ ਸਕੀ, ਤੇ ਇੱਧਰੋਂ ਮੇਰਾ ਭਾਈ ਸੀ ਕੋਈ 17-18 ਸਾਲਾਂ ਦਾ, 16 ਸਾਲਾਂ ਦਾ ਹੋਵੇਗਾ, ਮੁਹੰਮਦ ਸ਼ਰੀਫ ਉਹਦਾ ਨਾਂ ਸੀ। ਉਹ ਕਿਤੇ ਛੁਪਿਆ ਸੀ ਘਰ ਦੇ ਕਿਸੇ ਕੋਨੇ 'ਤੇ। ਉਹਨੇ ਦੇਖਿਆ ਵੀ ਮੇਰਾ ਭਾਈ ਤੇ ਅੰਮਾ ਇਹਦੇ ਨਰਗੇ 'ਚ ਉਹਦੇ ਕੋਲ ਨਹੀਂ ਰਿਹਾ ਗਿਆ। ਉਹ ਆ ਕੇ ਤੇ ਕਹਿਣ ਲੱਗਾ ਚਾਚਾ ਜੀ ਤੁਸੀਂ ਕੀ ਕਰਦੇ ਪਏ ਜੀ? ਮੇਰੀ ਮਾਂ, ਉਹ ਜਿਹੜੇ ਸਰਦਾਰ ਸੀਗੇ ਉਹਨਾਂ ਨੂੰ ਇਹ ਕੀਤਾ ਵੀ ਚਾਚਾ ਜੀ ਤੁਸੀਂ ਇਹ ਕੀ ਕਰਦੇ ਪਏ ਜੇ? ਮੇਰੀ ਅੰਮਾ ਨੂੰ ਤੇ ਮਾਰਦੇ ਪਏ ਜੇ, ਮੇਰੇ ਭਾਈ ਨੂੰ ਵੀ ਰੋਕਿਆ, ਕਿਉਂਕਿ ਉਹ ਬਰਛੀ ਬਾਤ 'ਚ ਉਹਨਾਂ ਮੇਰੇ ਢਿੱਡ 'ਤੇ ਰੱਖਦੀ ਸੀ। ਉਹ ਇੰਨੀ ਗੱਲ ਉਹਦੇ ਕਰਨ ਦੀ ਦੇਰ ਤੇ ਮੇਰੇ ਨੂੰ ਹਟਾ ਕੇ ਨਾ ਉਹਨਾਂ 3 ਬਰਛੀਆਂ ਲਗਾਤਾਰ ਉਹ ਮੇਰੇ ਭਾਈ ਦੇ ਮਾਰੀਆਂ, ਮੁਹੰਮਦ ਸ਼ਰੀਫ ਦੇ। ਉਹ ਮੈਨੂੰ ਯਾਦ ਇੱਕ ਐਸਰੇ ਡਿੱਗਿਆ, ਇੰਜ ਮੈਂ ਨਾਲ ਖੜਾ ਸਾਂ ਤੇ ਤੀਸਰੀ ਬਰਛੀ ਤੇ ਉਹਦੀਆਂ ਆਂਦਰਾਂ ਬਾਹਰ ਆ ਗਈਆਂ ਸੀ। ਐਸਰੇ ਵਾਲਦਾ ਨੇ ਆਪਣੇ ਪੇਟ 'ਤੇ ਕੱਪੜਾ ਬੱਧਾ, ਉਹ ਖੂਨ ਨਿਕਲਿਆ ਸੀ ਬਰਛੀ ਦਾ, ਤੇ ਉਹ ਵੀ ਖੜੀ ਹੋ ਗਈ, ਬਚ ਗਈ ਸੀ। ਉਹਨਾਂ 2 ਬਰਛੀਆਂ ਉਹਦੇ ਹੋਰ ਮਾਰੀਆਂ, ਉਹ ਸਲਿੱਪ ਹੋ ਗਈਆਂ ਕੁਦਰਤੀ। ਉਸ ਤੋਂ ਬਾਅਦ ਉਹਨੇ ਮੈਨੂੰ ਪਿੱਛੋਂ ਮੇਰੀ ਵਾਲਦਾ ਨੇ ਧੱਕਾ ਦੇ ਦਿੱਤਾ, ਕਿਉਂਕਿ ਉਹਨਾਂ ਨੂੰ ਇਹ ਪਤਾ ਸੀ ਕਿ ਹੁਣ ਇਹਨੂੰ ਮਾਰਨਾ। ਉਹ ਧੱਕਾ ਦਿੱਤਾ, ਮੈਂ ਡਿੱਗਿਆ ਪਿੱਛੋਂ। ਉਹ ਮੈਨੂੰ ਡਿੱਗੇ ਪੈ ਨੂੰ ਇਸ ਤਰ੍ਹਾਂ ਬਾਂਹ ਫੜ ਕੇ ਨਾ ਤੇ ਪਿੱਛੋਂ ਧੂ ਕੇ ਲੈ ਗਈ।
ਆਪ ਫੱਟੜ ਹੋਈ ਹੈ, ਹਾਂ ਆਪ ਮੌਤ ਦੇ ਮੂੰਹ ਜਾ ਰਹੀ ਹਾਂ। ਹੈ ਤੇ 6 ਸਾਲਾਂ ਦੇ ਆਪਣੇ ਬੱਚੇ ਵਾਸਤੇ ਉਹ ਲੜਦੀ ਪਈ ਹੈ ਜੇ। ਹਾਂਜੀ ਉਹ ਫਿਰ ਧੂ ਕੇ ਲੈ ਗਈ ਪਿੱਛੋਂ ਉਹਨੇ ਉਹ ਲੁੱਟ ਮਾਰ ਕਰਨ ਲੱਗ ਕੇ ਅੰਦਰ ਵੜ ਗਏ ਸੀ, ਹੋਰ ਚੀਜ਼ਾਂ ਲੁੱਟਦੇ ਲੜਦੇ ਸੀ। ਉਹਨਾਂ ਦਾ ਖਿਆਲ ਸੀ ਕਿ ਸਾਡੇ 2-3 ਕਮਰੇ ਸੀ ਵੀ ਇਹਨਾਂ ਕੋਲ ਪੈਸਾ ਬੜਾ। ਉਹਨੇ ਜਾ ਕੇ, ਮੈਨੂੰ ਯਾਦ ਹੈ ਕਿ ਪਹਿਲੇ ਇੱਕ ਮੱਝਾਂ ਵਾਲਾ ਕਮਰਾ ਸੀ, ਉਹਦੇ 'ਚ ਤੂੜੀ ਕਣਕ ਦਾ ਭੋਸਾ ਰੱਖਿਆ ਸੀ। ਅੰਮਾ ਨੇ ਨਾ ਮੈਨੂੰ ਉਹਦੇ ਵਿੱਚ ਲਟਾ ਕੇ ਨਾ ਉੱਤੇ ਤੂੜੀ ਸੁੱਟ ਦਿੱਤੀ। ਅੱਛਾ ਜੀ। ਵੀ ਇਹ ਵੱਜ ਜਾਵੇ, ਇਹਨੂੰ ਨਾ ਵੇਖਣ। ਉਹ ਮਤਲਬ ਸੈਪਰੇਟ ਸੀ ਥੋੜ੍ਹਾ ਜਿਹਾ। ਉਹ ਫਿਰ ਉਹਨੇ ਸੋਚਿਆ ਹੋਣਾ ਵੀ ਇਹ ਤਾਂ ਅੱਗਾਂ ਵੀ ਲਾਉਂਦੇ ਜਾਂਦੇ ਆ ਅਤੇ ਤੂੜੀ ਨੂੰ ਅੱਗ ਲੱਗ ਗਈ ਤੇ ਮਰ ਜਾਏਗਾ। ਉਸ ਤੋਂ ਬਾਅਦ ਉਹਨੇ ਲਾਗੇ ਹੋਰ ਕੁਝ ਨਹੀਂ ਵੇਖਿਆ। ਇਸ ਖੜਾ ਤੰਦੂਰ ਸੀ ਇੱਕ ਦੀਵਾਰ ਦੇ ਨਾਲ ਲੱਗਿਆ ਸਾਡੇ ਘਰ 'ਚ। ਮੁਹੱਲੇ ਵਾਲੇ ਰੋਟੀਆਂ ਰਾਟੀਆਂ ਲਾ ਕੇ ਬੁੜੀਆਂ ਲੈ ਜਾਂਦੀਆਂ ਸੀ, ਅਸੀਂ ਵੀ ਲਾਉਂਦੇ ਸਾਂ। ਕਾਫੀ ਫੈਮਿਲੀ ਸੀ ਸਾਡੀ ਵੱਡੀ। ਹਾਂ ਹਾਂ ਹਾਂ। ਉਹਨੇ ਮੈਨੂੰ ਚੁੱਕਿਆ ਤੇ ਤੰਦੂਰ ਦੇ ਵਿੱਚ, ਕਹਿੰਦੀ ਇਹਦੇ ਵਿੱਚ ਪੈ ਜਾ। ਮੈਂ ਨਹੀਂ ਤਾਂ ਤੇਰੇ ਜਿਵੇਂ ਤੇਰੇ ਭਰਾ ਨੂੰ ਮਾਰਿਆ ਨਾ, ਐਵੇਂ ਤੇਰਾ ਵੀ ਖੂਨ ਕੱਢ ਦੇਣਗੇ। ਓਏ ਹੋਏ। ਅੱਛਾ, ਮੈਂ ਉਹਦੇ ਵਿੱਚ ਉਤਰ ਗਿਆ। ਹਾਂ। ਉਤਰ ਕੇ ਖੌਫ ਤੇ ਹੈ ਸੀ, ਅੱਖਾਂ ਨਾਲ ਵੇਖਿਆ ਸੀ ਸਾਰਾ ਕੁਝ। ਉਹਨੇ ਉੱਥੇ ਘੜਾ ਦੇ ਦਿੱਤਾ ਜਿਹੜਾ ਤੰਦੂਰ ਦੇ ਲਾਗੇ ਪਿਆ ਹੁੰਦਾ ਨਾ, ਹਵਾ ਨੂੰ ਰੋਕਣ ਵਾਸਤੇ ਜਾਂ ਠੰਡਾ ਕਰਨ ਵਾਸਤੇ। ਹਾਂਜੀ। ਉੱਥੇ ਘੜਾ ਦੇ ਦਿੱਤਾ। ਇਹ ਸ਼ੁਕਰ ਸੀ ਕਿ ਤੰਦੂਰ 'ਚ ਅੱਗ ਉੱਗ ਨਹੀਂ ਸੀ। ਉਸ ਦਿਨ ਬਾਰਿਸ਼ ਹੁੰਦੀ ਰਹੀ ਸੀ। ਮੈਂ ਉਹਦੇ ਵਿੱਚ ਕਹਿੰਦੀ ਬਾਹਰ ਬੋਲਣਾ ਨਹੀਂ। ਮੈਂ ਉਹਦੇ 'ਚ ਤੰਦੂਰ ਨਾਲ ਇਸ ਤਰ੍ਹਾਂ ਟੇਕ ਲਾ ਕੇ ਤੇ ਬੈਠਾ ਰਿਹਾ। ਹਮਲਾਵਰ ਘਰ ਲੁੱਟੀ ਜਾ ਰਹੇ ਨੇ, ਹਾਂ। ਉਹਨੇ ਮੌਕਾ ਤੇ ਪਾ ਅੰਮਾ ਕੇ ਮੌਕਾ ਵੇਖ ਕੇ ਨਾ ਤੇ ਮੈਨੂੰ ਛਪਾਉਂਦੀ ਫਿਰਦੀ ਸੀ, ਤੁਹਾਨੂੰ ਲੁਕਾਉਂਦੀ ਉਸ ਤੋਂ ਫਿਰਦੀ ਸੀ। ਬਾਅਦ ਉਹਨੇ ਘੜਾ ਉੱਤੇ ਦੇ ਦਿੱਤਾ। ਘੜਾ ਦੇਣ ਤੋਂ ਬਾਅਦ ਮੈਂ ਕੁਝ ਦੇਰ ਬੈਠਾ ਰਿਹਾ। ਮੈਨੂੰ ਨੀਂਦ ਆ ਗਈ। ਮਗਰਿਬ ਦਾ ਟਾਈਮ ਹੋਣ ਵਾਲਾ ਸੀ। ਨੀਂਦ ਆ ਗਈ। ਮੈਨੂੰ ਨਹੀਂ ਪਤਾ ਕਿ ਬਾਹਰ ਕੀ ਹੋ ਰਿਹਾ ਜਾਂ ਕੀ ਨਹੀਂ ਹੋ ਰਿਹਾ। ਕਦੀ ਕਦੀ ਛੱਤਾਂ ਜਦੋਂ ਡਿੱਗਦੀਆਂ ਸੀ ਨਾ ਕੱਚਿਆਂ ਮਕਾਨਾਂ ਦੀਆਂ, ਤਾਂ ਮੈਨੂੰ ਗਿਰਨ ਦੀ ਆਵਾਜ਼ ਆਉਂਦੀ ਤਾਂ ਮੈਂ ਤਬਕ ਜਾਂਦਾ ਸੀ ਇੱਕ ਵਾਰੀ। ਫਿਰ ਮੈਂ ਸੌਂ ਜਾਂਦਾ ਸੀ ਤੇ ਮੈਨੂੰ ਨਹੀਂ ਪਤਾ ਵੀ ਬਾਹਰ ਕੀ ਹੋ ਰਿਹਾ, ਬਾਹਰਲੀ ਦੁਨੀਆ 'ਚ ਕੀ ਹੈ। ਇਹ ਸਮਝ ਲਓ ਕਿ ਇੱਕ ਕਿਸਮ ਦੀ ਮੇਰੇ ਵਾਸਤੇ ਕਬਰ ਹੀ ਸੀ। ਓਏ ਹੋਏ। ਉਸ ਤੋਂ ਬਾਅਦ ਮੈਂ ਉਹਦੇ ਵਿੱਚ ਪਿਆ ਰਿਹਾ। ਰਾਤ ਦਾ ਕੋਈ 1-1:30 ਦਾ ਟਾਈਮ ਹੋਣਾ। ਵਾਲਦਾ ਨੇ ਇਸ ਦੌਰਾਨ ਇਹ ਕੀਤਾ ਕਿ ਉਹਨਾਂ ਐਲਾਨ ਕੀਤਾ ਸਿੱਖਾਂ ਨੇ ਕਿ ਮੁਹੰਮਦ ਅਲੀ ਦੀ ਲਾਸ਼ ਜਿਹੜੀ ਨਾ ਫਲਾਣੀ ਜਗ੍ਹਾ ਪਈ ਹੈ ਤੇ ਜਾ ਕੇ ਉਹਦੀ ਮਾਂ ਨੂੰ ਕੋਲ ਲੈ ਲਵੇ। ਜਾਣਦੇ ਤਾਂ ਹੈ ਸੀ ਨਾ ਸਾਰੇ। ਇਹ ਜਿੱਥੇ ਜਿੱਥੇ ਲਾਸ਼ਾਂ ਸੀ ਨਾ ਇਹ ਸਾਰਾ ਲੱਭਦੀ ਰਹੀ, ਲੇਕਿਨ ਉਹਦੀ ਲਾਸ਼ ਕਿਤੇ ਉਹ ਨਹੀਂ ਮਿਲੀ। ਉਸ ਤੋਂ ਬਾਅਦ ਕੋਈ 2-4 ਮਹੱਲੇ ਦੀਆਂ ਕੁੜੀਆਂ ਜਵਾਨਾਂ ਔਰ ਇਸ ਤਰ੍ਹਾਂ ਦੀਆਂ ਮਤਲਬ ਹੋਰ ਲੜਕੀਆਂ ਸੀ ਜਿਨ੍ਹਾਂ ਨੂੰ ਕੋਈ ਸਿੱਖ ਕਈਆਂ ਨੂੰ ਲੈ ਗਏ ਸੀ ਤੇ ਕਈਆਂ ਨੂੰ ਲਿਜਾਣ ਦੇ ਚੱਕਰ 'ਚ ਸੀ। ਉਹ ਦੌੜ ਕੇ ਅੰਮਾ ਦੇ ਨਾਲ ਆਈਆਂ। ਇਹਨੇ ਕੀ ਕੀਤਾ, ਇਹਨਾਂ ਨਾਲ ਸਾਰਿਆਂ ਨੂੰ ਲੈ ਕੇ ਨਾ ਤੇ ਮਗਰਬ ਦੇ ਟਾਈਮ ਤੋਂ ਬਾਅਦ ਸਾਡੇ ਮੁਰੱਬਾ ਸੀ, ਪਿੰਡ ਤੋਂ ਇੰਨੀ ਦੂਰ ਸੀ, ਯਾਨੀ ਜਿਵੇਂ ਤਬਰੂਕ ਹੈ, ਤਕਰੀਬਨ 2 ਕਿਲੋਮੀਟਰ ਹਾਂ ਦੂਰ। 2 ਕਿਲੋਮੀਟਰ। ਉੱਥੇ ਚਲੇ ਗਏ। ਅੱਛਾ। ਉੱਥੇ ਕਮਾਦ ਦਾ ਖੇਤ ਸੀ। ਹਾਂ। ਕਮਾਦ ਦੇ ਖੇਤ ਦੇ ਵਿੱਚ ਇਹਨੇ ਕੁੜੀਆਂ ਨੂੰ ਬਾਤਾ। ਅੱਛਾ ਜੀ। ਰਾਤ ਦਾ ਕੋਈ 12 ਦਾ ਟਾਈਮ ਹੈ, ਮੈਨੂੰ ਪਤਾ ਨਹੀਂ ਭੁੱਲ ਗਈ ਸੀ ਜਾਂ ਜੋ ਵੀ ਸੀ। ਤੇ ਇਹਨੂੰ ਖਿਆਲ ਆਇਆ, ਕਹਿਣ ਲੱਗੀ ਕੁੜੀਆਂ ਨੂੰ ਕਿ ਮੈਂ ਇਸ ਤਰ੍ਹਾਂ ਅਨਾਇਤ ਨੂੰ ਉੱਥੇ ਤੰਦੂਰ 'ਚ ਪਾ ਆਈ ਹਾਂ। ਉਹ ਕੁੜੀਆਂ ਜਵਾਨਾਂ ਸੀ, ਮਾਸ਼ਾਅੱਲਾ ਸਮਝਦਾਰ ਸੀ। ਕਹਿਣ ਲੱਗੀਆਂ ਅੰਮਾ ਤੂੰ ਸਾਡੀ ਖੈਰ ਹੈ, ਤੂੰ ਸਾਡੇ ਭਰਾ ਦਾ ਪਤਾ ਕਰ। ਹੁਣ ਰਾਤ ਦੀ ਤਾਰੀਕੀ ਹੈ। ਉਹ ਕਹਿੰਦੀ ਸਾਨੂੰ ਖੈਰ ਸੱਲਾ, ਅਸੀਂ ਇੱਥੇ ਬੈਠੀਆਂ, ਤੂੰ ਉਹਦਾ ਪਤਾ ਕਰ ਵੀ ਜਿੰਦਾ ਹੈ ਜਾਂ ਮਰ ਗਿਆ। ਉਹਦਾ ਖਿਆਲ ਸੀ ਕਿ ਮਰ ਮੁਰ ਗਿਆ ਹੋਣਾ, ਕੋਈ ਇਹਨਾਂ ਨੂੰ ਪਤਾ ਲੱਗਿਆ ਹੋਵੇਗਾ ਜਾਂ ਉਹ ਨਿਕਲਿਆ ਹੋਵੇਗਾ ਜਾਂ ਕੁਝ। ਲੇਕਿਨ ਮੈਨੂੰ ਤਾਂ ਨੀਂਦ ਆ ਗਈ, ਮੈਂ ਸੁੱਤਾ ਰਿਹਾ। ਉਸ ਤੋਂ ਬਾਅਦ ਅੰਮਾ ਆਈ ਹੈ। ਮੈਨੂੰ ਯਾਦ ਹੈ ਤੱਕ ਕਿ ਉਹਨੇ ਆ ਕੇ ਤੰਦੂਰ 'ਚ ਘੜਾ ਲਾ ਕੇ ਤੇ ਉਹ ਕਹਿੰਦੀ ਮੈਂ ਹੱਥ ਪਾਇਆ ਨਾ ਤੇ ਤੇਰਾ ਸਿਰ ਦੇ ਉੱਤੇ ਹੱਥ ਲੱਗਿਆ ਤੇ ਮੈਂ ਸ਼ੁਕਰ ਕੀਤਾ ਕਿ ਜਿੰਦਾ ਹੈ, ਵਿੱਚ ਹੀ ਬੈਠਾ ਹੈ। ਅੱਛਾ। ਉਸ ਤੋਂ ਬਾਅਦ ਮੈਨੂੰ ਨਹੀਂ ਪਤਾ, ਮੈਨੂੰ ਉਹਨੇ ਐਸੇ ਰੋਣਾ ਜਿਹਾ ਦਿੱਤਾ ਤੇ ਕਹਿਣ ਲੱਗੀ ਬਾਹਰ ਨਿਕਲ। ਮੈਂ ਸੁੱਤਾ ਸੀ। ਉਹਨੇ ਮੇਰਾ ਇੱਥੋਂ ਮੋਢਾ ਫੜ ਕੇ ਨਾ ਬਾਜ਼ੂ ਤੇ ਤਾਂ ਖਿੱਚ ਕੇ ਤੇ ਚੁੱਕ ਕੇ ਤੇ ਮੈਨੂੰ ਇੱਥੇ ਸੀਨੇ ਨਾਲ ਲਾ ਲਿਆ। ਮਤਲਬ ਮੈਂ ਪਤਲਾ ਦੁਬਲਾ ਜਿਹਾ ਸਾਂ ਉਸ ਵੇਲੇ। ਉਹ ਲਾ ਕੇ ਤੇ ਮੈਨੂੰ ਇੰਨੀ ਦੂਰ ਜਿਵੇਂ ਆਪਣੇ ਬਾਹਰ ਘਰ ਦਾ ਦਰਵਾਜ਼ਾ ਹੈ ਨਾ ਸੇਨ ਦੇ ਵਿੱਚ, ਇੱਕ ਦੀਵਾਰ ਦੇ ਨਾਲ ਬਿਠਾ ਦਿੱਤਾ ਤੇ ਕਹਿੰਦੀ ਤੂੰ ਇੱਥੇ ਬੈਠ। ਮੈਂ ਹਾਫ ਨੀਂਦ ਦੇ ਵਿੱਚ ਸਾਂ। ਮੈਂ ਇਸ ਦੀਵਾਰ ਦੇ ਨਾਲ ਸਿਰ ਲਾ ਕੇ ਫਿਰ ਸੌਂ ਗਿਆ। ਹਾਂ, 5-6 ਸਾਲ ਦਾ ਬੱਚਾ ਜਿਹੜਾ ਨਾ, ਜਿਸ ਤਰ੍ਹਾਂ ਦੇ ਵੀ ਹਾਲਾਤ ਹੋਣ, ਨੀਂਦਰ ਉਹਦੇ ਉੱਤੇ ਚੜੀ ਹੁੰਦੀ। ਉਸ ਤੋਂ ਬਾਅਦ ਇਹ ਹੋਇਆ ਕਿ ਉਹ ਗਈ ਹੈ। ਹਾਂ। ਤੇ ਕੋਈ 15 ਮਿੰਟਾਂ ਬਾਅਦ ਆਈ ਹੈ। ਅੱਛਾ। ਉਹਦੇ ਨਾਲ ਇੱਕ ਬੰਦਾ ਸੀ। ਅੱਛਾ। ਉਹ ਕਹਿਣ ਲੱਗੀ, ਪਰ ਉਹਦਾ ਨਾਂ ਸੀ, ਉਹ ਸਾਡਾ ਨੌਕਰ ਸੀ, ਚੂੜਾ ਸੀ ਤੇ ਲਾਗੇ ਉਹਦਾ ਘਰ ਸੀ ਕਿਧਰੇ।
ਉਹਨੂੰ ਲਿਆਈ ਸੱਦ ਕੇ ਉਹਨੂੰ ਕਹਿਣ ਲੱਗਿਆ ਮੱਝਾਂ ਦੇ ਰੱਸੇ ਖੋਲ੍ਹ ਦੇ, ਇਹ ਸਵੇਰ ਦੀਆਂ ਭੁੱਖੀਆਂ ਬੱਧੀਆਂ ਤੇ ਇਹਨਾਂ ਨੂੰ ਮੁਰੱਬੇ ਲੈ ਕੇ ਚੱਲ ਤੇ ਇਹ ਮੁੰਡੇ ਨੂੰ ਚੁੱਕ ਲਾ ਆਪਣੇ ਕੋਲ ਜਾਂ ਮੱਝ ਤੇ ਪਾ ਦੇ। ਤੇ ਉਹਨੇ ਮੱਝਾਂ ਸਾਰੀਆਂ ਛੱਡੀਆਂ, ਮੈਨੂੰ ਉਹਨੇ ਚੁੱਕਿਆ ਚੂੜੇ ਨੇ, ਤੇ ਕਦੀ ਉਹ ਮੱਝ ਦੇ ਉੱਤੇ ਬਹਾ ਦਿੰਦਾ ਸੀ, ਕਦੀ ਉੱਤੇ ਹੱਥ ਰੱਖਦਾ ਸੀ ਮੈਨੂੰ ਫੜ ਕੇ, ਤੇ ਕਦੀ ਉਹ ਨਾਲ ਚਲਾਈ ਜਾਂਦਾ ਸੀ। ਮੁਰੱਬੇ ਪਹੁੰਚੇ, ਮੁਰੱਬੇ ਉਹ ਕਹਿਣ ਲੱਗੇ ਅਮਾ ਵੀ ਇਹ ਮੱਝਾਂ ਮੁੱਝਾਂ ਡੰਗਰ ਜੋ ਵੀ ਹੈ ਨਾ, ਕੋਈ 20-30 ਹੈ ਸੀ, ਇਹ ਤੂੰ ਜਾਣ ਤੇਰਾ ਕੰਮ, ਲੈ ਜਾ ਰੱਖ ਲਾ, ਜੋ ਵੀ ਕਰਨਾ ਤੂੰ ਕਰਨਾ, ਤੇ ਤੇਰਾ ਸਾਡਾ ਰੱਬ ਰੱਖ। ਉਹ ਫਿਰ ਕਮਾਦ ਦੇ ਵਿੱਚ ਆਈ, ਕਮਾਦ 'ਚੋਂ ਕੁੜੀਆਂ ਜਿਹੜੀਆਂ ਅਸੀਂ ਬੈਠੀਆਂ ਸੀ, ਉਸ ਵਕਤ ਅਜ਼ਾਨ ਦਾ ਟਾਈਮ ਹੋਵੇਗਾ, ਉਹ ਮੈਨੂੰ ਵੇਖ ਕੇ ਨਾ ਸਾਰੇ ਵਾਰੀ ਉਹ ਕੁੜੀਆਂ ਜਿਹੜੀਆਂ ਸੀ ਚੁੰਮਣ ਲੱਗ ਗਈਆਂ ਤੇ ਸਾਡਾ ਵੀਰ ਆ ਗਿਆ। ਫਿਰ ਉੱਥੋਂ ਅਸੀਂ ਅਜ਼ਾਨ ਦੇ ਟਾਈਮ ਨਿਕਲੇ ਹਾਂ, ਕਿਉਂਕਿ ਉਦੋਂ ਪਤਾ ਸੀ ਕਿ ਫਲਾਣਾ ਪਿੰਡ ਆਬਾਦ ਹੈ ਤੇ ਉੱਥੇ ਲੋਕ ਜਾ ਰਹੇ ਆ। ਅੱਛਾ। ਭੈਣੀ ਇੱਕ ਪਿੰਡ ਸੀ ਲਾਗੇ, ਉੱਥੇ ਮੁਸਲਮਾਨ ਜੀ ਨੇ ਕੈਂਪ ਲਾਏ ਸੀ ਭੈਣੀ ਪਿੰਡ ਦੇ ਵਿੱਚ। ਠੀਕ ਹੈ। ਉਹ ਕੈਂਪ ਲਾਏ ਸੀ, ਉੱਥੇ ਜਦੋਂ ਗਏ ਤੇ ਫਿਰ ਉਹ ਕਾਫੀ ਲੋਕ ਸਾਡੇ ਪਿੰਡ ਦੇ ਜਿਹੜੇ ਸੀ ਨਾ, ਦਿਨ ਸੂਰਜ ਨਿਕਲ ਰਿਹਾ ਸੀ ਤੇ ਅਸੀਂ ਉੱਥੇ ਪਹੁੰਚੇ। ਸੂਰਜ ਨਿਕਲ ਰਿਹਾ ਸੀ ਤੇ ਤੁਸੀਂ ਭੈਣੀ ਪਿੰਡ ਵਿੱਚ? ਭੈਣੀ ਸੂਰਜ ਨਿਕਲ ਚੁੱਕਿਆ ਸੀ। ਸੂਰਜ ਨਿਕਲ ਚੁੱਕਿਆ ਸੀ। ਹਾਂਜੀ। ਅੱਗੋਂ ਜਿਹੜੇ ਉੱਥੇ ਬੰਦੇ ਪਿੰਡ ਦੇ ਉੱਜੜ ਕੇ ਦੌੜ ਕੇ ਸਾਰਿਆਂ ਨੂੰ ਪਤਾ ਸੀ ਨਾ ਕਿ ਫਲਾਣਾ ਪਿੰਡ ਆਬਾਦ ਹੈ। ਹਾਂ। ਉੱਥੇ ਸਾਨੂੰ ਕਈ ਬੰਦੇ ਮਿਲੇ, ਉੱਥੇ ਮੇਰਾ ਭਾਈ ਮੁਹੰਮਦ ਅਲੀ ਵੀ ਮਿਲ ਗਿਆ। ਹਾਂ। ਵੱਡਾ ਭਾਈ। ਥੋੜ੍ਹਾ ਜਿਹਾ ਅਸੀਂ ਮਤਲਬ ਠਹਿਰੇ ਹਾਂ ਤੇ ਮੇਰੀ ਮਸ਼ੀਰਾ ਤੇ ਮੇਰਾ ਇੱਕ ਭਾਈ ਮੇਰੇ ਤੋਂ ਵੱਡਾ ਸੀ, ਇਹ ਵੀ ਦੋਨੋਂ ਮਿਲ ਗਏ। ਅਸੀਂ ਕਿਹਾ ਵੀ ਪੁੱਛਿਆ ਉਹਨਾਂ ਨੂੰ ਤੁਸੀਂ, ਉਹਨੇ ਕਿਹਾ ਵੀ ਮੇਰੀ ਭੈਣ ਕਹਿਣ ਲੱਗੀ ਕਿ ਅਸੀਂ ਉੱਥੋਂ ਦੌੜੇ ਆ ਨਾ, ਸਿੱਖ ਘੋੜਾ ਲੈਣ ਗਏ ਸੀ ਵੀ ਇਹਨੂੰ ਲੈ ਚੱਲੋ। ਮੇਰੀ ਭੈਣ ਉਸ ਵੇਲੇ 16-17 ਸਾਲਾਂ ਦੀ ਸੀ। ਅੱਛਾ। ਤੇ ਮੈਂ ਉੱਥੋਂ ਦੌੜ ਲਾਈ, ਅੱਗੇ ਛੋਟਾ ਮਿਲ ਗਿਆ, ਅਸੀਂ ਲੈ ਕੇ ਨਾ ਤੇ ਸਾਡੇ ਘਰਾਂ ਦੇ ਲਾਗੇ ਨਾ ਇੱਕ ਬਹੁਤ ਪਿੱਪਲ ਦਾ ਦਰਖਤ ਸੀ, ਬੋੜ ਦਾ ਬਹੁਤ ਵੱਡਾ। ਅੱਛਾ ਜੀ। ਇਹ ਦੋਨੋਂ ਉਹਦੇ ਤੇ ਚੜ੍ਹ ਗਏ। ਰਾਤ ਇਹਨਾਂ ਕਿਵੇਂ ਗੁਜ਼ਾਰੀ। ਤੇ ਰਾਤ ਨੂੰ ਉਹ ਛੋਟਾ ਭਾਈ ਮੇਰੇ ਤੋਂ ਵੱਡਾ ਜਿਹੜਾ ਸੀ, ਉਹ ਕਹਿੰਦਾ ਸੀ ਭੈਣ ਮੈਨੂੰ ਕੀੜੇ ਲੜਦੇ ਆ। ਉਹ ਕਹਿੰਦੀ ਮੈਂ ਕਦੀ ਆਪਣਾ ਦੁਪੱਟਾ ਦੇ ਹੇਠਾਂ ਦਿੰਦੀ ਸਾਂ, ਕਦੀ ਕੁਝ ਕਰਦੀ ਸਾਂ। ਫਿਰ ਜਦੋਂ ਉਹਨਾਂ ਨੂੰ ਤਸੱਲੀ ਹੋ ਗਈ ਨਾ ਕਿ ਸਿੱਖ ਚਲੇ ਗਏ ਪਿੰਡ ਨੂੰ ਤਬਾਹ ਕਰਕੇ, ਉਹ ਹੇਠਾਂ ਉਤਰੇ ਤੋਂ ਵੀ ਭੈਣੀ ਚਲੇ ਗਏ। ਉਹ ਇਸ ਤਰ੍ਹਾਂ ਪਹੁੰਚੇ ਤੇ ਅਸੀਂ ਇਸ ਤਰ੍ਹਾਂ ਪਹੁੰਚ ਗਏ। ਫਿਰ ਮੇਰਾ ਵਾਲਦ ਸੀ, ਉਹ ਵੀ ਮੈਨੂੰ ਉੱਥੇ ਮਿਲ ਗਿਆ ਭੈਣੀ। ਉਹ ਜ਼ਖਮਾਂ ਨਾਲ ਚੂਰ ਸੀ। ਉਹ ਜਦੋਂ ਮੁਕਾਬਲਾ ਕਰਨ ਗਏ ਨਾ ਤੇ ਉਹਨਾਂ ਆਪਣੀ ਵੱਲੋਂ ਮਾਰ ਦਿੱਤਾ ਸੀ। ਉਹ ਰਾਤ ਨੂੰ ਉਹ ਕਹਿੰਦਾ ਕਿ ਬਾਅਦ ਦੇ ਵਿੱਚ ਮੇਰੇ ਬਾਬਾ ਜੀ ਕਹਿਣ ਲੱਗੇ ਕਿ ਉਹਨਾਂ ਧਰੂ ਕੇ ਨਾ ਸਾਨੂੰ ਕੋਈ ਬੰਦੇ ਨੇ ਡਿਊਟੀ ਲਾਈ ਸੀ ਤੇ ਲਾਸ਼ਾਂ ਦੇ ਢੇਰ 'ਚ ਫੈਂਕ ਦਿੰਦੇ ਸੀ ਵੀ ਇਹ ਦਿਨੇ ਸਾੜ ਦਾਂਗੇ ਜਾਂ ਜੋ ਵੀ ਕਰਨਾ ਹੋਇਆ ਉਹਨਾਂ ਦੇ। ਰਾਤ ਨੂੰ ਉਹਨੂੰ ਕਿਤੇ ਹੋਸ਼ ਆ ਗਈ, ਉਹ ਬੇਹੋਸ਼ ਹੈਗਾ ਸੀ। ਜਦੋਂ ਹੋਸ਼ ਆਈ ਤੇ ਉਹ ਉੱਠਿਆ ਤੇ ਉਹਨੇ ਯਾਦਦਾਸ਼ਤ ਉਹਦੀ ਵਾਪਸ ਆਈ ਤੇ ਉਹਨੇ ਆਪਣੇ ਆਪ ਨੂੰ ਦੇਖਿਆ ਕਿ ਮੈਂ ਇਸ ਪੋਜੀਸ਼ਨ 'ਚ, ਤੇ ਉਹ ਆਸਾ ਚੱਲ ਕੇ ਉਹ ਭੈਣੀ ਉਹ ਵੀ ਪਹੁੰਚ ਗਿਆ। ਉੱਥੇ ਜ਼ਖਮਾਂ ਦਾ ਉਹਦਾ ਇਲਾਜ ਲੂਜ ਕੀਤਾ। ਕਾਇਦ ਆਜ਼ਮ ਦੇ ਰਜ਼ਾਕਾਰ ਹੈਗੇ ਸੀ, ਕੈਂਪ ਲੱਗੇ ਸੀ, ਮੁਸਲਿਮ ਲੀਗ ਦਾ ਕਾਫੀ ਉੱਥੇ ਖਾਣਾ ਖੁਣਾ ਵੀ ਸੀ। ਇਹ ਭੈਣੀ ਕੈਂਪ ਜਿਹੜਾ ਲੱਗਾ ਸੀ ਇਹ ਤੁਹਾਡੇ ਪਿੰਡ ਕੁੜੀ ਵਿਲਾ ਤੋਂ ਕਿੰਨੀ ਕੁ ਦੂਰ ਸੀ? ਇਹ ਹੋਣਾ ਕੋਈ 5-6 ਕਿਲੋਮੀਟਰ ਹੋਵੇਗਾ। ਸਾਰਿਆਂ ਦਾ ਇਰਾਦਾ ਪਹਿਲੇ ਤੋਂ ਯਾਨੀ ਪਤਾ ਸੀ? ਉਹਨਾਂ ਨੂੰ ਇਹ ਪਤਾ ਸੀ, ਗੱਲਾਂ ਹੁੰਦੀਆਂ ਰਹਿੰਦੀਆਂ ਸੀ ਨਾ ਪਿੰਡ 'ਚ ਵੀ ਫਲਾਣਾ ਪਿੰਡ ਉਜੜ ਗਿਆ, ਫਲਾਣਾ ਪਿੰਡ, ਫਲਾਣੇ ਪਿੰਡ ਕੈਂਪ ਲੱਗੇ ਆ, ਫਲਾਣਾ ਇਹ ਉਹ, ਉਹਨੂੰ ਸਾਰਾ ਪਤਾ ਸੀ ਬੰਦਿਆਂ ਨੂੰ। ਤੇ ਬੰਦੇ ਘਰਾਂ 'ਚ ਗੱਲਾਂ ਕਰਦੇ, ਉਹ ਜਿਹੜਾ ਬਚਿਆ ਨਾ ਪਿੰਡ ਦਾ ਬੰਦਾ ਕੋਈ ਅਕਸਰ ਉੱਥੇ ਪਹੁੰਚੇ ਦੌੜ ਕੇ, ਜਾਂ ਜਿਸ ਤਰ੍ਹਾਂ ਵੀ ਜਿਸ ਹਾਲਤ 'ਚ ਕੋਈ ਨੰਗਾ ਸੀ, ਕੋਈ ਵੈਸੇ, ਕੋਈ ਜਿਸ ਤਰ੍ਹਾਂ ਕੱਪੜੇ ਨਹੀਂ ਸੀ। ਉੱਥੇ ਫਿਰ ਕਈ ਬੰਦੇ ਮਿਲੇ ਮੁਲੇ। ਫਿਰ ਉੱਥੇ ਅਸੀਂ ਮਹੀਨਾ ਡੇਢ ਮਹੀਨਾ ਰਹੇ ਹਾਂ ਕੈਂਪ 'ਚ। ਆਪਾਂ ਕੈਂਪ ਦੀ ਗੱਲਾਂ ਇੱਥੋਂ ਕਰਾਂਗੇ, ਲੇਕਿਨ ਮੈਂ ਪਿੱਛੇ ਕੁਝ ਆਪਣੇ ਵੇਖਣ ਵਾਲਿਆਂ ਨੂੰ ਕਹਾਣੀ ਚੂੰਕਿ ਅਸੀਂ ਇਸ ਤਰ੍ਹਾਂ ਲੈ ਕੇ ਚੱਲਣੀ ਹੁੰਦੀ ਹੈ ਵੀ ਆਪਣੀ ਅੱਖਾਂ ਨਾਲ ਵਿਖਾਈਏ ਆਪਣੇ ਸੁਣਨ ਵਾਲਿਆਂ ਨੂੰ, ਵੇਖਣ ਵਾਲਿਆਂ ਨੂੰ। ਸਹੀ ਹੈ। ਸਾਨੂੰ ਇਹ ਦੱਸੋ ਪਿੰਡ ਵਿੱਚ ਜਿਹੜਾ ਹਮਲਾ ਹੋਇਆ ਉੱਥੇ ਤੁਹਾਡੇ ਘਰ ਦੇ ਜੀਆ ਜੰਤ ਵਿੱਚੋਂ, ਭਰਾਵਾਂ ਭੈਣਾਂ ਵਿੱਚੋਂ, ਚਾਚਿਆਂ ਤਾਇਆਂ ਵਿੱਚੋਂ ਕੌਣ ਸ਼ਹੀਦ ਹੋ ਗਿਆ ਸੀ? ਉਧਰ ਸਾਡੇ ਜਿਹੜੇ 2 ਘਰ ਸੀ ਨਾ, ਇੱਕ ਸਾਡਾ, ਇੱਕ ਮੇਰੇ ਚਾਚੇ ਦਾ ਜਿਹੜਾ ਚੀਨ 'ਚ। ਸਾਡੀ ਫੈਮਿਲੀ ਜੁਆਇੰਟ ਫੈਮਿਲੀ ਸੀ। ਠੀਕ ਹੈ। ਉਹ ਅਲੱਗਾ ਸੀ ਲੇਕਿਨ ਘਰ ਅਲੱਗਾ। ਸਾਡੀ ਹਵੇਲੀ ਸੀ ਘਰ ਤੋਂ ਬਿਲਕੁਲ ਬਾਹਰ, ਕੋਈ 4 ਕਨਾਲ ਕਿੱਲੇ ਦੇ ਵਿੱਚ ਹਵੇਲੀ ਸੀ। ਠੀਕ ਹੈ ਜੀ। ਬਾਕੀ ਉੱਥੇ ਰਹਿੰਦੇ ਸੀ। ਅੱਛਾ ਜੀ। ਸਾਡੇ ਤਕਰੀਬਨ ਉਹ ਹਵੇਲੀ ਵਾਲੇ ਸਾਰੇ ਸ਼ਹੀਦ ਹੋ ਗਏ ਸੀ। ਬੰਦੇ ਜਿਹੜੇ ਸੀ ਨਾ ਸਾਰੇ ਸ਼ਹੀਦ ਹੋ ਗਏ ਸੀ, ਉਹਨਾਂ ਦੇ ਬੱਚੇ ਸ਼ਹੀਦ ਹੋ ਗਏ ਸੀ। ਕੋਈ ਸ਼ਾਜ਼ੋ ਨਾਦਰ ਇੱਕ ਅੱਧਾ ਬੱਚਾ, ਤਕਰੀਬਨ ਸਾਰੇ ਸ਼ਹੀਦ ਹੋ ਗਏ ਸੀ। ਤੁਹਾਡੇ ਕੀ ਲੱਗਦੇ ਸੀ ਜਿਹੜੇ ਸ਼ਹੀਦ ਹੋਏ? ਉਹ ਮੇਰੇ ਚਾਚੇ ਤਾਏ, ਉਹਨਾਂ ਦੇ ਬੱਚੇ,
ਮਤਲਬ ਸਾਰੇ ਜਿੰਨੀ ਫੈਮਿਲੀ ਸੀ ਚਾਚੇ ਤਾਏ ਉਹਨਾਂ ਦੇ ਬੱਚੇ ਉਹਨਾਂ ਦਾ ਪੂਰਾ ਬੱਚਿਆਂ ਦੇ ਜੀਆ ਬੱਚੇ। ਜੰਤ, ਉਹ ਇੱਕ ਬੱਚਾ ਵੀ ਨਹੀਂ ਬਚਿਆ, ਇੱਕ ਅੱਧਾ ਬਚਿਆ ਸੀ, ਬਾਕੀ ਸਾਰੇ ਸ਼ਹੀਦ ਹੋ ਗਏ। ਔਰਤ ਉਹ ਵੀ ਔਰਤਾਂ ਬਚੀਆਂ, ਬਾਕੀ ਸਾਰੇ, ਇੱਕ ਮੁੰਡਾ ਬਚਿਆ ਸੀ ਤੇ ਇੱਕ ਉਹਦੀ ਵਾਲਦਾ ਸੀ, ਬਾਕੀ ਸਾਰੇ ਸ਼ਹੀਦ ਹੋ ਗਏ। ਤੇ ਤੁਹਾਡੇ ਸੱਕੇ ਭਾਈਆਂ ਚੋਂ? ਸਾਡੇ ਸਗੇ ਭਾਈਆਂ ਚੋਂ ਮੈਂ ਤੇ ਆਪਣੇ ਬਾਰੇ ਤੁਹਾਨੂੰ ਦੱਸ ਚੁੱਕਿਆ। ਜੀ ਬਿਲਕੁਲ। ਮੇਰਾ ਭਾਈ ਮੇਰੇ ਤੋਂ ਵੱਡਾ ਨਜ਼ੀਰ ਜਿਹੜਾ, ਉਹਦਾ ਵੀ ਦੱਸਿਆ ਕਿ ਉਹ ਰਾਤ ਉਹਨਾਂ ਬੋਰਡ ਦੇ ਦਰਖਤ ਤੇ ਗੁਜ਼ਾਰੀ, ਉਹ ਬਚ ਗਿਆ। ਉਹ ਬਚ ਗਿਆ। ਮੇਰੀ ਭੈਣ ਬਚ ਗਈ। ਮੁਹੰਮਦ ਸ਼ਰੀਫ? ਮੁਹੰਮਦ ਸ਼ਰੀਫ ਸ਼ਹੀਦ ਹੋ ਗਿਆ। ਠੀਕ ਹੈ ਉਹ ਤੇ ਸ਼ਹੀਦ ਹੋ ਗਿਆ। ਦਾਦਾ ਜਿਹੜਾ ਸੀ ਉਹ ਮੈਨੂੰ ਯਾਦ ਹੈ ਕਿ ਜਿਸ ਵੇਲੇ ਮੁਹੰਮਦ ਸ਼ਰੀਫ ਸ਼ਹੀਦ ਹੋਇਆ ਨਾ, ਉਹ ਡੰਗੋਰੀ ਨਾਲ ਚੱਲਦਾ ਸੀ ਤੇ ਉਹ ਉੱਥੇ ਆ ਕੇ ਨਾ, ਜਿਵੇਂ ਤੁਸੀਂ ਬੈਠੇ ਜੇ ਨਾ, ਇਸ ਤਰ੍ਹਾਂ ਆ ਕੇ ਉਹਦੀਆਂ ਆਂਦਰਾਂ ਉਹਦੇ ਪੇਟ ਵਿੱਚ ਪਾ ਰਿਹਾ ਸੀ। ਓਏ ਹੋਏ। ਆਪਣੇ ਜਿਗਰ ਦੇ ਟੋਟਿਆਂ ਦੇ ਪਾਟੇ ਹੋਏ ਢਿੱਡ ਵੇਖਣਾ ਐਡਾ ਸੌਖਾ ਨਹੀਂ ਹੁੰਦਾ। ਉਹ ਵੀ ਇੱਕ ਦਾਦੇ ਲਈ ਆਪਣੇ ਪੋਤਰੇ ਦੀ ਲਾਸ਼ ਸਾਹਮਣੇ ਪਈ ਹੈ, ਜਾਂ ਉਹ ਤੜਫਦਾ ਪਿਆ ਜਾਂ ਆਖਰੀ ਸਾਹ ਲੈ ਰਿਹਾ ਹੈ, ਤੇ ਉਹਦੀਆਂ ਆਂਦਰਾਂ ਚੁੱਕ ਚੁੱਕ ਕੇ ਉਹਦੇ ਢਿੱਡ ਵਿੱਚ ਪਾਉਣ ਦਾ ਮੰਜ਼ਰ। ਫਿਰ ਲਾਸਟ ਅਸੀਂ ਉਹਨੂੰ ਉੱਥੇ ਦੇਖਿਆ। ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਕਿ ਉਹਦੇ ਨਾਲ ਕੀ ਹੋਇਆ। ਦਾਦਾ ਜੀ ਦਾ ਪਤਾ ਹੀ ਨਹੀਂ? ਨਹੀਂ, ਉਹਦਾ ਨਹੀਂ ਪਤਾ। ਮੈਂ ਬਾਅਦ ਚ ਲੈਟਰ ਰੂਟਾਂ 'ਚ ਕਾਫੀ ਲੋਕਾਂ ਨੂੰ ਪੁੱਛਿਆ, ਲੇਕਿਨ ਕੋਈ ਮਤਲਬ ਨਹੀਂ ਪਤਾ ਲੱਗਿਆ। ਤੇ ਇੱਕ ਤੁਹਾਡਾ ਭਰਾ ਤਾਂ ਤੁਹਾਡੇ ਸਾਹਮਣੇ 3 ਬਰਛੀਆਂ ਉਹਨੂੰ ਮਾਰੀਆਂ ਸੀ। ਹਾਂਜੀ ਹਾਂਜੀ, ਉਹ ਤੇ ਸ਼ਹੀਦ ਹੋ ਉਹ ਗਿਆ। ਮੁਹੰਮਦ ਸ਼ਰੀਫ ਸੀ? ਹਾਂਜੀ, ਮੁਹੰਮਦ ਸ਼ਰੀਫ। ਇੱਕ ਜਿਹੜਾ ਵੱਡਾ ਭਰਾ ਜਿਹੜਾ ਉਹ ਬਚ ਖੜਕਦਾ ਗਿਆ, ਉਹਨੂੰ ਕੋਈ ਜ਼ਖਮ ਨਹੀਂ ਆਇਆ, ਉਹ ਉੱਥੋਂ ਬਚ ਗਿਆ ਸੀ। ਹਾਲਾਂਕਿ ਉਹਦੀ ਮੌਤ ਦਾ ਐਲਾਨ ਹਾਂ, ਵੀ ਕਰ ਉਹਦਾ ਦਿੱਤਾ ਐਲਾਨ ਵੀ ਉਹਨਾਂ ਕਰਤਾ ਸਿੱਖਾਂ ਨੇ, ਔਰ ਵਾਲਦਾ ਉਹਨਾਂ ਨੂੰ ਪੁੱਛਦੀ ਫਿਰਦੀ ਸੀ ਕਿ ਮੇਰਾ ਮੁੰਡਾ ਕਿੱਥੇ ਬੰਦੇ ਲਈ ਦੱਸੋ ਮੈਨੂੰ। ਤੇ ਉਹ ਕਹਿੰਦੇ ਸੀ ਫਲਾਣੀ ਜਗ੍ਹਾ, ਮੱਲਾ ਨਾਲ ਪਿੰਡ ਸੀ, ਉਸ ਪਾਸੋਂ ਇਹ ਆਏ ਸੀ ਕਾਫਰ, ਕਹਿੰਦੇ ਫਲਾਣੀ ਜਗ੍ਹਾ ਉਹਦੀ ਲਾਸ਼ ਪਈ ਹੈ। ਇਹ ਲਾਸ਼ਾਂ ਵੀ ਸਾਰੀਆਂ ਉਹਨੇ ਦੇਖੀਆਂ, ਲੇਕਿਨ ਨਹੀਂ ਸੀ ਮਿਲਿਆ। ਲੇਕਿਨ ਉਹ ਸਾਨੂੰ ਫਿਰ ਉੱਥੇ ਮਿਲਿਆ ਨਾ। ਉਸ ਤੋਂ ਬਾਅਦ ਫਿਰ ਉਸਨੇ ਇਹ ਕੀਤਾ ਕਿ ਬਦਲਾ ਲੈਣ ਦੀ ਸੋਚੀ। ਉਹਨੇ ਜਿਹੜੇ ਕੈਂਪ ਵਿੱਚ ਬੰਦੇ ਸੀ ਨਾ, ਹੋਰ ਮੁਸਲਮਾਨ, ਉਹਨਾਂ ਨੂੰ ਤਿਆਰ ਕੀਤਾ। ਤਿਆਰ ਕਰਕੇ ਉਹਨੇ ਪਿੰਡ ਦੇ ਉੱਤੇ ਹਮਲਾ ਕੀਤਾ। ਮੁਹੰਮਦ ਅਲੀ ਰੰਧਾਵਾ ਨੇ ਬਦਲਾ ਲੈਣ ਦਾ ਫੈਸਲਾ ਕਰ ਲਿਆ ਤੁਹਾਡੇ ਭਰਾ ਨੇ? ਹਾਂਜੀ, ਉਹਨੇ ਉਹ ਕੈਂਪ ਭੈਣੀ ਤੋਂ ਉਹਨੇ ਕੋਈ 100 ਬੰਦਾ ਇਕੱਠਾ ਕੀਤਾ। ਉਹਨੇ ਕਿਹਾ ਕਿ ਸਾਡੇ ਨਾਲ ਇਹ ਕੁਝ ਹੋਇਆ। ਉਹ ਲੈ ਕੇ ਤੇ ਪਿੰਡ ਚਲੇ ਗਿਆ। ਪਿੰਡ 'ਚ ਕੋਈ ਸਿੱਖ ਨਹੀਂ ਸੀ, ਕੋਈ ਘਰ ਉਹਨਾਂ ਦਾ ਆਬਾਦ ਨਹੀਂ ਸੀ। ਉਹ ਨਿਕਲੇ ਸੀ, ਉਹਨਾਂ ਨੂੰ ਪਤਾ ਸੀ ਕਿ ਕੋਈ ਹਰਕਤ ਨਾ ਹੋ ਜਾਏ। ਉਸ ਤੋਂ ਬਾਅਦ ਫਿਰ ਉਸਨੇ ਲਾ ਕੇ ਤਖਤੂ ਚੱਕ ਸੀ, ਉਹ ਤਬਾਹ ਕੀਤਾ। ਇਹ ਤੁਹਾਡੇ ਬੰਦਿਆਂ ਨੇ? ਹਾਂਜੀ। ਮੁਹੰਮਦ ਅਲੀ ਰੰਧਾਵਾ ਜੱਟ ਜਿਹੜਾ ਹੈ, ਉਹਨੇ 100 ਬੰਦਿਆਂ ਦਾ ਦਸਤਾ ਤਿਆਰ ਕੀਤਾ, ਹਾਂਜੀ, ਭੈਣੀ ਕੈਂਪ 'ਚੋਂ ਗਿਆ ਆਪਣੇ ਜੀਆ ਜੰਤ ਦਾ ਬਦਲਾ ਲੈਣ ਵਾਸਤੇ। ਲੇਕਿਨ ਉੱਥੇ ਪਿੰਡ 'ਚ ਕੋਈ ਨਹੀਂ ਸੀ ਉਹਨਾਂ 'ਚ। ਉਹ ਦੂਜੇ ਤੀਜੇ ਦਿਨ ਦੀ ਇਹ ਗੱਲ ਹੈ, ਉਹ ਸਾਰੇ ਅੱਗੇ ਪਿੱਛੇ ਸੀ, ਕਿਤੇ ਮਤਲਬ ਪਨਾਹ ਲਈ ਸੀ ਉਹਨਾਂ ਸਿੱਖਾਂ ਨੇ। ਉਹਨਾਂ ਨੂੰ ਪਤਾ ਸੀ ਕਿ ਇਹਨਾਂ 'ਚੋਂ ਇੱਕ ਵੀ ਬਚ ਗਿਆ ਤੇ ਸਾਨੂੰ ਨਹੀਂ ਛੱਡਣਾ। ਫਿਰ ਉਸ ਤੋਂ ਬਾਅਦ ਉਹ ਆਪਣੇ ਪਿੰਡ ਤੋਂ ਕਿਹੜੇ ਪਾਸੇ ਗਏ? ਉਹ ਤਖਤੂ ਚੱਕ ਗਏ। ਤਖਤੂ ਚੱਕ ਉਹਨਾਂ ਦੇ ਰਾਹ 'ਚ ਪੈਂਦਾ ਸੀ ਵਾਪਸੀ ਤੇ। ਹਾਂ। ਉਹ ਫਿਰ ਪਿੰਡ ਗਏ। ਉੱਥੇ ਕਹਿੰਦੇ ਕਿ ਅਸੀਂ ਪਿੰਡ ਦਾ ਕੋਈ ਸਿੱਖ ਨਹੀਂ ਛੱਡਿਆ। ਇੱਕ ਦੱਸਦਾ ਸੀ ਭਾਈ ਮੇਰਾ, ਉਹ ਦੱਸਦਾ ਸੀ ਇੱਥੇ ਮੈਨੂੰ, ਕਹਿੰਦਾ ਕਿ ਇੱਕ ਔਰਤ ਸੀ, ਉੱਥੋਂ ਨਾ ਗ੍ਰਨੇਡ ਮਾਰਦੀ ਸੀ ਸਾਨੂੰ, ਸੁਨਾਰਿਆਂ ਦੀ ਔਰਤ ਸੀ, ਸਿੱਖਾਂ ਦੀ। ਅੱਛਾ ਜੀ। ਫਿਰ ਅਸੀਂ ਬੈਕ ਸਾਈਡ ਤੋਂ ਚੜ੍ਹ ਕੇ, ਕਹਿੰਦਾ ਅਸੀਂ ਉੱਤੋਂ ਜਾ ਕੇ ਉਹਨੂੰ ਕੋਠੇ ਤੋਂ ਸੁੱਟਿਆ। ਅੱਛਾ ਜੀ। ਮਤਲਬ ਜਿੰਨਾ ਕਿ ਕਰ ਸਕਦੇ ਸੀ ਨਾ ਕੀਤਾ। ਅੱਛਾ ਜੀ। ਫਿਰ ਉਸ ਤੋਂ ਬਾਅਦ ਆ ਗਏ ਉੱਥੇ। ਫਿਰ ਅਸੀਂ ਨੀਅਰ ਅਬਾਊਟ ਤਕਰੀਬਨ ਅਸੀਂ ਮਹੀਨਾ ਡੇਢ ਰਹੇ ਕੈਂਪ ਦੇ ਵਿੱਚ। ਅੱਛਾ ਜੀ। ਫਿਰ ਉੱਥੋਂ ਕਮ ਸੇ ਕਮ 25-30 ਪਿੰਡ ਇਕੱਠੇ ਨਾ ਪਾਕਿਸਤਾਨ ਨੂੰ ਚੱਲੇ। ਗੱਡਿਆਂ ਦੇ ਉੱਤੇ ਸਮਾਨ ਸੀ, ਅਸੀਂ ਤਾਂ ਖਾਲੀ ਸਾਂ। ਹੋਰ ਇੱਧਰ ਉੱਧਰ ਸਮਾਨ ਬੜਾ ਸੀ ਉਹਨਾਂ ਕੋਲ। ਗੱਡਿਆਂ ਦੇ ਉੱਤੇ ਚੱਲ ਕੇ ਫਿਰ ਉਹਨਾਂ ਕਸੂਰ ਵਾਲ ਨੂੰ, ਮੈਨੂੰ ਯਾਦ ਇੱਕ ਨਹਿਰ ਸੀ, ਨਹਿਰ ਦੇ ਪਟੜੀ ਦੇ ਉੱਤੇ ਅਸੀਂ ਚਲੇ ਜਾ ਰਹੇ ਸਾਂ ਤੇ ਹੇਠਾਂ ਦੂਜੇ ਗੱਡਿਆਂ ਗੁੱਡਿਆਂ ਵਾਲੇ ਜਾ ਰਹੇ ਸੀ ਕਸੂਰ ਵਾਲ ਨੂੰ। ਸੁਬਾਹ ਚੱਲੇ। ਜਿਸ ਵੇਲੇ ਕੋਈ ਜ਼ੋਰ ਦੇ ਟਾਈਮ ਤੋਂ ਥੋੜ੍ਹਾ ਜਿਹਾ ਪਹਿਲੇ, ਜਾਂ ਜ਼ੋਰ ਦਾ ਟਾਈਮ ਗੱਲ ਹੋਇਆ ਨਾ, ਤਾਂ ਅਸੀਂ ਦੇਖਿਆ ਸੀ ਕਿ ਦੋਨੋਂ ਸਾਈਡ ਤੇ ਅੱਗੇ ਵੀ ਸਿੱਖ ਸੀ, ਪਿੱਛੇ ਵੀ ਸਿੱਖ ਸੀ, ਇੱਧਰ ਵੀ ਸਿੱਖ ਸੀ, ਇੱਧਰ ਵੀ ਸਿੱਖ ਸੀ। ਦਰਮਿਆਨ 'ਚ ਕਾਫਲਾ ਸੀ। ਉਹ ਕਾਫਲੇ ਕੋਲੋਂ ਨਾ ਲਾਠੀਆਂ ਲੂਠੀਆਂ ਜਾਂ ਜਿਹੜੇ ਹਥਿਆਰ ਸੀ ਉਹ ਲੈਂਦੇ ਜਾਂਦੇ ਸੀ। ਅੱਛਾ ਜੀ। ਜਿਸ ਵੇਲੇ ਉਹਨਾਂ ਵੇਖਿਆ ਵੀ ਇਹ ਕਾਫਲਾ ਖਾਲੀ ਹੋ ਗਿਆ, ਕਿਉਂਕਿ ਜਵਾਨ ਕਾਫਲਿਆਂ 'ਚ ਕਈ ਪਿੰਡ ਤੇ ਆਬਾਦ ਸੀ ਨਾ ਸਾਰੇ, ਸਾਡੇ ਤੋਂ ਇਲਾਵਾ। ਉਹਨਾਂ ਅੱਗੋਂ ਵੀ ਹਮਲਾ ਕਰਤਾ, ਪਿੱਛੋਂ ਵੀ ਹਮਲਾ ਕਰਤਾ, ਦੋਨੋਂ ਸਾਈਡਾਂ ਤੋਂ ਵੀ ਹਮਲਾ ਕਰਤਾ। ਇਹ ਕਿਹੜੀ ਥਾਂ 'ਤੇ ਹਮਲਾ ਹੋਇਆ? ਇਹ ਕਸੂਰ ਨੂੰ ਆ ਰਹੇ ਸੀ ਤੇ ਸੰਘਿਆਂ ਵਾਲਾ ਪੁਲ ਆ ਇੱਕ। ਅੱਛਾ ਜੀ। ਉੱਥੇ ਹਮਲਾ ਹੋਇਆ ਸੀ। ਕਿਉਂਕਿ ਸਾਨੂੰ ਬਾਅਦ 'ਚ ਉਹ ਪੁਲ ਦੇ ਉੱਤੇ ਇਕੱਠਾ ਕੀਤਾ ਗਿਆ ਨਾ। ਉਹ ਫਿਰ ਕਾਫੀ ਮਾਰ ਧਾੜ ਰਹੀ। ਕਦੀ ਅਸੀਂ ਅੱਗੇ ਨੱਸੇ ਜਾਂਦੇ ਸਾਂ, ਕਦੀ ਪਿੱਛੇ ਨੂੰ ਆਉਂਦੇ ਸਾਂ। ਵਾਲਦਾ ਮੇਰੀ ਨੇ ਮੇਰੀ ਉਂਗਲੀ ਪਕੜੀ ਸੀ। ਫਿਰ ਇੱਕ ਜਗ੍ਹਾ ਮੈਂ ਡਿੱਗ ਪਿਆ। ਭਗਦੜ ਬਹੁਤ ਜ਼ਿਆਦਾ ਸੀ। ਤੇ ਵਾਲਦਾ ਨੂੰ ਇਹ ਸਮਝ ਆਈ ਵੀ ਇਹ ਹੁਣ ਨਹੀਂ ਚੱਲ ਸਕਦਾ। ਤੇ ਨਹਿਰ ਦੇ ਨਾਲ ਨਾ ਜ਼ਖੀਰੇ ਜਿਹੇ ਹੁੰਦੇ ਦਰਖਤਾਂ ਦੇ, ਤੁਸੀਂ ਦੇਖੇ ਹੋਣਗੇ। ਬਿਲਕੁਲ ਹੁੰਦੇ। ਉਹਨਾਂ ਦਰਖਤਾਂ ਦੇ ਵਿੱਚ ਮੈਂ ਲੈ ਕੇ ਵੜ ਗਈ, ਜਿਹਦੇ ਵਿੱਚ ਇੱਕ ਮੈਂ ਸਾਂ, ਇੱਕ ਮੇਰੇ ਵੱਡੇ ਭਾਈ ਦੀ ਬੀਵੀ ਸੀ।
ਜਿਹੜੀ ਇੱਥੋਂ ਵਿਆਹ ਕੇ ਖੜੀ ਸੀ, ਮੁਹੰਮਦ ਅਲੀ ਮੁਹੰਮਦ ਅਲੀ ਦੀ ਬੀਵੀ। ਅੱਛਾ ਜੀ। ਇੱਕ ਮੈਂ ਸਾਂ ਤੇ ਇੱਕ ਮੇਰਾ ਬਾਪ ਸੀ, ਕਿਉਂਕਿ ਉਹ ਜ਼ਖਮ ਉਹਦੇ ਠੀਕ ਹੋ ਗਏ ਸੀ। ਇੱਕ ਮੇਰੀ ਵਾਲਦਾ ਸੀ। ਅੱਛਾ ਅਸੀਂ 4 ਜਣੇ ਨਾ ਉਹ ਦਰਖਤਾਂ 'ਚ ਵੜੇ ਨਾ। ਅੰਮਾ ਕਹਿਣ ਲੱਗੀ ਬਾਬੇ ਨੂੰ ਵੀ ਐ ਨਹੀਂ ਚੱਲ ਸਕਦਾ ਮੁੰਡਾ, ਤੇ ਕਿਉਂ ਮੈਂ ਡਿੱਗ ਪਿਆ ਸੀ ਉੱਥੇ। ਭਗਦੜ ਬਹੁਤ ਜ਼ਿਆਦਾ ਸੀ, ਕਿਉਂਕਿ ਕੋਈ 20-25 ਲੱਖ ਬੰਦਾ ਹੋਣਾ, 10-25-30 ਪਿੰਡ ਹੈਗੇ ਸੀ। ਉਹ ਫਿਰ ਅਸੀਂ ਉਹ ਦਰਖਤਾਂ ਦੇ ਵਿੱਚ ਨਾ ਖਾੜਾ ਜਿਹਾ ਸੀ। ਖਾੜੇ ਦੇ ਉੱਤੇ ਇੱਕ ਦਰਖਤ ਨੇ ਪੂਰਾ ਕਵਰ ਕੀਤਾ ਸੀ, ਮਤਲਬ ਉਹਨੂੰ 4 ਫੇਰ ਉਹਦੇ ਹੇਠਾਂ ਵੜ ਗਏ, ਅਸੀਂ ਖਾੜੇ 'ਚ ਵੜ ਗਏ। ਉਹ ਚੰਗੀ ਦੇ ਵਿੱਚ ਵੜ ਗਏ। ਚੰਗੀ ਦੇ ਵਿੱਚ ਵੜ ਗਏ ਤੇ ਉਹ ਖਾੜੇ ਦੇ ਉੱਤੇ ਦਰਖਤ ਸੀ। ਉਹ ਸਾਨੂੰ ਕਿਸੇ ਪਾਸੇ ਕੋਈ ਨਜ਼ਰ ਨਹੀਂ ਸੀ ਆਉਂਦਾ। ਅਸੀਂ ਬੈਠੇ ਰਹੇ ਉੱਥੇ। ਮਗਰਬ ਦਾ ਟਾਈਮ ਹੈ, ਮੈਨੂੰ ਯਾਦ ਹੈ। ਮਗਰਬ ਦਾ ਟਾਈਮ ਹੋਇਆ ਤੇ ਬਾਹਰ ਦਿਨ ਲੈਂਦੇ ਕੋਲ। ਹਾਂਜੀ, ਦਿਨ ਲੈਂਦੇ ਕੋਲ। ਹਾਂਜੀ। ਇਹ ਸਾਨੂੰ ਆਵਾਜ਼ ਆਈ ਕੋਈ ਬਾਹਰੋਂ, ਤੇ ਅੰਮਾ ਕਹਿੰਦੀ ਤੁਸੀਂ ਬੈਠੇ ਰਹੋ, ਮੈਂ ਨਿਕਲ ਕੇ ਵੇਖਣੀ। ਉਹ ਮਾਂ ਮੇਰੀ ਬਹੁਤ ਦਲੇਰ ਸੀ, ਤੇ ਉਹ ਬਾਹਰ ਨਿਕਲੀ ਤੇ ਉਹ ਇੱਕ ਸਿਪਾਹੀ ਨੇ ਨਾ ਕਾਇਦ ਆਜ਼ਮ ਦਾ ਰਜ਼ਾਕਾਰ ਪਹੁੰਚ ਗਏ ਨਾ। ਉਹਨਾਂ ਨੂੰ ਪਤਾ ਲੱਗਾ ਕਿ ਫਲਾਣੀ ਜਗ੍ਹਾ ਕਤਲੇਆਮ ਹੋ ਰਿਹਾ, ਤਾਂ ਫਿਰ ਉਹਨਾਂ ਨੇ ਆਪਣੀ ਫੋਰਸ ਭੇਜ ਦਿੱਤੀ ਸੀ। ਅੱਛਾ ਜੀ। ਉਹਨੇ ਬਗਲ 'ਚ ਇੱਕ ਬੁੜੀ ਮਾਈ ਨੂੰ ਲਿਆ ਸੀ, ਜਿਹੜੀ ਕਿ ਚੱਲ ਨਹੀਂ ਸੀ ਸਕਦੀ, ਤੋਂ ਦਰਖਤਾਂ ਵਿੱਚੋਂ ਕੱਢ ਰਿਹਾ ਸੀ। ਉਹਨੇ ਅੰਮਾ ਨੂੰ ਵੇਖਿਆ ਤੇ ਕਹਿੰਦਾ ਮਾਂ ਜੀ ਤੁਸੀਂ ਬਾਹਰ ਆ ਜਾਓ, ਅਸੀਂ ਕਾਇਦ ਆਜ਼ਮ ਦੇ ਰਜ਼ਾਕਾਰ ਹਾਂ, ਤੇ ਇੱਥੇ ਪੋਲਿਆ ਲਾ ਕੇ ਉੱਥੇ ਪੁਲ 'ਤੇ ਇਕੱਠੇ ਹੋ ਜਾਓ ਸਾਰੇ। ਅੱਛਾ ਜੀ। ਅਸੀਂ ਉਹ 3-4 ਬਾਹਰ ਆਏ। ਜਿਸ ਵੇਲੇ ਅਸੀਂ ਜਾ ਰਹੇ ਸਾਂ ਨਾ ਪੈਦਲ, ਤੇ ਮੈਨੂੰ ਯਾਦ ਹੈ ਕਿ ਲਾਸ਼ਾਂ ਦੇ ਉੱਤੋਂ ਦੀ ਸਾਡੇ ਪੈਰ ਆ ਰਹੇ ਸੀ। ਯਾਨੀ ਇਤਨੀਆਂ ਲਾਸ਼ਾਂ ਸੀ ਨਾ ਉੱਥੇ ਕਿ ਅਸੀਂ ਉਹ ਲਾਸ਼ਾਂ ਦੇ ਉੱਤੇ ਪੈਰ ਬਚਾ ਕੇ ਰੱਖਦੇ ਸਾਂ। ਬੇਸ਼ੁਮਾਰ ਲਾਸ਼ਾਂ ਸੀ। ਯਾਨੀ ਇਹ ਉਹ ਮੰਜ਼ਰ ਹੈ ਜਿਹੜਾ ਤੁਸੀਂ ਆਪਣੇ ਤਨ ਤੇ ਆਪਣੀ ਰੂਹ ਤੇ ਹੰਡਾਇਆ, ਆਪਣੀ ਅੱਖਾਂ ਨਾਲ ਵੇਖਿਆ। ਫਿਰ ਸਾਡੇ ਪਿੰਡ ਦਾ ਇੱਕ ਪਟਵਾਰੀ ਸੀ, ਰਾਜਪੂਤ ਸੀ, ਉਹ ਤੁਹਾਡੀ ਫੈਮਿਲੀ ਦਾ। ਹਾਂ। ਉਹ ਉੱਥੇ ਪਿੰਡ ਲੱਗਿਆ ਸੀ। ਉਹ ਅੱਗੇ ਵੇਖਿਆ ਨਾ ਸੀ, ਉਹ ਵੀ ਉੱਥੇ ਮਰਿਆ ਪਿਆ ਸੀ। ਉਹ ਅੰਮਾ ਨੇ ਵੇਖਿਆ ਤਾਂ ਉਹਨੇ ਅੱਖ ਖੋਲੀ। ਸ਼ਹੀਦ ਹੋਇਆ ਪਿਆ, ਯਾਨੀ ਉਹ ਜ਼ਖਮੀ ਸੀਗਾ। ਜ਼ਖਮੀ ਸੀ। ਜਿਸ ਵੇਲੇ ਅਸੀਂ ਪੁਲ ਦੇ ਉੱਤੇ ਸਾਨੂੰ ਉਹਨਾਂ ਇਕੱਠਿਆਂ ਕੀਤਾ ਨਾ, ਹਾਂ, ਤੇ ਅੰਮਾ ਕਹਿਣ ਲੱਗੀ ਉਹਨਾਂ ਰਜ਼ਾਕਾਰਾਂ ਨੂੰ ਵੀ ਇੱਕ ਬੰਦਾ ਹੈ ਤਾਂ ਉਹਨੂੰ ਲਿਆਉਣਾ ਹੈ। ਉਹ ਨਾਲ ਲੈ ਕੇ ਉਸ ਜਗ੍ਹਾ 'ਤੇ ਗਈ, ਤੇ ਉਹ ਜ਼ਖਮੀ ਹੈਗਾ ਸੀ, ਮਰਿਆ ਨਹੀਂ ਸੀ। ਉਹ ਫਿਰ ਉਹਨੂੰ ਚੁੱਕ ਕੇ, ਇੰਨਾ ਨਹੀਂ ਸੀ ਕੋਈ ਚੱਲ ਨਹੀਂ ਸੀ ਸਕਦਾ, ਉਹ ਗੱਡੀ 'ਤੇ ਲਿਆ ਕੇ ਉੱਥੇ ਪੁਲ 'ਤੇ ਲਿਆਂਦਾ। ਫਿਰ ਪੁਲ ਤੋਂ ਨਾ ਜਿਹੜੇ ਜ਼ਖਮੀ ਸੀ ਨਾ, ਉਹਨਾਂ ਨੂੰ ਮੁਸਲਮਾਨ ਇੱਧਰ ਤੁਹਾਡੀ ਫੋਰਸ ਜਾਂ ਕਾਇਦ ਆਜ਼ਮ ਦੀ ਜਿਹੜੀ ਵੀ ਸੀ, ਉਹ ਇੱਧਰ ਲਿਆ ਰਹੀ ਸੀ ਜ਼ਖਮੀਆਂ ਨੂੰ। ਤੇ ਮੈਨੂੰ ਯਾਦ ਹੈ ਮੇਰਾ ਇੱਕ ਚਾਚਾ ਸੀ, ਅਲਾ ਬਖਸ਼ੋ ਦਾ ਨਾਂ ਸੀ, ਰਿਸ਼ਤੇਦਾਰੀ 'ਚੋਂ। ਠੀਕ ਹੈ। ਉਹਦਾ ਇੱਥੋਂ ਨਾ ਗਲਾ ਕੱਟਿਆ ਸੀ ਸਾਰਾ ਹੀ, ਉਹ ਸੰਘੇ ਵਾਲੇ ਪੁਲ 'ਤੇ। ਅੱਛਾ। ਉਹ ਜਦੋਂ ਆਉਂਦਾ ਸੀ ਨਾ, ਤੇ ਮੈਂ ਡਰਦਾ ਅੰਮਾ ਦੇ ਨਾਲ ਚਿਮੜ ਜਾਂਦਾ ਸੀ। ਉਹਦਾ ਫੱਟ ਵੇਖ ਕੇ ਤੁਹਾਨੂੰ ਖੌਫ ਆਉਂਦਾ ਸੀ? ਡਰ ਆਉਂਦਾ ਸੀ, ਡਰ ਆਉਂਦਾ ਸੀ। ਸਾਹ ਨਹੀਂ ਸੀ ਨਾ ਉਹਦਾ ਨਿਕਲਦਾ, ਘੜ ਕਰਦਾ ਸੀ। ਤੇ ਉਹ ਫਿਰ ਇੱਥੋਂ ਜਦੋਂ ਮੈਂ ਵੇਖਦਾ ਸੀ, ਉਹਦਾ ਅੰਦਰ ਸਾਰਾ ਨਜ਼ਰ ਆਉਂਦਾ, ਤੇ ਮੈਂ ਅੰਮਾ ਨਾਲ ਚਿਮੜ ਜਾਂਦਾ। ਉੱਥੇ ਫਿਰ ਚੌਹਾਨ ਸਾਹਿਬ ਇਹ ਹਾਲਤ ਸੀ ਕਿ 1000 ਦੇ ਹਿਸਾਬ ਨਾਲ, ਸੈਂਕੜੇ ਨਹੀਂ 1000 ਛੋਟੇ ਬੱਚੇ ਜਿਹੜੇ 2 ਸਾਲ ਦੇ, 3 ਸਾਲ ਦੇ, 4 ਸਾਲ ਦੇ, 5 ਸਾਲ ਦੇ ਇਹ ਹੈਗੇ ਸੀ, ਜਿਹੜੇ ਕੋਈ ਦਹੀਂ ਨਾਲ ਰੋਟੀ ਮੰਗਦਾ ਸੀ, ਕੋਈ ਕਿਸੇ ਨਾਲ ਜ਼ਿਮੀਂਦਾਰਾਂ ਦੇ ਬੱਚੇ ਸੀ। ਅਖੀਰ ਉਹ ਉੱਥੇ ਇਕੱਠੇ ਹੋਏ। ਇਕੱਠੇ ਹੋਣ ਤੋਂ ਬਾਅਦ ਨਾ ਉਹ ਕਾਫਲਾ ਅੱਧਾ ਜਿਹੜਾ ਸੀ ਨਾ, ਅੱਧਾ ਅਗਾਂਹ ਨੂੰ ਪਾਕਿਸਤਾਨ ਦੀ ਮਿਲਟਰੀ ਲੈ ਆਈ ਕਸੂਰ ਵਾਲੀ ਸਾਈਡ 'ਤੇ, ਸਾਨੂੰ ਉੱਥੇ ਇਕੱਠਿਆਂ ਕਰਦਾ, ਜਿਹਦੇ ਵਿੱਚ ਮੈਂ, ਮੇਰੀ ਭਰਜਾਈ ਮੁਹੰਮਦ ਅਲੀ ਦੀ ਬੀਵੀ, ਮੇਰਾ ਬਾਪ ਔਰ ਮੇਰੀ ਮਾਂ, ਅਸੀਂ 4 ਸਾਂ। ਯਾਦ ਪੈਂਦੀ ਉਹ ਕਿਹੜੀ ਜਗ੍ਹਾ ਸੀ ਜਿੱਥੇ ਇਕੱਠਾ ਕੀਤਾ ਸੀ? ਕੋਡੇ ਦੱਸਦੇ ਹੁਣ। ਸੰਘਿਆਂ ਵਾਲਾ ਪੁਲ। ਸੰਘਿਆਂ ਵਾਲਾ ਕੋਲ ਹੀ ਹਮਲਾ ਹੋਇਆ ਸੀ? ਹਾਂ, ਉੱਥੇ ਹਮਲਾ ਹੋਇਆ ਸੀ। ਕਿਉਂ ਇਕੱਠੇ ਉਹ ਇੰਨੀ ਦੂਰ ਸੀ, ਜਿਵੇਂ ਚੈੱਕ ਪੋਸਟ ਹੈ ਸਾਡੀ, ਇੰਨੀ ਦੂਰ ਸਾਨੂੰ ਉੱਥੇ ਲੈ ਆਏ ਸੀ। ਠੀਕ ਹੈ। ਕੁਝ ਕਾਫਲਾ ਜਿਹੜਾ ਅੱਗੇ ਨੂੰ ਗਿਆ ਨਾ, ਅੱਗੇ ਦੌੜਦੇ ਚਲੇ ਗਏ, ਉਹਨਾਂ ਨੂੰ ਅੱਗੇ ਲੈ ਗਏ। ਕੁਝ ਜਿਹੜਾ ਪਿੱਛੇ ਸੀ, ਕਿਉਂਕਿ ਉਹ ਤੇ ਮੀਲਾਂ ਦੇ ਹਿਸਾਬ ਨਾਲ ਲੰਬਾ ਸੀ, ਇੱਥੋਂ ਲੈ ਕੇ ਸਾਹੀਵਾਲ ਤੱਕ, ਕਾਦਰਾਬਾਦ ਤੱਕ ਲੰਬਾ ਸੀ। ਠੀਕ ਹੈ। ਉਹ ਅਗਲੇ ਅੱਗੇ ਚਲੇ ਗਏ, ਅਸੀਂ ਪਿੱਛੇ ਚਲੇ ਗਏ, ਕੋਈ ਦੌੜਦੇ ਹੋਏ ਅੱਗੇ ਚਲੇ ਗਏ, ਕੋਈ ਪਿੱਛਾ ਨੂੰ ਆ ਗਏ। ਅਸੀਂ ਉੱਥੇ ਘਿਰ ਗਏ। ਅਸੀਂ ਉੱਥੇ ਕਮ ਸੇ ਕਮ ਚੌਹਾਨ ਸਾਹਿਬ 3 ਮਹੀਨੇ ਰਹੇ ਹਾਂ। 3 ਮਹੀਨੇ ਤੁਸੀਂ ਉੱਥੇ ਸਿੰਘਾਂ ਵਾਲੇ ਪੁਲ ਤੇ ਰਹੇ 3 ਮਹੀਨੇ। ਔਰ ਇਸ ਕਾਫਲੇ ਦੇ ਵਿੱਚ ਜ਼ਿਆਦਾਤਰ ਬੱਚੇ ਸਨ, ਛੋਟੇ ਜਿਹੜੇ ਬਚ ਗਏ ਹੋਏ ਸਨ। ਯਤੀਮ ਬੱਚੇ ਸੀ, ਵੱਡੇ ਬੰਦੇ ਵੀ ਸੀ, ਲੇਕਿਨ ਜਿਹੜੇ ਆਪਣੇ ਵਾਲਿदैन ਤੋਂ ਵਿਛੜ ਗਏ ਸੀ ਨਾ, ਬਾਲੇ ਉਹ ਬੱਚੇ ਸੀ। ਔਰ ਇਹ ਮੰਜ਼ਰ ਬੜਾ ਦੁੱਖ ਦੇਣ ਵਾਲਾ, ਔਰ ਇੰਨਾ ਦੁੱਖ ਦੇਣ ਵਾਲਾ ਕਿ ਮੇਰੀ ਵਾਲਦਾ ਜਿਹੜੀ ਉਹ ਬੜੀ ਹੈ ਸੀ ਇਸ ਮਾਮਲੇ 'ਚ, ਫਿਆਜ਼ੀ ਉਹਦੇ 'ਚ ਬਹੁਤ ਜ਼ਿਆਦਾ ਸੀ। ਉਹ ਕਹਿੰਦੀ ਸੀ ਦੁੱਧ ਇਹਨਾਂ ਨੂੰ ਹੁਣ ਕਿੱਥੋਂ ਲਿਆ ਕੇ ਦੇਈਏ, ਦਹੀਂ ਕਿੱਥੋਂ ਲਿਆ ਕੇ ਦੇਈਏ? ਉਹ ਜ਼ਿਮੀਂਦਾਰਾਂ ਦੇ ਬੱਚੇ ਸੀ, ਤੇ ਘਰਾਂ 'ਚੋਂ ਖਾਂਦੇ ਪੀਂਦੇ ਘਰਾਂ ਦੇ ਬੱਚੇ, ਉਹਨੇ ਦਹੀਂ ਮੰਗਣੀ, ਦੁੱਧ ਮੰਗਣਾ। ਫਿਰ ਅਸੀਂ ਕੀ ਕੀਤਾ ਕਿ 3 ਮਹੀਨੇ ਬਾਅਦ ਉਹਨਾਂ ਸਾਨੂੰ ਉੱਥੋਂ ਲਿਆ ਪਿਕ ਕੀਤਾ। ਰੋਟੀਆਂ ਆਉਂਦੀਆਂ ਸੀ ਉੱਤੋਂ, ਜਹਾਜ਼ ਜੂ ਸੁੱਟ ਜਾਂਦਾ ਸੀ ਜਾਂ ਜੋ ਵੀ ਸੀ, ਉਹ ਉੱਥੇ ਪਹੁੰਚਦਾ ਸੀ, ਸਾਨੂੰ ਥੋੜ੍ਹੀ ਬਹੁਤ ਰੋਟੀ ਮਿਲਦੀ ਰਹੀ ਹੈ। ਅੱਛਾ ਜੀ। ਉਸ ਤੋਂ ਬਾਅਦ ਫਿਰ ਇਹਨਾਂ ਕੀਤਾ ਕਿ 3 ਮਹੀਨੇ ਬਾਅਦ ਸਾਨੂੰ ਕਹਿੰਦੇ ਕਿ ਚੱਲਣਾ ਹੈ। ਹਾਂ।
ਫਿਰ ਸਾਨੂੰ ਬੱਸਾਂ ਦੀਆਂ ਆਈਆਂ ਸੀ ਕੋਈ ਭਨਖੜ ਦੀਆਂ ਬੱਸਾਂ ਦੇ ਸਾਨੂੰ ਵਾਘੇ ਬਾਰਡਰ ਵੱਲੋਂ ਇਹਨਾਂ 3 ਮਹੀਨੇ ਬਾਅਦ ਨਾ ਇਨ ਕੀਤਾ ਪਾਕਿਸਤਾਨ ਦੇ। ਅੱਛਾ ਜੀ, ਵਾਘੇ ਬਾਰਡਰ ਵਾਲੀ ਸਾਈਡ ਤੇ। ਠੀਕ ਹੈ। ਹੁਣ ਸਾਨੂੰ ਨਹੀਂ ਪਤਾ ਕਿ ਦੂਜੇ ਕਿੱਥੇ ਆ ਜਾਂ ਰਹਿ ਗਏ ਆ ਜਾਂ ਨਹੀਂ ਰਹਿ ਗਏ। ਬਾਕੀ ਜਿਹੜੇ ਸਾਡੇ ਸੀ ਭੈਣ, ਮੇਰੀ ਹਮਸ਼ੀਰਾ, ਮੇਰੇ ਤੋਂ ਵੱਡਾ ਭਾਈ, ਮੇਰਾ ਵੱਡਾ ਭਾਈ ਮੁਹੰਮਦ ਅਲੀ, ਸਾਨੂੰ ਇਹਨਾਂ ਦੇ ਬਾਰੇ 'ਚ ਕੋਈ, ਸਿਰਫ ਸ਼ਰੀਫ ਦੇ ਬਾਰੇ 'ਚ ਇਲਮ ਸੀ। ਜਾਂ ਇੱਕ ਚਾਚੇ ਨੂੰ ਮੇਰੇ ਸਾਹਮਣੇ ਗੋਲੀ ਲੱਗੀ ਸੀ, ਇੱਕ ਚਾਚੇ ਦੇ ਹੱਥ ਕੱਟੇ ਗਏ ਸੀ, ਇਹਨਾਂ ਦਾ ਮੈਨੂੰ ਪਤਾ ਸੀ। ਬਾਕੀਆਂ ਦਾ ਸਾਨੂੰ ਕਿਸੇ ਨੂੰ ਕੋਈ ਪਤਾ ਨਹੀਂ ਸੀ ਕਿ ਉਹ ਚਲੇ ਗਏ ਆ, ਜੀਂਦੇ ਆ, ਨਹੀਂ ਜੀਂਦੇ। ਇਹ ਖਾਸ ਤੌਰ ਤੇ ਜਿਹੜਾ ਦੂਸਰਾ ਹਮਲਾ ਹੋਇਆ ਸੀ ਕਾਫਲੇ ਤੇ, ਉਸ ਤੋਂ ਬਾਅਦ ਇੱਕ ਖਿੰਡ ਫੁੱਟ ਗਏ ਤੇ ਇਹਨਾਂ ਦਾ ਪਤਾ ਨਹੀਂ ਲੱਗਿਆ ਜੀ, ਕੋਈ ਪਤਾ ਨਹੀਂ ਲੱਗਿਆ। ਉੱਥੋਂ ਦੇ ਅਜੀਬ ਮੰਜ਼ਰ ਸੀ ਕਿਉਂਕਿ ਉੱਥੇ ਉਹਨਾਂ ਨਾ ਕੋਈ ਜਵਾਨ ਲੜਕੀ ਛੱਡੀ, ਮਤਲਬ ਲਿਜਾਣ ਵਾਲੀ। ਕਾਫਲੇ ਤੇ ਹਮਲੇ ਦੇ ਵਿੱਚ ਸਿੱਖਾਂ ਨੇ ਕੁੜੀਆਂ ਵੀ ਲੈ ਗਏ, ਪਿੰਡ ਸਾਡੇ ਚੋਂ ਵੀ ਲੈ ਗਏ ਸੀ, ਲੇਕਿਨ ਉੱਥੇ ਨਾ ਜ਼ਿਆਦਾ ਮਤਲਬ ਮਾਰ ਦਾੜ ਕੀਤੀ। ਉੱਥੇ ਜਿਹੜੀ ਲੜਕੀ ਨਾਲ ਜਵਾਨ ਹੱਥ ਹੀ ਲੈ ਗਏ। ਉਸ ਤੋਂ ਬਾਅਦ ਫਿਰ ਅਸੀਂ ਵਾਘੇ ਬਾਰਡਰ ਤੋਂ ਅੰਦਰ ਹੋਏ ਹਾਂ। ਇੱਥੇ ਵਾਲਟਨ ਕੈਂਪ ਲੱਗੇ ਸੀ ਉਦੋਂ ਮੁਹਾਜਰਾਂ ਦੇ। ਠੀਕ ਹੈ। ਉਹ ਕੈਂਪ 'ਚ ਆਏ। ਇੱਥੇ ਅਸੀਂ ਕੋਈ ਬੰਦੇ ਕਈ ਚਲੇ ਗਏ ਸੀ, ਕਈ ਆਏ ਸੀ। ਉੱਥੋਂ ਸਾਨੂੰ ਕਿਸੇ ਨੇ ਦੱਸਿਆ ਵੀ ਤੁਹਾਡਾ ਫਲਾਣਾ ਬੰਦਾ ਜਿਹੜਾ ਨਾ, ਤੁਹਾਡਾ ਮੁੰਡਾ ਮੁਹੰਮਦ ਅਲੀ ਜਾਂ ਫਲਾਣਾ ਤੁਹਾਡੀ ਮਸ਼ੀਰਾ, ਉਹ ਉਕਾੜੇ ਚਲੇ ਗਏ। ਅੱਛਾ, ਉਹ ਆ ਗਏ। ਇੱਥੇ ਕੋਈ ਜਾਣ ਵਾਲੇ ਸਾਡੇ ਆਏ ਸੀ। ਹਾਂ। ਉਹ ਫਿਰ ਅਸੀਂ ਇੱਥੇ ਉਕਾੜੇ ਆਏ। ਫਿਰ ਉਹ ਮੰਜ਼ਰ ਜਿਹੜਾ ਚੌਹਾਨ ਸਾਹਿਬ, ਉਹ ਅਜੀਬ ਹੀ ਸੀ। ਜਦੋਂ ਉਹਨਾਂ ਨੂੰ ਮਿਲੇ, ਮਤਲਬ ਫਿਰ ਤੇ ਉਹ ਪਿੱਛੇ ਤੇ ਫਿਰ ਆਉਣ ਦਾ ਟਾਈਮ ਨਹੀਂ ਨਾ ਮਿਲਿਆ। ਉੱਥੇ ਫਿਰ ਇਹਨਾਂ ਨੇ ਦਿਲ ਖੋਲ ਕੇ ਰੋਏ ਵੀ, ਮਿਲੇ ਵੀ ਇੱਕ ਦੂਜੇ ਨੂੰ, ਤੇ ਫਿਰ ਆਪਣੇ ਦੁੱਖ ਸਾਰਿਆਂ ਨੂੰ ਦੱਸੇ ਦੁੱਸੇ। ਬਹਰਹਾਲ ਇੱਥੋਂ ਤੱਕ ਪਹੁੰਚ ਗਏ। ਇੱਥੇ ਫਿਰ ਸਾਡੇ ਇਲਾਕੇ ਦਾ ਇੱਕ ਅਫਸਰ ਸੀ, ਮਾਲ ਅਫਸਰ ਸੀ, ਮਿਰਜ਼ਾ ਮੁਹੰਮਦ ਬੇਗ। ਉਹ ਸਾਨੂੰ ਜ਼ਾਤੀ ਤੌਰ ਤੇ ਜਾਣਦਾ ਸੀ। ਉਹਨੇ ਫਿਰ ਸਾਨੂੰ ਜ਼ਮੀਨ ਅਲਾਟ ਕਰ ਦਿੱਤੀ ਇੱਥੇ 30 ਏਕੜ ਅਜਬੋਕੇ ਵਾਲੀ ਸਾਈਡ 'ਤੇ। ਫਿਰ ਕੁਝ ਦੇਰ ਅਸੀਂ ਵਾਹੀ ਵੀ ਕੀਤੀ। ਵਾਹੀ ਕਰਨ ਤੋਂ ਬਾਅਦ ਫਿਰ ਮਤਲਬ ਅਜ਼ੀਜ਼ ਫਿਰ ਇਹਦੇ ਵਿੱਚ ਇਹ ਹੈ ਕਿ ਉਹ ਬੱਚੇ ਜਿਹੜੇ ਸੀ ਨਾ ਸੰਘੇ ਵਾਲੇ ਪੁਲ 'ਤੇ, ਅਸੀਂ 9 ਬੱਚੇ ਮੇਰੀ ਵਾਲਦਾ ਲਿਆਈ ਹੈ। ਉਹ ਯਤੀਮ ਬੱਚੇ 9 ਤੁਹਾਡੀ ਮਾਂ ਜੀ, ਤੁਹਾਡੇ ਮਾਂ ਜੀ, ਅੰਮਾ ਜੀ ਲੈ ਕੇ ਆਪਣੇ ਨਾਲ ਆ ਗਏ? ਹਾਂ, ਨਾਲ ਲਿਆਂਦੇ। ਔਰ 5-6 ਲੜਕੀਆਂ ਲਿਆਂਦੀਆਂ ਜਵਾਨਾਂ, ਜਿਨ੍ਹਾਂ 'ਚੋਂ 2-3 ਲੜਕੀਆਂ ਸੀ। ਫਿਰ ਇੱਥੇ ਆ ਕੇ ਨਾ ਅਸੀਂ ਪੈਦਲ, ਮੈਨੂੰ ਯਾਦ ਹੈ ਮੈਂ ਨਾਲ ਜਾਂਦਾ ਸੀ। ਮੇਰਾ ਮਾਂ ਔਰ ਮੇਰਾ ਪਿਓ ਜਿਹੜਾ ਨਾ, ਉਹਨਾਂ ਦਾ ਪਤਾ ਕਰਨ ਵਾਸਤੇ ਉਹਨੇ ਬਾਅਦ ਫੈਸਲਾਬਾਦ ਵੱਲ। ਫਿਰ ਇੱਕ ਬੱਚੀ ਦਿੱਤੀ ਸੀ। ਅਸੀਂ ਮੋਚੀ ਹੈਗੇ ਸੀ ਇੱਥੇ ਫੈਸਲਾਬਾਦ ਦੇ, ਕੁੜੀ ਵਾਲਾ ਪਿੰਡ ਹੈ ਨਾਲ ਹੀ, ਉਹਦੇ ਗੁਲਾਮਾਬਾਦ ਬੈਠੇ ਆ, ਉਹਨਾਂ ਨੂੰ ਦਿੱਤੀ। ਉਹਨਾਂ ਦੀ ਔਲਾਦ ਨਹੀਂ ਸੀ, ਉਹਨਾਂ ਪਾਲ ਕੇ ਜਵਾਨ ਕਰਕੇ ਤੇ ਮਤਲਬ ਉਹਦੀ ਸ਼ਾਦੀ ਵੀ ਕੀਤੀ ਹੈ। ਉਸ ਤੋਂ ਬਾਅਦ ਦੂਜੇ ਜਿਹੜੇ ਬੱਚੇ ਸੀ 5-6, ਉਹ ਕੋਈ ਕਿਸੇ ਨੂੰ ਦਿੱਤਾ, ਕੋਈ ਕਿਸੇ ਨੂੰ ਦਿੱਤਾ, ਮੈਨੂੰ ਸਾਰੀ ਉਹਨਾਂ ਦੀ ਡਿਟੇਲ ਨਹੀਂ ਯਾਦ। ਜਵਾਨ ਲੜਕੀਆਂ ਜਿਹੜੀਆਂ ਸੀ ਉਹਨਾਂ ਦੇ ਵਾਰਸਾਂ ਨੂੰ ਤਲਾਸ਼ ਕੀਤਾ, ਜਿਹੜੇ ਮਿਲੇ ਉਹਨਾਂ ਨੂੰ ਦੇ ਦਿੱਤੇ, ਜਿਹੜੇ ਨਹੀਂ ਮਿਲੇ ਉਹਨਾਂ ਦੇ ਕੋਈ ਅਜ਼ੀਜ਼ੋਕਾਰ ਮਿਲ ਗਏ ਸੀ। ਪਤਾ ਨਹੀਂ ਸੀ ਲੱਗਦਾ ਕਿ ਕੌਣ ਕਿੱਥੇ ਆ, ਕਿੱਥੇ ਗਏ। ਵਾਰਡਨ ਕੈਂਪ ਤੋਂ ਕੋਈ ਕਿਧਰੇ ਚਲੇ ਗਿਆ, ਕੋਈ ਕਿਧਰੇ ਚਲੇ ਗਿਆ। ਫਿਰ ਉਹ ਇਸ ਤਰ੍ਹਾਂ ਮਤਲਬ ਉਹਨਾਂ ਦੇ ਪੇਰੈਂਟਸ ਤੱਕ ਜਾਂ ਉਹਨਾਂ ਦੇ ਵਾਲਿदैन ਤੱਕ ਉਹਨਾਂ ਨੂੰ ਪਹੁੰਚਾਇਆ। ਮੈਂ ਤੁਹਾਨੂੰ ਹੁਣ ਇੱਕ ਹੋਰ ਗੱਲ ਛੇੜਦਾ ਕਿ ਮੇਰਾ ਬਨੋਈ ਹੈ, ਉਹਦੀ ਭੈਣ ਤੇ ਉਹ ਦੋਨੋਂ ਅੰਮ੍ਰਿਤਸਰ ਦੇ ਲਾਗੇ ਇੱਕ ਪਿੰਡ ਸੀ ਘਣੂਪੁਰ, ਬਿਲਕੁਲ ਐਵੇਂ ਸੀ ਜਿਵੇਂ ਮਾਰਕੀਟ ਅਟੈਚ ਹੈ ਸੀ। ਸਿੱਖਾਂ ਨੇ ਹਮਲਾ ਕੀਤਾ, ਉਹਦੀ ਬਾਂਹ ਪਕੜ ਕੇ ਨਾ ਭੈਣ ਦੀ ਤੇ ਦੌੜ ਪਿਆ। ਉਹਨੂੰ ਪਤਾ ਸੀ ਕਿ ਕੁਝ ਹੋ ਰਿਹਾ ਇੱਥੇ। ਉਹ ਪਿੱਛੇ ਸਿੱਖਾਂ ਨੇ ਘੋੜੇ ਲਾਤੇ ਤੇ ਉਹ ਭੈਣ ਡਿੱਗ ਪਈ। ਅਨਮੈਰਿਡ ਸੀ, ਬੱਚੀ ਸੀ 14-15 ਸਾਲਾਂ ਦੀ। ਉਹ ਡਿੱਗ ਪਈ। ਡਿੱਗਣ ਤੋਂ ਬਾਅਦ ਉਹ ਕਹਿੰਦੀ, ਭਰਾ ਤੂੰ ਆਪਣੀ ਜਾਨ ਬਚਾ, ਸਾਹਮਣੇ ਫਸਲੇ ਦੇ ਵਿੱਚ ਵੜ ਜਾ। ਉਹ ਫਸਲ 'ਚ ਵੜਿਆ। ਫਸਲ ਦੇ ਵਿੱਚ ਹੁੰਦਾ ਨਾ ਅੱਗੇ ਨਿਕਲ ਆਇਆ। ਉਹ ਕੁੜੀ ਜਿਹੜੀ ਸੀ ਨਾ, ਉਹਦੇ ਜਦੋਂ ਕੁੜੀ ਵੇਖੀ ਸਿੱਖਾਂ ਨੇ, ਤੇ ਉਹਨਾਂ ਨੇ 4 ਫੇਰੇ ਘੋੜੇ ਕਰਕੇ ਤੇ ਉਹਨੂੰ ਉੱਤੇ ਬਾਹ ਲਿਆ, ਬਾਹ ਕੇ ਲੈ ਗਏ। ਉਸ ਤੋਂ ਬਾਅਦ ਉਹਦਾ ਬਾਪ ਜਿਹੜਾ ਸੀ ਨਾ, ਉਹ ਉਸ ਵੇਲੇ ਥਾਣੇਦਾਰ ਸੀ, ਲਾਹੌਰ ਸਰਵਿਸ 'ਚ ਸੀ। ਇਹਨਾਂ ਦਾ ਐਗਰੀਮੈਂਟ ਹੋਇਆ ਸੀ ਮੁਸਲਮਾਨਾਂ ਦਾ ਜਾਂ ਸਿੱਖਾਂ ਦਾ, ਇੰਡੀਆ ਫੋਰਸ ਦਾ ਜਾਂ ਸਾਡਾ, ਵੀ ਜਿਹੜੀਆਂ ਤੁਹਾਡੀਆਂ ਬੱਚੀਆਂ ਉੱਧਰ ਰਹਿ ਗਈਆਂ ਤੁਸੀਂ ਲੈ ਜਾਓ, ਜਿਹੜੇ ਸਾਡੀਆਂ ਉੱਧਰ ਰਹਿ ਗਈਆਂ ਨਾ ਉਹ ਸਾਨੂੰ ਦੇ ਦਿਓ। ਇਹਨੇ ਟਰਾਈ ਜਾਰੀ ਰੱਖੀ, ਲੇਕਿਨ ਉਹ ਜਿਹੜੇ ਸੀ ਨਾ, ਉਹ ਬੱਚੀਆਂ ਨੂੰ ਉਹਨਾਂ ਬਾਰਡਰ ਦੇ ਨਾਲ ਨਹੀਂ ਰੱਖਿਆ। ਉਹ ਬਾਅਦ 'ਚੋਂ ਦੱਸਦੀਆਂ ਕਿ ਸਾਨੂੰ ਤਾਂ ਦਿੱਲੀ ਵਾਲੇ ਪਾਸੇ ਲੈ ਗਏ ਸੀ, ਯਾਨੀ ਤਾਂ ਕਿ ਵਾਪਸ ਨਾ ਹੋ ਸਕਣ, ਜਾਂ ਸਾਨੂੰ ਅੰਡਰਗਰਾਊਂਡ ਰੱਖਦੇ ਸੀ। ਅੱਛਾ, ਤਹਿ ਖਾਨਿਆਂ ਦੇ ਵਿੱਚ ਐਸੇ। ਉਹ ਫਿਰ ਟਰਾਈ ਉਹਨਾਂ ਜਾਰੀ ਰੱਖੀ। 3 ਸਾਲ 4 ਸਾਲ ਬਾਅਦ ਨਾ
ਕਿਸੇ ਚੂੜੇ ਨੇ ਆ ਕੇ ਦੱਸਿਆ ਬਾਰਡਰ ਤੇ, ਉਦੋਂ ਬਾਰਡਰਾਂ ਤੇ ਇੰਨੀ ਸਖਤੀ ਨਹੀਂ ਸੀ ਬਾਗੇ ਬਾਰਡਰ ਤੇ, ਕਿ ਅੱਜ ਉਹ ਕੁੜੀ ਪਿੰਡ 'ਚ ਆਈ ਹੈ। ਇੱਥੋਂ ਉਹਦੇ ਬਾਪ ਨੇ ਉਹ ਲਈ ਮਿਲਟਰੀ ਨਾਲ ਪੁਲਿਸ, ਤੇ ਉਹ ਉੱਥੇ ਉਸ ਪਿੰਡ 'ਚ ਪਹੁੰਚ ਗਏ। ਪਤਾ ਤਾਂ ਹੈ ਸੀ ਉਹਨਾਂ ਨੂੰ। ਉਹ ਜਿਸ ਵੇਲੇ ਪਿੰਡ 'ਚ ਪਹੁੰਚਿਆ ਨਾ, ਤੇ ਨੰਬਰਦਾਰ ਦਾ ਡੇਰਾ ਸੀ ਕੋਈ ਸਿੱਖ ਦਾ, ਉੱਥੇ ਉਹਨੇ ਜਾ ਕੇ ਰੁਕਣਾ ਸੀ। ਉੱਥੋਂ ਉਹ ਨਾਲ ਘਰ ਗਏ, ਕਿਉਂਕਿ ਪਹਿਲੇ ਕਿਸੇ ਪਿੰਡ ਜਾਈਏ ਨਾ ਤਾਂ ਨੰਬਰਦਾਰ ਕੋਲ ਜਾਣਾ ਪੈਂਦਾ ਨਾ। ਠੀਕ ਹੈ। ਉਹਨੂੰ ਘਰ ਲੈ ਕੇ ਘਰ ਗਏ, ਉਹ ਕੱਪੜੇ ਧੋ ਰਹੀ ਸੀ, ਤੇ ਉਹਨੇ ਵੇਖਿਆ ਬਾਪ ਨੂੰ ਤਾਂ ਚਿੰਬੜ ਗਈ। ਉਹਨੇ ਕਿਹਾ ਚੱਲ ਮੇਰੇ ਨਾਲ ਵਕਤ ਨਹੀਂ ਹੈ। ਉਹ ਡੇਰੇ 'ਤੇ ਆ ਗਈ। ਸਿੱਖ ਉਸ ਪਿੰਡ ਦਾ ਸਰਦਾਰ ਸੀ। ਉਹ ਪਿੱਛੇ ਉਹਨੂੰ ਪਤਾ ਲੱਗਾ ਤਾਂ ਦੌੜਦਾ ਡੇਰੇ 'ਤੇ ਆਇਆ, ਕਹਿੰਦਾ ਮੇਰਾ ਘਰ ਲੁੱਟ ਕੇ ਲੈ ਆਈਏ, ਤੇ ਇਹ ਹੈ ਤੇ ਉਹ ਹੈ ਫਲਾਣਾ। ਉਹ ਕਹਿਣ ਲੱਗਾ ਤਿੰਨਾਂ ਕੱਪੜਿਆਂ 'ਚ ਦੇਖ ਲਓ, ਜੇ ਹੈ ਤੇ ਲੈ ਲਓ। ਉਹਦੇ ਕੋਲ ਕੁਝ ਵੀ ਨਹੀਂ ਸੀ। ਫਿਰ ਉਹ ਕਹਿੰਦਾ ਜੀ ਸਾਨੂੰ 5 ਮਿੰਟ ਦੇ ਦਿਓ ਅਲੱਗਾ ਗੱਲ ਕਰਨ ਦੇ। ਉਹਨਾਂ ਕਹਿ ਲੈ ਲਾ। ਉਹਨੇ ਉਹਨੂੰ ਸਟ੍ਰੈਸ ਕੀਤਾ ਵੀ ਤੂੰ ਨਾ ਜਾ, ਤੈਨੂੰ ਕੋਈ ਕਮੀ ਨਹੀਂ ਰਿਜ਼ਕ ਦੀ, ਦੌਲਤ ਦੀ, ਹਰ ਸ਼ੈ ਸਾਡੇ ਕੋਲ। ਉਹ ਕਹਿਣ ਲੱਗੀ ਨਹੀਂ ਮੈਂ ਮੁਸਲਮਾਨ ਹਾਂ, ਤੇ ਮੈਂ ਵਾਪਸ ਜਾਣਾ ਹੀ ਜਾਣਾ। ਉਸ ਤੋਂ ਬਾਅਦ ਉਹਦੇ 2 ਬੱਚੇ ਸੀ, ਉਹ ਲੈ ਆਇਆ, ਕਹਿੰਦਾ ਇਹਨਾਂ ਨਾਲ ਲੈ ਜਾ। ਉਹ ਕਹਿਣ ਲੱਗੀ ਕਿ ਮੈਂ ਇਸ ਵਾਸਤੇ ਨਹੀਂ ਜਾਣਿਆ ਕਿ ਗੈਰ ਮੁਸਲਿਮ ਦਾ ਤੁਖਮ ਹੈਗਾ। ਉਹ ਆਪਣੇ ਬਾਪ ਦੇ ਨਾਲ ਆ ਗਈ। ਬਾਪ ਦੇ ਨਾਲ ਆ ਕੇ ਸ਼ਾਦਬਾਗ ਲਾਹੌਰ ਉਹ ਸੈਟਲ ਹੋਏ। ਕੋਈ ਬਚਪਨ 'ਚ ਉਹਦੀ ਮੰਗਣੀ ਹੋਈ ਸੀ, ਉਹਦੇ ਨਾਲ ਉਹਨੇ ਕਿਹਾ ਮੈਂ ਇਹਦੇ ਨਾਲ ਸ਼ਾਦੀ ਕਰਾਵਾਂਗਾ। ਸ਼ਾਦੀ ਕਰਾ ਲਈ ਉਹਨੇ। ਉਸ ਤੋਂ ਬਾਅਦ ਉਹਦੇ ਬੱਚੇ ਮੈਂ ਅਕਸਰ ਉਹਨੂੰ ਮਿਲਣ ਜਾਂਦਾ ਸੀ। ਦੱਸਣ ਵਾਲੀ ਗੱਲ ਇਹ ਸੀ, ਮੈਂ ਸਰਵਿਸ 'ਚ ਸਾਂ, ਮੈਂ ਉਹਦੀ ਹਾਲਤ ਮਾਲੀ ਲਿਹਾਜ਼ ਨਾਲ ਕੋਈ ਠੀਕ ਨਹੀਂ ਸੀ, ਮੈਂ ਕੋਈ ਥੋੜ੍ਹਾ ਬਹੁਤ ਹੈਲਪ ਵੀ ਕਰਦਾ ਸੀ। ਮੈਂ ਉਹਨੂੰ ਕਹਿਣਾ ਭੈਣ ਤੂੰ ਇੰਨੇ ਦੁੱਖਾਂ ਦੇ ਵਿੱਚ ਰਹੀ ਹੈ ਤੇ ਕਿਸ ਰੀਜ਼ਨ ਦਾ? ਉਹ ਕਹਿਣ ਲੱਗੀ ਵੀਰਾ ਗੱਲ ਇਹ ਹੈ ਕਿ ਮੈਨੂੰ ਅਜੇ ਤੱਕ ਉਹ ਬੱਚੇ ਦੀਆਂ ਚੀਖਾਂ ਜਿਹੜੀਆਂ ਨਾ ਕੰਨਾਂ 'ਚ ਸੁਣਾਈ ਦਿੰਦੀਆਂ, ਜਿਹੜੇ 2 ਪਿੱਛੇ ਛੱਡ ਆਈ। ਕਹਿੰਦੀ ਮੈਂ ਛੱਡ ਤੇ ਆਈ ਹਾਂ, ਜ਼ਾਹਿਰ ਮਾਂ ਸੀ। ਕਹਿੰਦੀ ਜਦੋਂ ਮੈਂ ਚੱਲੀ ਹਾਂ ਤੂੰ ਰੋਂਦੇ ਸੀ ਉੱਚੀ ਉੱਚੀ। ਓਏ ਹੋਏ। ਤੇ ਉਹਨਾਂ ਦੀਆਂ ਚੀਖਾਂ ਮੈਨੂੰ ਕੰਨਾਂ 'ਚ ਹੁਣ ਤੱਕ ਸੁਣਾਈ ਦਿੰਦੀਆਂ ਹਨ। ਤੇ ਮੈਂ ਇਸਲਾਮ ਦੀ ਖਾਤਰ, ਮੁਸਲਮਾਨ ਹੋਣ ਦੀ ਵਜ੍ਹਾ ਤੋਂ ਮੈਂ ਇਹ ਚੀਜ਼ਾਂ ਬਰਦਾਸ਼ਤ ਕੀਤੀਆਂ। ਉਹ ਬੜੀ ਕਸਮ ਪਰਸੀ ਦੀ ਹਾਲਤ ਦੇ ਵਿੱਚ ਮਰੀ ਵਿਚਾਰੀ, ਤੇ ਜਿੰਨਾ ਚਿਰ ਜਿੰਦੀ ਰਹੀ ਹੈ ਬਹੁਤ ਸ਼ਰੀਫ ਔਰਤ ਸੀ। ਤੇ ਕਹਿੰਦੀ ਮੈਂ ਛੁਪ ਕੇ ਕੁਰਾਨ ਸ਼ਰੀਫ ਪੜ੍ਹਦੀ ਸੀ। ਉਸ ਤੋਂ ਬਾਅਦ ਫਿਰ ਹੋਰ ਕਈ ਵਾਕਿਆਤ ਐਸੇ ਜੁੜੇ ਹੋਏ ਇਹਨਾਂ ਚੀਜ਼ਾਂ ਦੇ ਨਾਲ ਹੈ। ਇੱਕ ਇੱਥੇ ਸਾਡੇ ਪਿੰਡ ਦੀ ਤੇਲੀਆਂ ਦੀ ਲੜਕੀ ਸੀ, ਉਹ ਬਾਅਦ 'ਚ ਆਈ, ਉਹਦੇ ਵੀ ਇੱਕ ਬੱਚਾ ਸੀ। ਉਹ ਕਹਿਣ ਲੱਗੀ ਸਾਨੂੰ ਦਿੱਲੀ ਵਾਲੀ ਸਾਈਡ 'ਤੇ ਲੈ ਗਏ ਸੀ, ਤੇ ਸਾਨੂੰ ਬਹੁਤ ਖੂਬਸੂਰਤ ਬੱਚੀ ਸੀ। ਉਹ ਕਹਿੰਦੀ ਸਾਨੂੰ ਇੱਧਰ ਕਿਸੇ ਨੂੰ ਮਿਲਣ ਦੀ ਇਜਾਜ਼ਤ ਨਹੀਂ ਸੀ ਪੰਜਾਬ ਦੇ ਇਲਾਕੇ 'ਚ, ਉਰਾਂ ਬਾਰਡਰ ਦੇ ਨਾਲ। ਤਾਂ ਮਤਲਬ ਇਹ ਕਿ ਇਸ ਤਰ੍ਹਾਂ ਦੇ ਕਾਫੀ ਦੁੱਖ ਐਸੇ ਹੈ। ਫਿਰ ਮੈਂ ਪਾਕਿਸਤਾਨ ਬਣਨ ਤੋਂ 3 ਸਾਲ ਬਾਅਦ ਮੈਂ ਸਕੂਲੇ ਦਾਖਲ ਹੋ ਗਿਆ। 7-8 ਸਾਲ ਦਾ ਹੋਵਾਂਗਾ। 8 ਸਾਲ ਦੇ ਸੀ। ਹਾਂਜੀ। ਫਿਰ ਮੈਂ ਸਕੂਲੇ ਦਾਖਲ ਹੋ ਗਿਆ। ਫਿਰ ਡਬਲ ਜਮਾਤਾਂ ਵੀ ਕੀਤੀਆਂ, ਤੀਸਰੀ ਚੌਥੀ ਇਕੱਠੀ ਕੀਤੀ ਸੀ। ਮਾਸਟਰ ਬਹੁਤ ਅੱਛੇ ਸੀ ਸਾਡੇ। ਫਿਰ ਅਸੀਂ ਉਹ ਜ਼ਮੀਨ ਵੇਚ ਦਿੱਤੀ। ਉਦੋਂ ਬੜੀ ਸਸਤੀ ਜ਼ਮੀਨ ਸੀ, ਕਿਉਂਕਿ ਸਾਰੇ ਦੁੱਖਾਂ ਦੇ ਮਾਰੇ ਸੀ, ਕਹਿੰਦੇ ਸਾਡੇ ਕੋਲੋਂ ਕੁਝ ਨਹੀਂ ਹੁੰਦਾ। ਭਾਈ ਮੇਰਾ ਵੱਡਾ ਜਿਹੜਾ ਸੀ ਮੁਹੰਮਦ ਅਲੀ, ਉਹ ਕਰਾਚੀ ਚਲੇ ਗਿਆ ਮਿਹਨਤ ਮਜ਼ਦੂਰੀ ਵਾਸਤੇ। ਜ਼ਮੀਨ ਅਸੀਂ ਫਰੋਖਤ ਕਰਤੀ। ਪਿੱਛੇ ਬਾਬੇ ਕੋਲੋਂ ਇੰਨਾ ਕੰਮ ਨਹੀਂ ਸੀ ਹੁੰਦਾ। ਫਿਰ ਮੇਰਾ ਵਾਲਿਦ ਜਿਹੜਾ ਸੀ, ਉਹ ਇੱਕ ਦਿਨ ਇੱਥੋਂ ਸ਼ਹਿਰੋਂ ਪਿੰਡ ਨੂੰ ਜਾ ਰਿਹਾ ਸੀ, ਤੇ ਰੇੜੇ 'ਤੇ ਬੈਠਾ ਸੀ। ਉਹ ਰੇੜਾ ਉਲਟਿਆ, ਉੱਤੇ ਖਾਦ ਦੀਆਂ ਬੋਰੀਆਂ ਡਿੱਗੀਆਂ, ਤੇ 3 ਦਿਨਾਂ ਦੇ ਬਾਅਦ ਉਹਦੀ ਡੈਥ ਹੋ ਗਈ। ਇੰਨਾ ਲਿਲਾਹ। ਤੇ ਉਹ ਵੀ ਖਤਮ ਹੋ ਗਿਆ। ਮੈਂ ਪੜ੍ਹਾਈ ਤੋਂ ਅਲਹਮਦੁਲਿਲਾ ਅੱਛਾ ਸੀ। ਮੇਰੇ 3 ਵਜ਼ੀਫੇ ਸੀ ਕਾਲਜ 'ਚ। ਵਾਹ ਜੀ ਵਾਹ। ਇੱਕ ਸਾਹਿਬਾਲੋਂ ਮਿਲਦਾ ਸੀ, ਆਈ ਵਾਸ ਦਾ ਬੈਸਟ ਸਟੂਡੈਂਟ ਆਫ ਦਿਸ ਕਾਲਜ। ਵਾਹ ਜੀ ਵਾਹ। ਤੇ ਇੱਕ ਕਾਲਜ ਵਾਲੇ ਦਿੰਦੇ ਸੀ, ਇੱਕ ਬਲਦੀਆ ਦਿੰਦੀ ਸੀ, ਤੇ ਪੈਸੇ ਪੂਸੇ ਵਾਫਰ ਮਕਦਾਰ ਸੀ, ਸਸਤਾ ਦੌਰ ਸੀ। ਫਿਰ ਉਹ ਤਾਲੀਮ ਤੋਂ ਹੋਣ ਤੋਂ ਬਾਅਦ ਮੈਂ ਇੱਥੇ ਆਰਡਰ 'ਚ ਭਰਤੀ ਹੋ ਗਿਆ। ਆਰਡਰ ਵਿੱਚ ਫਿਰ ਮੈਂ ਥੋੜ੍ਹਾ ਜਿਹਾ ਯੂਨੀਅਨ ਲੈਵਲ 'ਤੇ ਪੋਲੀਟਿਕਸ 'ਚ ਵੀ ਰਿਹਾ ਕਾਫੀ ਦੇਰ। ਠੀਕ ਹੈ। ਹਾਂ, ਮਤਲਬ ਜਨਰਲ ਸੈਕਟਰੀ, ਸਦਰ, ਐਸੇ ਮਤਲਬ ਮੁਖਤਲਿਫ ਅਹੁਦਿਆਂ 'ਤੇ। ਫਿਰ ਮੇਰੀ ਸ਼ਾਦੀ ਫੈਸਲਾਬਾਦ ਹੋ ਗਈ, ਜਿਹੜੇ ਸਾਡੇ ਰਿਸ਼ਤੇਦਾਰ ਨਹੀਂ ਸੀ। ਉਹ ਵੀ ਜੱਟ ਫੈਮਿਲੀ? ਹਾਂ, ਜੱਟ ਸੀ, ਰੰਧਾਵੇ। ਉੱਥੇ ਸ਼ਾਦੀ ਹੋ ਗਈ, ਕਿਉਂਕਿ ਸਾਡੀ ਜ਼ਿਆਦਾ ਫੈਮਲੀਆਂ ਜਿਹੜੀਆਂ ਨਾ ਰੰਧਾਵਿਆਂ ਦੀਆਂ, ਉਹ 7-8 ਪਿੰਡ ਇੱਧਰ ਫੈਸਲਾਬਾਦ, ਉੱਥੇ ਹੈਗੇ ਆ, ਉਹ ਉੱਧਰ ਹੀ ਰਹਿੰਦੇ। ਵਿੱਚੋਂ ਗੱਲ ਇਹ ਰਹਿ ਗਈ ਕਿ ਸਨ 65-66 ਦੇ ਵਿੱਚ ਨਾ ਮੈਂ ਸਰਵਿਸ ਕੀਤੀ ਸੀ। ਤਾਂ ਅਸੀਂ 3-4 ਤੁਹਾਡੇ ਤਰ੍ਹਾਂ 2-3 ਮੇਰੇ ਹੋਰ ਦੋਸਤ ਹੈਗੇ ਸੀ, ਤਾਂ ਅਸੀਂ ਹੰਡਿਆਰੇ ਬਾਰਡਰ 'ਤੇ ਗਏ। ਉੱਥੇ ਉਹ ਜਿੱਥੇ ਬੈਰੀਅਲ ਸੁੱਟਿਆ ਹੁੰਦਾ ਨਾ, ਉੱਥੇ ਇੱਕ ਬੰਦਾ ਖੜਾ ਸੀ, ਤੁਹਾਡੀ ਉਮਰ ਦਾ, ਤੁਹਾਡੇ ਤੋਂ ਜ਼ਰਾ ਘੱਟ ਹੋਣੀ। ਕਹਿੰਦਾ ਤੂੰ ਕਿਹੜੇ ਪਿੰਡ ਦਾ? ਮੈਂ ਕਿਹਾ ਮੈਂ ਫਲਾਣੇ ਦਾ। ਮੈਂ ਕਿਹਾ ਤੂੰ ਕਿਹੜੇ ਪਿੰਡ ਦਾ? ਕਹਿੰਦਾ ਮੈਂ ਫਲਾਣੇ ਦਾ। ਕਹਿੰਦਾ ਉਹ ਮੁਲਾਜ਼ਮ ਸੀ ਕਸਟਮ ਦੇ ਵਿੱਚ ਜਾਂ ਕਿੱਥੇ। ਉਹਨੇ ਗੱਲ ਕੀਤੀ। ਉਹਦੇ ਤੋਂ ਬਾਅਦ ਕੁਝ ਅਰਸੇ ਬਾਅਦ ਮੈਨੂੰ ਫਿਰ ਇੰਡੀਆ ਤੋਂ ਖਾਤੇ ਆਉਣੇ ਸ਼ੁਰੂ ਹੋ ਗਏ। ਇਹ ਉਹਨਾਂ ਦੇ ਖਾਤੇ।
ਅੱਛਾ, ਇਹ ਖਤ ਇਹ ਗੁਰਦਿਆਲ ਫਿਰ ਮੈਂ ਸੋਚਿਆ, ਉਹਨਾਂ ਸੋਚਿਆ ਵੀ ਕੋਈ ਬਚਿਆ ਨਹੀਂ ਇਹਨਾਂ ਚੋਂ। ਲੇਕਿਨ ਜਦੋਂ ਉਹਨੇ ਦੱਸਿਆ ਕਿ ਉਹਨਾਂ ਦਾ ਇੱਕ ਫਲਾਣਾ ਮੁੰਡਾ ਬਚ ਗਿਆ ਤੇ ਹੋਰ ਵੀ ਬੰਦੇ ਬਚ ਗਏ, ਫਿਰ ਉੱਥੇ ਮੈਂ ਐਡਰੈਸ ਲੈ ਕੇ ਨਾ, ਮੈਨੂੰ ਪਤਾ ਨਹੀਂ ਸੀ ਕੋਈ ਸਿੱਖ ਮਾਕੂਲ ਮਿਲਦਾ ਨਹੀਂ ਸੀ ਪਿਆ। ਇਹ ਤਿੰਨ ਲੈਟਰ ਇਹਦੇ 'ਚ। ਟਾਣੇ ਮੇਰਾ ਇੱਕ ਦੋਸਤ ਹੈਗਾ ਸੀ, ਮੈਂ ਕਿਹਾ ਯਾਰ ਪਿੰਡ ਦਾ ਕੋਈ ਬੰਦਾ ਮਿਲੇ ਤਾਂ ਉਹਨੂੰ ਮੈਂ ਪੁੱਛਾਂ। ਨਨਕਾਣੇ ਮੇਰਾ ਇੱਕ ਦੋਸਤ ਸੀ, ਉਹਨੇ ਪਿੰਡੀਆਂ, ਇੱਕ ਵਿਲੇਜ ਹੈ ਇੰਡੀਆ ਦੇ ਵਿੱਚ, ਪਿੰਡੀਆਂ, ਹਾਂਜੀ। ਅੱਛਾ, ਦਰਸ਼ਨ ਸਿੰਘ ਕੋਈ ਆਇਆ ਸੀ ਨਨਕਾਣੇ। ਅੱਛਾ, ਉਹਨੇ ਕਿਹਾ ਜੀ ਕੁੜੀ ਵਾਲਾ ਨਾ ਮੇਰਾ ਤਲਕ ਹੈ ਸਾਡੇ ਅਜ਼ੀਜ਼ ਉੱਥੇ, ਉਹਦਾ ਐਡਰੈਸ ਮੈਨੂੰ ਦਿੱਤਾ, ਮੈਂ ਖਤ ਲਿਖਿਆ। ਉਹ ਖਤ ਦਾ ਉਹਨੇ ਜਵਾਬ ਇੰਨੇ ਅੱਛੇ ਲਫ਼ਜ਼ਾਂ 'ਚ ਦਿੱਤਾ ਕਿ ਉਹਨੇ ਕਿਹਾ ਜੀ ਤੁਸੀਂ ਸਾਡੇ ਭਰਾ ਜੇ ਤੇ ਇਹ ਹੈ ਤੇ ਉਹ ਹੈ ਤੇ ਫਲਾਣ, ਬੜਾ ਕੁਝ ਲਿਖਿਆ। ਫਿਰ ਉਹਨਾਂ ਮੈਨੂੰ ਇੱਥੋਂ ਤੱਕ ਕਿਹਾ ਕਿ ਕਿਸੇ ਜ਼ਰੀਏ ਮੈਸੇਜ ਵੀ ਆਇਆ ਕਿ ਤੁਸੀਂ ਵਾਪਸ ਆ ਜਾਓ, ਮਤਲਬ ਇੱਥੇ ਇੰਡੀਆ 'ਚ, ਤੇ ਅਸੀਂ ਤੁਹਾਨੂੰ ਫੁੱਲ ਪ੍ਰੋਟੈਕਸ਼ਨ ਦੇਵਾਂਗੇ, ਤੁਹਾਡਾ ਹਰ ਲਿਹਾਜ਼ ਨਾਲ ਖਿਆਲ ਰੱਖਾਂਗੇ। ਪਿੰਡ ਦੀਆਂ ਗੱਲਾਂ ਸਾਰੀਆਂ ਦੇ ਵਿੱਚ ਲਿਖੀਆਂ। ਬਸ ਉਹਨੇ ਇਹ ਦੱਸਿਆ ਕਿ ਤੁਹਾਡਾ ਖਾਨਦਾਨ, ਤੁਹਾਡਾ ਘਰ, ਤੁਹਾਡਾ ਬਾਪ, ਤੁਹਾਡੇ ਬੜੀ ਪਿੰਡ ਸ਼ੋਹਰਤ ਹੈ, ਇਹ ਉਹਦੇ ਵਿੱਚ ਲਿਖਿਆ ਲੈਟਰਾਂ 'ਚ ਸਾਰਾ ਕੁਝ। ਇੱਕ ਮਿਸਾਲੀ ਬੰਦੇ ਸੀ ਤੁਸੀਂ, ਤੇ ਇਹ ਉਹ, ਤੇ ਮੈਨੂੰ ਅਗਰ ਪਤਾ ਲੱਗਦਾ ਪਹਿਲੇ ਤੇ ਚੰਦ ਦਿਨ ਪਹਿਲੇ ਮੇਰੀ ਸ਼ਾਦੀ ਹੋਈ ਹੈ, ਮੈਂ ਤੁਹਾਨੂੰ ਉੱਥੇ ਇਨਵਾਈਟ ਕਰਦਾ, ਤੇ ਮੇਰਾ ਬੜਾ ਦਿਲ ਕਰਦਾ ਹੈ ਕਿ ਤੁਸੀਂ ਆਪਣੇ। ਫਿਰ ਉਹ ਬੰਦਾ ਜਿਹੜਾ ਸਾਡੀ ਥੋੜ੍ਹੀ ਜਿਹੀ ਫੇਵਰ ਕਰਦਾ, ਫਿਰ ਮੈਂ ਇੰਗਲੈਂਡ ਤੋਂ ਟੈਲੀਫੋਨ ਕੀਤਾ, ਤਾਂ ਉਹਦੇ ਭਾਈ ਨੇ ਦੱਸਿਆ ਕਿ ਉਹਨੂੰ ਸਿਰਫ ਇੰਡੀਆ ਹਕੂਮਤ ਨੇ ਇਸ ਵਾਸਤੇ ਕਤਲ ਕੀਤਾ ਕਿ ਉਹ ਮੁਸਲਮਾਨਾਂ ਦੀ ਥੋੜ੍ਹੀ ਜਿਹੀ ਫੇਵਰ 'ਚ ਸੀ, ਉਹਨੂੰ ਕਤਲ ਕਰ ਦਿੱਤਾ। ਅੱਛਾ, ਜਿਹੜਾ ਲੈਟਰ ਤੁਹਾਨੂੰ ਲਿਖਦਾ ਸੀ ਉਹ ਕਤਲ ਹੋ ਗਿਆ। ਇਹਨੂੰ ਵੀ ਉੱਥੇ ਬਾਅਦ 'ਚ ਤਹਿਰੀਕ ਚੱਲੀ ਖਾਲਿਸਤਾਨ ਵਾਲਿਆਂ ਦੀ, ਜਾਂ ਜਿਨ੍ਹਾਂ ਦੀ ਜੋ ਵੀ ਸੀ, ਉਹ ਹਿੰਦੂ ਹਕੂਮਤ ਨੇ ਇਹਨਾਂ ਨੂੰ ਮਤਲਬ ਫੈਰ ਮਾਰ ਕੇ ਮਾਰਤਾ। ਯਾਨੀ ਇਹ ਖਤ ਲਿਖਣ ਵਾਲਾ ਬਾਅਦ 'ਚ ਉੱਥੇ ਸ਼ਹੀਦ ਕਰ ਦਿੱਤਾ। ਗੁਰਦਿਆਲ ਸਿੰਘ ਔਰ ਸ਼ਹੀਦ ਹੋ ਚੁੱਕਿਆ। ਇਹਦੀਆਂ ਦੋ ਬੇਟੀਆਂ ਸੀ, ਇੱਕ ਆਸਟ੍ਰੇਲੀਆ 'ਚ, ਇੱਕ ਇੰਡੀਆ 'ਚ, ਉਦੋਂ ਪੈਦਾ ਹੋਈਆਂ ਸੀ। ਜਦੋਂ ਇਹਦਾ ਪੂਰਾ ਨਾਂ ਕੀ ਸੀ ਜੀ? ਗੁਰਦਿਆਲ ਸਿੰਘ ਸਿੰਧੂ। ਗੁਰਦਿਆਲ ਸਿੰਘ ਸੰਧੂ। ਇਹ ਮੈਨੂੰ ਉਹਦੇ ਭਾਈ ਨੇ ਖਬਰ ਦਿੱਤੀ ਨਾ ਮਾਰਨ ਵਾਲੀ। ਮੈਂ ਕਿਹਾ ਕਾਫੀ ਦੇਰ ਹੋ ਗਈ, ਉਹਦਾ ਕੋਈ ਖਤ ਨਹੀਂ ਹੋਇਆ। ਤੇ ਉਹ ਮੈਨੂੰ ਇੰਗਲੈਂਡ ਤੋਂ ਮੈਂ ਟੈਲੀਫੋਨ ਕੀਤਾ, ਤੇ ਉਹ ਕਹਿਣ ਲੱਗੇ ਕਿ ਉਹਨੂੰ ਤੇ ਇੰਡੀਆ ਹਕੂਮਤ ਨੇ ਖਤਮ ਕਰ ਦਿੱਤਾ। ਇਹ ਕਿਹੜੇ ਸਨ ਦੇ ਵਿੱਚ? ਇਹ ਸਨ 79 'ਚ ਆਏ ਸੀ, 80 ਦੇ ਵਿੱਚ, 81 'ਚ, 80 'ਚ ਉਦੋਂ ਦੇ ਆਏ। ਉਸ ਤੋਂ ਬਾਅਦ ਉਹਨੂੰ ਮਾਰਤਾ, ਫਿਰ ਕੋਈ ਖਤ ਨਹੀਂ ਆਇਆ। ਠੀਕ। ਤੇ ਵੈਸੇ ਮੇਰੇ ਕੋਲ ਪੈਸੇ ਸੀ, ਮੈਂ ਰੱਖੇ ਸੀ। ਠੀਕ। ਕਦੀ ਇਹਦੇ ਵਿੱਚ ਉਹਨੇ ਪਿੰਡ ਦੇ ਜਿਹੜੇ ਓਲਡ ਆਦਮੀ ਉਹਨਾਂ ਦੇ ਨਾਂ ਵੀ ਲਿਖੇ ਆ। ਫਿਰ ਉਹ ਕਹਿੰਦਾ ਜਦੋਂ ਤੁਹਾਡਾ ਖਤ ਮਿਲਿਆ, ਮੈਂ ਸਾਰੇ ਪਿੰਡ ਵਾਲਿਆਂ ਕੋਲ ਪਤਾ ਕੀਤਾ, ਇਹ ਇਨਫੋਰਮੇਸ਼ਨ ਤੁਹਾਡਾ ਘਰ ਜਿਹੜਾ ਇਸ ਵੇਲੇ ਉਹਦੇ 'ਚ ਦਰਖਤ ਜਿਹੜਾ ਸੀ ਉਹ ਕੱਟ ਦਿੱਤਾ ਹੈ, ਫਲਾਣਾ ਬੰਦਾ ਰਹਿ ਰਿਹਾ, ਤੁਹਾਡੀ ਜ਼ਮੀਨ ਫਲਾਣੇ ਕੋਲੇ, ਤੁਹਾਡਾ ਖੂਹ ਜਿਹੜਾ ਸੀ ਉਹ ਉਵੇਂ ਹੀ ਹੈ ਲੇਕਿਨ ਕੰਮ ਨਹੀਂ ਕਰ ਰਿਹਾ। ਪਿੰਡੀਆਂ ਪਿੰਡ ਦਾ ਸੀ ਇਹ? ਪਿੰਡੀਆਂ ਨਹੀਂ, ਇਹ ਇਸ ਕੁੜੀ ਵਾਲਾ ਦਾ। ਅੱਛਾ, ਇਹ ਕੁੜੀ ਵਿਲਾ ਦਾ। ਉਹ ਦਰਸ਼ਨ ਸਿੰਘ ਸੀ, ਮੈਂ ਲਿਖਿਆ ਸੀ ਦਰਸ਼ਨ ਸਿੰਘ ਨੂੰ। ਦਰਸ਼ਨ ਸਿੰਘ ਨੇ ਅੱਗੇ ਇਹਨੂੰ ਪਹੁੰਚਾਇਆ, ਇਹਨੇ ਫਿਰ ਮੇਰੇ ਨਾਲ ਰਾਬਤਾ ਕੀਤਾ। ਇਹ ਪੁਰਾਣੇ ਵਸਨੀਕਾਂ ਦੇ ਵਿੱਚੋਂ ਇਹ ਕੁੜੀ ਵਿਲਾ ਦੇ? ਹਾਂਜੀ, ਇਹ ਉੱਥੋਂ ਦੇ। ਕੁਝ ਇਹਨਾਂ ਦੇ ਇੱਥੇ ਉਕਾੜੇ ਵੀ ਇਹਨੇ ਦੱਸਿਆ ਕਿ ਸਾਡਾ ਇੱਥੇ ਵੀ ਘਰ ਸੀ 21 ਚੱਕ ਦੇ ਵਿੱਚ। ਅੱਛਾ, 21 ਕਿਹੜਾ? 21 ਹੈ, ਇਹ ਨਹੀਂ ਮੈਨੂੰ ਪਤਾ ਕਿਉਂਕਿ ਉਹਨੇ ਤਫਸੀਲ ਵਿੱਚ ਲਿਖੀ ਹੈ, ਲੇਕਿਨ ਨਾ 2R ਲਿਖਿਆ ਨਾ 2L ਲਿਖਿਆ, ਇਸ ਵਾਸਤੇ ਮੈਨੂੰ ਨਹੀਂ ਪਤਾ ਕਿਉਂਕਿ ਮੈਨੂੰ ਤਾਂ ਪਤਾ ਇੱਥੋਂ ਦੇ ਪਿੰਡਾਂ ਦਾ। ਠੀਕ ਹੈ, ਠੀਕ ਹੈ। 3 ਲੈਟਰ, ਤਿੰਨਾਂ ਦੇ ਵਿੱਚ ਹੀ ਉਹਨੇ ਮਤਲਬ ਬੜੇ ਮੈਂ ਇਹਨੂੰ ਥੋੜ੍ਹਾ ਜਿਹਾ ਵੱਡਾ ਕਰਾਇਆ ਸੀ। ਮੇਰੇ ਕੋਲ ਪੜ੍ਹੇ ਨਹੀਂ ਸੀ ਜਾਂਦੇ, ਮੈਂ ਅੱਖਾਂ ਦਾ ਆਪਰੇਸ਼ਨ ਕਰਾਇਆ ਸੀ, ਅਤੇ ਮੈਂ ਕਿਤੇ ਚਲੋ, ਅਤੇ ਜ਼ਿੰਦਗੀ ਦੀ ਹਸਰਤ ਹੈ, ਜ਼ਿੰਦਗੀ ਦੀ ਇਹ ਖਾਹਿਸ਼ ਹੈ ਕਿ ਕਿਤੇ ਇੰਡੀਆ ਚੱਕਰ ਲੱਗ ਜਾਏ ਤਾਂ ਉਹ ਜਗ੍ਹਾ ਦੇਖ ਲਈਏ। ਆਪਣਾ ਪਿੰਡ ਵੇਖਣ ਦਾ ਚਾਅ ਅੱਜ ਵੀ ਦਿਲ ਵਿੱਚ ਬਹੁਤ ਜ਼ਿਆਦਾ। ਮੈਨੂੰ ਅਜੇ ਤੱਕ ਉਹ ਦਰਵਾਜ਼ੇ, ਉਹ ਤੰਦੂਰ, ਉਹ ਜਗ੍ਹਾ, ਉਹ ਪਿੱਪਲ ਦਾ ਦਰਖਤ, ਪੀਂਘ ਪਾਈ ਹੁੰਦੀ ਸੀ, ਸਿੱਖਾਂ ਦੇ ਮੁੰਡੇ ਵੀ ਝੂਟਦੇ ਸੀ, ਸਾਡੇ ਵੀ ਸਾਰੇ ਰਲ ਮਿਲ ਕੇ, ਅਤੇ ਮੈਨੂੰ ਸਾਰਾ ਜਿਹੜੀ ਪੋਜੀਸ਼ਨ ਮੇਰੇ ਦਿਮਾਗ 'ਚ ਇਸ ਤਰ੍ਹਾਂ ਸਮਾਈ ਹੈ ਕਿ ਮੈਂ ਬਿਆਨ। ਲੇਕਿਨ ਉਹ ਆਮ ਦੁਨੀਆ ਦੇਖਦੀ ਹੈ ਨਾ, ਤਾਂ ਉਹ ਕਹਿੰਦੇ ਕਿ ਰੰਧਾਵਾ ਸਾਹਿਬ ਬੜੇ ਖੁਸ਼ ਹੈਗੇ ਆ। ਅਤੇ ਗੱਲ ਅਸਲੀ ਇਹ ਕਿ ਉਹ ਕਹਿੰਦੇ ਕਿ गम को छुपा लिया है निशाते लिबास में, दुनिया समझ रही है बहुत शादमा हूँ मैं। असली तो दिल जड़ा ना, दिल दे विच है ना सारा कुछ। तो वो वक्त याद आता है रात को जो ख्याल आ जाता है। तो लेकिन ये कि उधर की हुकूमत तुहानूं पता गंदी, वो तो आम बंदे भी जान तो उन्होंने अरैसट कर लेंगे। बिल्कुल। वैसे बंदे ने गुरदियाल सिंह संधू ने मैनू बड़ी छूट दी सी कि मैं सारा कुछ तेन भेजदा तो तू आ इत्थे, अपनी फैमिली के सारे फोटो भेज मैनू। बड़ी मुहब्बत नाल लिखे उन्हें खात मैनू। ठीक है रंधावा साहब, तुहाडी कहानी असीं सुनी, बल्कि पूरी दुनिया ने, पूरे जग ते वसन वाले पंजाबियां ने सुनी, और बहुत सारी गल्लां दा नतारा होया। बहुत सारे जिहड़े गलत ख्याल, गलत किस्से फैलाए गए ने,
1947 ਬਾਰੇ ਵੀ ਉਹਨਾਂ ਦਾ ਵੀ ਮੈਂ ਕਹਿੰਦਾ ਬੜਾ ਸੋਹਣੇ ਤਰੀਕੇ ਦੇ ਨਾਲ ਨਿਤਾਰਾ ਹੋ ਗਿਆ। ਸਾਡੇ ਸਿੱਖ ਵੀਰਾਂ ਨੂੰ ਖਾਸ ਤੌਰ ਤੇ ਕਹਾਣੀਆਂ ਮੈਂ ਸੁਣਾਉਣਾ ਚਾਹੁੰਦਾ ਕਿ ਵੀਰੋ ਤੁਹਾਨੂੰ ਸ਼ਾਇਦ ਕਿਤਾਬਾਂ ਵਿੱਚ ਇਹ ਪੜ੍ਹਾਇਆ ਗਿਆ ਹੋਵੇ ਕਿ ਮੁਸਲਮਾਨ ਜ਼ਾਲਮ ਕੌਮ ਹੈ ਔਰ ਇਹਨੇ ਹਰ ਦੌਰ ਦੇ ਵਿੱਚ ਜ਼ੁਲਮ ਕੀਤਾ ਹੈ। ਇਹਨਾਂ ਕਹਾਣੀਆਂ ਦੇ ਰਿਕਾਰਡ ਕਰਨ ਦਾ ਮਕਸਦ ਵੀ ਇਹ ਸੀ ਕਿ ਤੁਸੀਂ ਜਾਣ ਸਕੋ, ਉਹ ਗੱਲਾਂ ਜਾਣ ਸਕੋ ਜਿਹੜੀਆਂ ਤੁਹਾਨੂੰ ਨਹੀਂ ਦੱਸੀਆਂ ਗਈਆਂ। ਤਾਰ ਤੋਂ ਉਸ ਪਾਰ ਗੱਲਾਂ ਜ਼ਰਾ ਮੋੜ ਤੋੜ ਕੇ ਹੋਰ ਤਰੀਕੇ ਨਾਲ ਦੱਸੀਆਂ ਜਾਂਦੀਆਂ ਨੇ। ਕਦੇ ਇਹਨਾਂ ਵੜਕਿਆਂ ਕੋਲ ਆ ਕੇ ਪਾਕਿਸਤਾਨ ਵਿੱਚ ਤੁਸੀਂ ਬਹਿ ਕੇ ਕਹਾਣੀਆਂ ਸੁਣੋ ਤੇ ਤੁਹਾਡੇ ਲੂੰ ਕੰਡੇ ਸੀਖੂ ਹੋ ਜਾਣਗੇ, ਤੁਹਾਡੀ ਅੱਖਾਂ ਵਿੱਚੋਂ ਅਥਰੂ ਆਪ ਮੁਹਾਰੇ ਡਿੱਗਣਗੇ। ਇਹ ਕਹਾਣੀਆਂ ਇਹਨਾਂ ਬਜ਼ੁਰਗਾਂ ਦੀਆਂ ਜਿਨ੍ਹਾਂ ਦਾ ਦੱਸਣ ਹੈ ਕਿ ਅੱਜ ਵੀ ਇਹਨਾਂ ਨੂੰ ਉਹ ਹਾਲਾਤ ਯਾਦ ਆ ਜਾਣ ਤੇ ਰਾਤਾਂ ਨੂੰ ਨੀਂਦ ਨਹੀਂ ਆਉਂਦੀ, ਅੱਖੀਂ ਨੀਂਦਰ ਨਹੀਂ ਪੈਂਦੀ, ਅੱਖਾਂ ਅੱਜ ਵੀ ਰਾਤਾਂ ਜਾਗ ਕੇ ਲੰਘਾਉਂਦੀਆਂ ਨੇ, ਅੱਜ ਵੀ ਅਥਰੂ ਅੱਖਾਂ ਵਿੱਚੋਂ ਡੁੱਲ ਪੈਂਦੇ ਨੇ। ਇਹ ਕਹਾਣੀਆਂ ਅਸੀਂ ਇਸ ਪਰ ਸੁਣਾਉਂਦੇ ਹਾਂ। ਦਰਅਸਲ ਜਿਹੜੇ ਰਕੀਕੁਲ ਕਲਬ ਲੋਕ ਹੈ ਨਾ, ਜਾਂ ਜਿਹੜੇ ਥੋੜ੍ਹਾ ਜਿਹਾ ਇਹਨਾਂ ਚੀਜ਼ਾਂ ਨੂੰ ਸਮਝਦੇ ਤੁਹਾਡੇ ਜੈਸੇ, ਉਹ ਤਾਂ ਸੁਣ ਲੈਣ ਨਾ ਤੇ ਬੰਦੇ ਤੇ ਜਵਾਬ ਦੇ ਨਹੀਂ ਸਕਦੇ। ਮੈਂ ਹੁਣ ਜਿਸ ਤਰ੍ਹਾਂ ਤੁਹਾਡੀਆਂ ਗੱਲਾਂ ਜਵਾਬ ਦਿੱਤਾ ਨਾ, ਮੈਨੂੰ ਪਤਾ ਕਿ ਮੈਂ ਆਪਣੇ ਤੇ ਕੰਟਰੋਲ ਕਿਸ ਤਰ੍ਹਾਂ ਕੀਤਾ। ਬਿਲਕੁਲ ਇਸ ਤਰ੍ਹਾਂ ਮੈਨੂੰ ਪੈਂਦਾ, ਉਹ ਕਹਿੰਦੇ ਜਿਸ ਤਨ ਲਾਗੇ ਸੋ ਹੀ ਜਾਣੇ, ਜੋ ਤਨ ਲਾਗੇ ਸੋ ਤਨ ਜਾਣੇ। ਹਾਂ, ਸੋ ਤਨ ਜਾਣੇ। ਇਹ ਮੈਨੂੰ ਪਤਾ ਹੈ ਕਿ ਮੈਂ ਕਿਸ ਤਰ੍ਹਾਂ ਕੰਟਰੋਲ ਕੀਤਾ। ਆਮ ਦੇਖਣ ਵਾਲੇ ਬੰਦੇ ਤਾਂ ਕਹਿ ਦਿੰਦੇ ਯਾਰ, ਹੁਣ ਮੈਨੂੰ ਅਕਸਰ ਜਿਹੜੇ ਮਿਲਦੇ ਨੇ ਕਹਿੰਦੇ ਯਾਰ ਬੜੀਆਂ ਤੇਰੀਆਂ ਮੌਜਾਂ, ਇਹ ਸਭ ਕੁਝ ਅੱਲਾਹ ਤਾਲਾ ਦੀ ਬੜੀ ਮਿਹਰਬਾਨੀ ਹੈ ਮੇਰੇ ਤੇ, ਕਿਉਂਕਿ ਮੈਂ ਤੇ ਇੱਕ ਜ਼ਰਾ ਸਾਂ, ਮੈਨੂੰ ਜ਼ਰੇ ਨੂੰ ਅੱਲਾਹ ਤਾਲਾ ਨਵਾਜ਼। ਦੇਖੋ ਜਿਹਦਾ ਅੱਗਾ ਨਾ ਪਿੱਛਾ ਨਾ ਕੋਈ ਸ਼ਾਇਰ ਹੀ ਹੋਵੇ, ਉਹਨੂੰ ਰੱਬ ਤਾਲਾ ਐਸੀ ਸਟੇਜ 'ਤੇ ਲੈ ਆਇਆ, ਐਸੇ ਮਕਾਨਾਂ 'ਚ ਜਿੱਥੇ ਕਿ ਮੈਂ ਮੱਝਾਂ ਦੇ ਕਮਰਿਆਂ 'ਚ ਸੌਣ ਵਾਲਾ ਬੰਦਾ ਸਾਂ। ਫਿਰ ਮੇਰਾ ਤਾਂ ਇਹ ਸੀ ਕਿ ਮੇਰੇ 4 ਬੱਚੇ ਸੀ ਅਲਹਮਦੁਲਿਲਾ, 2 ਬੇਟੇ ਸੀ 2 ਬੇਟੀਆਂ। ਬੇਟੀਆਂ ਦੋਨੋਂ ਡਾਕਟਰ ਹੈ, ਬੇਟੇ ਦੋਨੋਂ ਹਾਈਐਸਟ ਉਹਨਾਂ ਦੇ ਕੋਲ ਕੁਆਲੀਫਿਕੇਸ਼ਨ ਹੈ, PhD ਵਗੈਰਾ ਇਹ ਬਹੁਤ ਸਾਰਾ ਕੁਝ। ਫਿਰ ਮੈਂ ਕਿਹਾ ਸੀ ਯਾਰ ਪੜ੍ਹ ਕੇ ਤੁਸੀਂ, ਅੱਲਾਹ ਤਾਲਾ ਦਸਤਗੀਰੀ ਕਰਦਾ ਨਾ, ਮੈਂ ਰਿਟਾਇਰ ਹੋਇਆ, ਮੇਰੇ ਕੋਲ ਕੋਈ ਪੈਸੇ ਨਹੀਂ ਸੀ, ਮੈਂ ਉਹਨਾਂ ਦੀ ਤਾਲੀਮ 'ਤੇ ਲਾਏ। ਔਰ 4 ਬੱਚੇ ਮੇਰੇ ਫੈਡਰਲ ਸਕੂਲਾਂ 'ਚੋਂ ਟਾਪਰ ਸੀ, ਉਹਨਾਂ ਦਾ ਆਪੇ ਮੈਰਿਟ ਆਇਆ, ਆਪੇ ਸਾਰਾ ਕੁਝ ਹੋ ਗਿਆ। ਉਸ ਤੋਂ ਬਾਅਦ ਉਹ ਇੱਕ ਮੁੰਡੇ ਨੂੰ ਇੱਥੇ SDO ਦੇ ਆਰਡਰ ਹੋਏ, ਉਹਨੇ BSc ਇੰਜੀਨੀਅਰਿੰਗ ਕੀਤਾ ਸੀ। ਉਹ ਮੈਂ ਮੁਲਤਾਨ ਸਰ ਸਰਵਿਸ 'ਚ, ਅਤੇ ਮੈਨੂੰ ਕਹਿੰਦਾ ਅੱਬੂ ਮੈਂ ਬਾਹਰ ਜਾਣਾ। ਮੈਂ ਕਿਹਾ ਯਾਰ ਮੇਰੇ ਕੋਲ ਤਾਂ ਪੈਸੇ ਨਹੀਂ, ਅਤੇ ਜ਼ਮੀਨ ਵੈਸੇ ਵੇਚ ਦਿੱਤੀ ਹੈ, ਅਤੇ ਤੈਨੂੰ ਮੈਂ ਕਿਵੇਂ ਭੇਜਾਂਗਾ, ਤਨਖਾਹ ਜਿਹੜੀ ਉਹ ਮੈਂ ਤੁਹਾਡੇ 'ਤੇ ਲਾ ਦਿੱਤੀ ਹੈ। ਉਹ ਕਹਿਣ ਲੱਗਾ ਤੁਸੀਂ ਇਜਾਜ਼ਤ ਦਿਓ। ਮੈਂ ਇਜਾਜ਼ਤ ਦਿੱਤੀ। ਉਹ ਵਿਦਿਨ ਵੀਕ ਜਾਂ 2 ਉਹ ਬਾਹਰ ਚਲੇ ਗਿਆ। ਉੱਥੇ ਉਹਨੇ 4 ਸਾਲ ਪੜ੍ਹਿਆ ਵੀ ਹੈ, ਡਿਗਰੀਆਂ ਲਈਆਂ ਅੱਛੀਆਂ ਤੋਂ ਅੱਛੀਆਂ। 6 ਮਹੀਨੇ ਬਾਅਦ ਉਹਨੇ ਵੱਡੇ ਭਾਈ ਨੂੰ ਵੀ ਬੁਲਾ ਲਿਆ। ਫਿਰ ਮੇਰੀ ਦੂਜੀ ਬੇਟੀ ਜਿਹੜੀ ਸੀ ਉਹਨੇ MBBS ਕੀਤਾ, ਉਹ ਰਾਇਲ ਕਾਲਜ ਆਫ ਮੈਡੀਸਨ 'ਚ ਉਹਨਾਂ ਉੱਥੇ ਇਮਤਿਹਾਨ ਦਵਾਇਆ ਉਹਦਾ ਸਪੈਸ਼ਲਾਈਜੇਸ਼ਨ ਦਾ। ਫਿਰ ਤੀਸਰੀ ਬੇਟੀ ਜਿਹੜੀ ਚੌਥੀ ਸੀ, ਉਹ ਬੋਰਡ ਤੋਂ 3rd ਪੋਜੀਸ਼ਨ ਸੀ ਉਹਦੀ ਸਰਗੋਧੇ 'ਚ। ਵਾਹ ਜੀ ਵਾਹ। ਉਹਨੇ MSc ਕੀਤਾ। ਉਹ ਕਹਿੰਦੀ ਸੀ ਮੈਂ ਡਾਕਟਰ ਨਹੀਂ ਬਣਨਾ। ਉਹਨੇ MSc ਸਾਈਕੋਲੋਜੀ ਕਰਕੇ ਫਿਰ ਉਹਨੇ ਆਪਣਾ ਪ੍ਰੋਫੈਸਰ ਬਣ ਗਈ, ਲੈਕਚਰਾਰ ਬਣ ਗਈ। ਮੁਸ਼ਰਫ ਦੌਰ 'ਚ ਉਹਨੇ ਟੈਲੈਂਟਡ ਲੋਕ ਜਿਹੜੇ ਸੀ ਨਾ 250 ਬੰਦਾ ਇੰਡੀਆ ਭੇਜਣਾ ਸੀ। ਉਹ ਵਾਈਸ ਪ੍ਰੈਜ਼ੀਡੈਂਟ ਸੀ, ਉਹਨੇ ਆਪੇ ਸਿਲੈਕਟ ਕੀਤੇ। ਉਹਨੇ ਕਿਹਾ ਮੁਲਕ ਦਾ ਨਾਂ ਹੋਵੇ, ਉੱਥੇ ਲੈਕਚਰ ਦੇਣੇ ਸੀ ਜਾਂ ਜੋ ਵੀ ਸੀ। ਦੂਜੀ ਵਾਰੀ ਫਿਰ ਉਹਨੂੰ ਭੇਜਿਆ, ਉਹ 250 ਬੰਦੇ ਦੇ ਨਾਲ। ਤੀਜੀ ਵਾਰੀ ਉਹਨੇ ਫਰਾਂਸ ਭੇਜਣਾ ਸੀ, ਅਤੇ ਉਹਦੀ ਹਕੂਮਤ ਜਿਹੜੀ ਸੋ ਖਤਮ ਹੋ ਗਈ। ਮੇਨਵਾਈਲ ਇਹਨੇ ਟਰਾਈ ਕੀਤੀ। ਉਹ ਇੰਗਲੈਂਡ ਵਾਲੇ ਜਿਹੜੇ ਨਾ, ਉਹ ਥੋੜ੍ਹਾ ਬਹੁਤ ਤਾਲੀਮ ਦਾ ਕਦਰ ਕਰਦੇ ਆ। ਬਿਲਕੁਲ ਕਰਦੇ ਆ। ਉਹਨਾਂ ਇਹਨੂੰ ਉੱਧਰ ਲੈ ਲਿਆ। ਹੁਣ ਉੱਧਰ ਇਹਨੇ ਸਾਈਕੋਲੋਜੀ ਉਹਨੇ ਕੀਤਾ ਸੀ, ਮੈਡੀਕਲ ਸਾਇੰਸ ਦੇ ਵਿੱਚ। ਉਹਨੂੰ ਉਹਨਾਂ ਡਿਸੇਬਲ ਬੱਚਿਆਂ ਦਾ ਕੋਰਸ ਜਿਹੜਾ ਕਿੰਗ ਯੂਨੀਵਰਸਿਟੀ ਆ ਕਿਹੜੀ, ਉੱਥੋਂ ਉਹਨੇ ਕਰ ਲਿਆ। ਡਿਗਰੀਆਂ ਲੈ ਰਹੀ ਇੱਥੇ, ਅਤੇ ਉਹ ਮਾਸ਼ਾਅੱਲਾ ਉੱਥੇ ਹੁਣ। ਤੁਹਾਡੇ 3 ਬੱਚੇ? ਹਾਂ, 2 ਬੇਟੇ ਵੀ ਉੱਥੇ ਆ ਅਤੇ ਇੱਕ ਬੇਟੇ। ਫਿਰ ਬੇਟਿਆਂ ਨੂੰ ਮੈਂ ਕਿਹਾ ਯਾਰ ਤੁਹਾਡੀ ਮੈਕਸੀਮਮ ਤਾਲੀਮ ਹੈ, ਤੁਹਾਡੇ ਨਾਲ ਦੇ ਇੱਥੇ 2.5-3 ਲੱਖ ਰੁਪਈਆ ਲੈਂਦੇ ਆ ਦੁਬਈ 'ਚ, ਇੱਧਰ 4-4 ਲੱਖ ਵੀ ਲੈ ਰਹੇ ਹੁਣ, ਅਤੇ ਤਨਖਾਹਾਂ ਜ਼ਿਆਦਾ ਹੋ ਗਈਆਂ। ਤੁਸੀਂ ਕੋਈ ਐਸਾ ਕਰੋ, ਸਰਵਿਸ ਕਰੋ, ਟੌਰ ਸ਼ੌਰ ਬਣੇ ਮੇਰੀ, ਮੈਂ ਜੱਟ ਬੰਦਾ। ਉਹ ਕਹਿਣ ਲੱਗਿਆ ਅੱਬੂ ਜੇ ਟੌਰ ਅਸੀਂ ਕਰਦੇ ਨਾ, ਇਹ ਤੁਹਾਡਾ ਮਕਾਨ ਨਹੀਂ ਸੀ ਬਣਨਾ। ਪਾਕਿਸਤਾਨ ਦੇ ਵਿੱਚ ਜਾਇਜ਼ ਕਮਾਈ ਨਾਲ ਕੁਝ ਨਹੀਂ ਹੁੰਦਾ। ਇਹ ਮਕਾਨ ਜਿਹੜਾ ਮੇਰੇ ਕੋਲ, ਮਕਾਨ ਵੀ ਅੱਛਾ ਕੋਈ ਨਹੀਂ ਸੀ। ਮੈਂ ਮਤਲਬ ਸਰਵਿਸ 'ਚ ਸਾਂ, ਮੈਂ ਰਿਟਾਇਰ ਹੋਇਆ। ਮੇਰਾ ਇੱਕ ਦੋਸਤ ਹੈ ਲਾਹੌਰ, ਡਿਪਟੀ ਡਾਇਰੈਕਟਰ ਰਾਣਾ ਮੁਨੱਵਰ, ਤੁਹਾਡੇ ਜ਼ਾਤ ਦਾ, ਸ਼ੇਖਪੁਰ ਦਾ। ਉਹਨੂੰ ਮੈਂ ਕਹਿੰਦਾ ਹੁੰਦਾ ਸਾਂ, ਮੇਰਾ ਦੋਸਤ ਸੀ। ਮੈਂ ਕਿਹਾ ਯਾਰ ਜਾ ਕੇ ਰਹਿਣਾ ਕਿੱਥੇ ਹੈ, ਸਰਵਿਸ 'ਚ ਤਾਂ ਆਪਾਂ 6 ਕੋਠੀਆਂ 'ਚ ਰਹੇ, ਸਰਕਾਰੀ ਕੋਠੀਆਂ ਮਿਲਦੀਆਂ ਸੀ ਸਾਨੂੰ। ਇਸੇ ਤਰ੍ਹਾਂ ਨਜਾਇਜ਼ ਕਮਾਈ ਕੀਤੀ ਕੋਈ ਨਹੀਂ ਨਾ, ਬਿਲਕੁਲ 1 ਪੈਸਾ ਨਹੀਂ। ਅਤੇ ਔਰ ਉਹਦਾ ਸਿਲਾ ਮੈਨੂੰ ਰੱਬ ਤਾਲਾ ਨੇ ਬੱਚਿਆਂ ਦੇ ਸਿਲਸਿਲੇ 'ਚ ਬੱਚਿਆਂ 'ਚ ਦੇ ਦਿੱਤਾ। ਅਤੇ ਕਿਉਂਕਿ ਕਹਿੰਦੇ ਸੀ ਕਿ ਹਰਾਮ ਕਮਾਈ ਜਿਹੜੀ ਨਾ, ਇੱਕ ਲੁਕਮਾ ਜਿਹੜਾ ਨਾ ਬੰਦੇ ਨੂੰ ਤਬਾਹ ਕਰ ਦਿੰਦਾ।
मेरे चारों बच्चे माशाल्लाह मेरे ताबेदार है, बहुत ज़्यादा ख्याल रखते, मतलब दिन च उन्होंने कोई 20 वारी टैलीफोन आते हैं क्या बात, कि अबू की हाल है, अबू परेशान ना हो अबू ये। फिर मैं मकान कोई नहीं सी ते मेरा बड़ा बेटा आया, मैं उन्हें इत्थे मैनू किराए ते कोठी लैती नाल ही, 6 जगह ते रहे तो आप मराल नूं डाउन नहीं करना। फिर मेन वाली जगह लै ली उन्हें, मेरे को तो पैसे नहीं सी, हालांकि उदों जॉब नहीं सी इन्नी करते, मतलब अपना कारोबार उन्होंने कोई नहीं सी। जगह ली, जगह लैके कहंदा अबू मैं अज घर चले गया, कहंदा अबू इट्टा उट्टा सटाओ तो मकान बनाओ। उतों उन्हें बैंक चों कर्जा लैना तो सूद नहीं पैंदा उधर, वो कर्जा कुर्जा लैके उन्हें डबल स्टोरी मकान बनाया तो शहर ऐसे साढ़ा मकान वो असीं फरोख्त कर दिता। हुण यह मकान जिहड़ा ये भी उन्हां दा। फिर मैं कहा तुसीं अपने नाम करा लो, मेरा तो एंड है। वो कहण लगे अबू तुसीं जद तक जींदे जे अपने नाम रखो मकान, बाद च देखी जाए। वाह जी वाह, वाह जी। और माशाअल्लाह अल्लाह उन्हां दी हयाती करे। हुण बड़े बेटा मेरा आमिर शहजाद नाम है उहदा रंधावा, उहदा लड़का मोहम्मद है, पूरे यूरोप चों फर्स्ट आया है। क्या बात है। अच्छा, इस तरह मेरी नवासी है अलीज़ा उहदा नाम है। वो मतलब उन्होंने अंग्रेज इंतहाई कोशिश करते कि इन्होंने बच्चों को डिफीट करिए। और मैं कभी जावा स्कूले जाना तो वो कहती आप किस तरह पढ़ाते हैं, मैं कि अल्लाह ताला की तरफों ही साढ़े को कोई कमाल नहीं, ये साढ़े बच्चे पाकिस्तानी सारे सही ने। लेकिन वो अलहमदुलिल्ला हुण वड्डे मेरे बेटे का बेटा जोड़ा वो सितंबर च ऑक्सफोर्ड यूनीवर्सिटी चले जाएगा, दाखला हो गया उसका। क्या बात है। दूजी बेटी का भी हो गया किंग यूनीवर्सिटी तो मतलब इस तरह अलहमदुलिल्ला उन्होंने बच्चे अच्छे है। ये ऑनेस्टी का सिला है। ठीक है। अच्छा, मैं कुछ सवाल ਤੁਹਾਡੇ ਕਰਾਂ। ਉਹ ਜਿਹੜਾ ਸਫ਼ਰ ਆਪਾਂ ਕਰ ਰਹੇ ਸੀ ਪਿੰਡ ਤੋਂ ਲੈ ਕੇ ਪਾਕਿਸਤਾਨ ਵੱਲ, जी ਇਹ ਮੈਨੂੰ ਦੱਸਣਾ ਜੀ ਕਿ ਜਿਹੜਾ ਹਮਲਾ ਹੋਇਆ ਸੀ ਉਹਦੇ ਵਿੱਚ ਹਮਲਾਵਰ ਆਮ ਲੋਕੀ ਸੀ, ਕੋਈ ਜ਼ੇਨ ਚ ਵੱਡੇ ਦੱਸਦੇ ਹੋਣ, ਤੁਹਾਡੀ ਤਾਂ ਜ਼ਾਹਿਰ ਜੱਜਮੈਂਟ ਉਦੋਂ ਅਸੀਂ ਨਹੀਂ ਕਹਿ ਸਕਦੇ ਬਹੁਤ ਅੱਛੀ ਹੋਏਗੀ, ਵੱਡੇ ਕੀ ਦੱਸਦੇ ਸੀ ਵੀ ਪਿੰਡ ਤੇ ਜਿਨ੍ਹਾਂ ਨੇ ਹਮਲਾ ਕੀਤਾ ਸੀ ਕੀ ਉਹ ਆਪਣੇ ਪਿੰਡ ਦੇ ਲੋਕ ਸੀ ਜਾਂ ਨਾਲ ਦੇ ਪਿੰਡਾਂ ਦੇ? ਕਰਵਾਇਆ ਸਾਡੇ ਪਿੰਡ ਦਾ ਸੀ, ਸਾਡੀ ਜਿਹੜੀ ਬਰਾਦਰੀ ਲੱਗਦੀ ਸੀ। ਹੂੰ। ਕਿਉਂਕਿ ਚੰਦ ਦਿਨ ਪਹਿਲੇ ਜਦੋਂ ਮਿਲਟਰੀ ਗਈ ਇਹਨਾਂ ਤੇ ਇਹਨਾਂ ਸਾਡੇ ਦਾਦੇ ਨੇ ਤੇ ਉਹਨਾਂ ਦੇ ਜਿਹੜਾ ਹੈੱਡ ਸੀ ਇਹਨਾਂ ਨੇ ਆਪਸ ਵਿੱਚ ਪਾਣੀ ਪੀਤਾ ਕਿ ਆਪਾਂ ਭਾਈ ਭਾਈਆਂ, ਜੇ ਸਾਡਾ ਹਮਲਾ ਹੋਵੇਗਾ ਤਾਂ ਅਸੀਂ ਰੋਕਾਂਗੇ, ਤੁਹਾਡਾ ਹੋਇਆ ਤਾਂ ਤੁਸੀਂ ਰੋਕਿਓ। ਲੇਕਿਨ ਉਹੀ ਬੰਦੇ ਵਿੱਚ ਸ਼ਾਮਲ ਸੀ, ਉਹਨਾਂ ਮੁਨਾਫਕਤ ਕੀਤੀ। ਠੀਕ ਹੈ। ਤੇ ਅੱਲਾਹ ਤਾਲਾ ਨੇ ਤੁਹਾਨੂੰ ਬੜਾ ਸੋਹਣਾ ਦੇ ਦਿੱਤਾ ਜੀ। ਬਹੁਤ ਜਿਉਂਦੇ ਵਸੇ ਰਹੋ ਰੰਧਾਵਾ ਸਾਹਿਬ, ਤੁਹਾਡੀ ਕਹਾਣੀ ਪੂਰੀ ਦੁਨੀਆ ਤੱਕ ਕੱਪੜੀ, ਔਰ ਅਸੀਂ ਉਮੀਦ ਰੱਖਾਂਗੇ ਕਿ ਆਇੰਦਾ ਵੀ ਸਾਡਾ ਤੁਹਾਡੇ ਨਾਲ ਰਾਬਤਾ ਰਹੇਗਾ। ਜੀ ਜੀ, ਜਿਉਂਦੇ ਵਸਦੇ ਰਹੋ। ਥੈਂਕ ਯੂ ਵੈਰੀ ਮਚ। ਜਿਉਂਦੇ ਵਸਦੇ ਰਹੋ। ਤੁਸੀਂ ਤਕਲੀਫ ਕੀਤੀ ਔਰ ਆਏ ਤੇ ਮਾਸ਼ਾਅੱਲਾ ਬਹੁਤ ਘੱਟ ਲੋਕ ਐਸੇ ਹੁੰਦੇ ਕਿ ਜਿਹੜੇ ਇਸ ਤਰ੍ਹਾਂ ਦੇ ਮਤਲਬ ਕੰਮ ਕਰਨ ਜਾਂ ਇਸ ਤਰ੍ਹਾਂ ਦਾ ਮਤਲਬ ਬੰਦੇ ਦੀ ਆਹੋਜ਼ਾਰੀ ਨੂੰ ਦੇਖਣ ਜਾਂ ਉਹਨਾਂ ਦੇ ਗਮਾਂ ਦੇ ਵਿੱਚ ਸ਼ੇਅਰ ਕਰਨ। ਇਹ ਬੜੀ ਤੁਹਾਡੀ ਮਿਹਰਬਾਨੀ। ਜਿਉਂਦੇ ਰਹੋ। ਅੱਲਾਹ ਤਾਲਾ ਤੁਹਾਨੂੰ ਜਜ਼ਾ ਦੇਵੇ, ਆਮੀਨ। ਖੁਸ਼ ਰਹੋ, ਤੁਹਾਡੇ ਬੱਚਿਆਂ ਨੂੰ ਤਰੱਕੀ ਦੇਵੇ।